ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਆਓ ਆਪਾਂ ਤੁਰੀਏ ਅੱਗੇ। ਜੋ ਗੱਲਬਾਤ ਤੋਰੀ ਹੋਈ ਹੈ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਨਾਲ, ਉਹਨਾਂ ਦੀ ਰਹਿਮਤ ਦੇ ਨਾਲ, ਕਿ ਕਿਸ ਢੰਗ ਦੇ ਨਾਲ ਸਾਡਾ ਵਿਰਸਾ, ਸਾਡਾ ਇਤਿਹਾਸ, ਕਿਵੇਂ ਅਸੀਂ ਅੱਗੇ ਤੁਰੇ ਹਾਂ, ਕੌਣ ਆ ਅਸੀਂ। ਤੇ ਕਿਉਂਕਿ ਸਾਡਾ ਵਿਰਸਾ, ਸਾਡਾ ਇਤਿਹਾਸ, ਸਾਡਾ ਜਿਹੜੀ ਕੌਮ ਹੈ, ਸਾਡੀ ਬੈਕਗਰਾਉਂਡ ਹੈ, ਉਹ ਬਹੁਤ ਵੱਡੀ ਹੈ, ਜਿਹਤੇ ਅਸੀਂ ਮਾਣ ਔਰ ਫਖਰ ਕਰ ਸਕਦੇ ਹਾਂ। ਪਰ ਇਹ ਤੋਂ ਸਾਨੂੰ ਤੋੜਨ ਦੇ ਲਈ, ਇਸ ਵਿਰਸੇ ਤੋਂ ਸਾਨੂੰ ਦੂਰ ਕਰਨ ਦੇ ਲਈ ਬਹੁਤ ਵੱਡੀਆਂ ਵੱਡੀਆਂ ਚਾਲਾਂ ਚੱਲੀਆਂ ਗਈਆਂ ਨੇ ਤੇ ਚੱਲੀਆਂ ਜਾ ਰਹੀਆਂ ਨੇ। ਕਿਉਂਕਿ ਜੇ ਸਾਨੂੰ ਪਤਾ ਲੱਗ ਗਿਆ ਅਸੀਂ ਕੌਣ ਆ, ਤਾਂ ਜ਼ਰੂਰ ਅਸੀਂ ਉਹ ਬਣਨ ਦੀ ਵੀ ਕੋਸ਼ਿਸ਼ ਕਰਾਂਗੇ। ਇਹ ਗੱਲ ਨੂੰ ਸਮਝਿਓ, ਜੇ ਸਾਨੂੰ ਇਹ ਪਤਾ ਲੱਗ ਗਿਆ ਵੀ ਅਸੀਂ ਕੌਣ ਆ ਤਾਂ ਅਸੀਂ ਉਹ ਬਣਨ ਦੀ ਕੋਸ਼ਿਸ਼ ਕਰਾਂਗੇ। ਤਾਂ ਸਾਨੂੰ ਬਣਾਇਆ ਕੀ ਜਾ ਰਿਹਾ, ਸਾਡੀਆਂ ਪੁਸਤਕਾਂ, ਸਾਡੇ ਸਕੂਲਾਂ ਦੇ ਸਿਲੇਬਸਾਂ 'ਚ ਜਾਂ ਗੀਤਾਂ 'ਚ ਸਾਨੂੰ ਮਾਣ ਕਿਤੇ ਕਰਨਾ ਦੱਸਿਆ ਜਾ ਰਿਹਾ? ਮਿਰਜ਼ਾ ਸਾਹਿਬ, ਉਹਨੂੰ ਬਹਾਦਰ ਬਣਾ ਕੇ ਪੇਸ਼ ਕੀਤਾ ਜਾਂਦਾ ਮਿਰਜ਼ੇ ਨੂੰ। ਕਿਸੇ ਉਹਦੀਆਂ ਵਾਰਾਂ ਗਾਈਆਂ ਜਾਂਦੀਆਂ ਨੇ ਮਿਰਜ਼ੇ ਵਗੈਰਾ ਦੀਆਂ। ਹੀਰ ਰਾਂਝਾ, ਸੱਸੀ ਪੁੰਨੂ, ਸੋਹਣੀ ਮਹੀਵਾਲ, ਆਹ ਅੱਜ ਸਾਡੇ ਆਈਡੀਅਲ ਬਣਾ ਕੇ ਸਾਡੇ ਸਾਹਮਣੇ ਪੇਸ਼ ਕਰਤੇ। ਮੈਂ ਕਈ ਵਾਰੀ ਗੱਲ ਕਰਦਾ ਹੁੰਦਾ, ਠੀਕ ਹੈ ਕੰਨ ਰਸ ਤੱਕ ਸੀਮਤ ਰੱਖੋ ਇਹਨਾਂ ਚੀਜ਼ਾਂ ਨੂੰ ਤਾਂ ਬੈਟਰ ਹੈ, ਪਰ ਜਦੋਂ ਸਾਰਾ ਦਿਨ ਸਾਡੇ ਦਿਮਾਗ 'ਤੇ ਉਹੀ ਭੂਤ ਸਵਾਰ ਰਹਿੰਦਾ ਤਾਂ ਕਈ ਵਾਰੀ ਮੈਂ ਗੱਲ ਵੀ ਕਰ ਲੈਣਾ ਹੁੰਦਾ ਵੀ ਕੀ ਆਪਾਂ ਇਹਨਾਂ ਦੀਆਂ ਫੋਟੋਆਂ ਘਰੇ ਲਾ ਸਕਦੇ ਹਾਂ? ਫਿਰ ਵੀ ਆਹ ਇਹਨਾਂ ਨੇ ਭਾਈ ਬਹੁਤ ਵੱਡੇ ਕਾਰਨਾਮੇ ਕਰੇ ਹੋਏ ਨੇ, ਬੱਚਿਆਂ ਨੂੰ ਸੇਧ ਮਿਲੂਗੀ, ਚਲੋ ਲਾ ਲਓ ਘਰੇ, ਵੀ ਸਾਡੇ ਵਾਲੇ ਵੀ ਇਹੋ ਜਿਹੇ ਬਣ ਜਾਣ। ਨਾ, ਉਹ ਨਹੀਂ ਲਾ ਸਕਦੇ। ਹੁਣ ਅਸੀਂ ਕੌਣ ਆ? ਥੋੜ੍ਹੀ ਜਿਹੀ ਸ਼ੁਰੂਆਤ ਕਰੀਏ। ਇਹ ਸਮਝ ਲਓ ਕੋਈ ਅਣਜਾਣ ਬੰਦੇ ਨੇ ਪੁੱਛਿਆ ਵੀ ਤੁਸੀਂ ਕੌਣ ਹੋ ਕਿਸੇ ਸਿੱਖ ਨੂੰ, ਤਾਂ ਉਹਨੇ ਜਵਾਬ ਦਿੱਤਾ ਸੀ, ਕਹਿੰਦਾ ਜਿੱਥੇ ਮੁੱਕਦੀ ਮਜਨੂਆਂ ਰਾਂਝਿਆਂ ਦੀ ਉੱਥੋਂ ਸ਼ੁਰੂ ਹੁੰਦੀ ਦਾਸਤਾਨ ਸਾਡੀ। ਜਿੱਥੇ ਆ ਤੁਹਾਡੇ ਹੀਰ ਰਾਂਝੇ, ਸੱਸੀ ਪੁੰਨੂ ਦੀ ਖਤਮ ਹੁੰਦੀ ਹੈ ਨਾ, ਉੱਥੋਂ ਸਾਡੀ ਸ਼ੁਰੂ ਹੁੰਦੀ ਹੈ। ਜਿੱਥੇ ਮੁੱਕਦੀ ਮਜਨੂਆਂ ਰਾਂਝਿਆਂ ਦੀ ਉੱਥੋਂ ਸ਼ੁਰੂ ਹੁੰਦੀ ਦਾਸਤਾਨ ਸਾਡੀ। ਸਾਡੇ ਲੜਦਿਆਂ ਲੜਦਿਆਂ ਸਿਰ ਲੈ ਗਏ, ਸਾਡੇ ਜਿਸਮ 'ਚੋਂ ਗਈ ਨਾ ਜਾਨ ਸਾਡੀ। ਮਰਨ ਵਾਸਤੇ ਆਪਣੀ ਅਣਖ ਪਿੱਛੇ ਰੀਝ ਰਹੀ ਹੈ ਸਦਾ ਜ਼ਬਾਨ ਸਾਡੀ। ਹੁੰਦਾ ਰਿਹਾ ਡੱਕਰੇ ਜਿਸਮ ਸਾਡਾ, ਐ ਪਰਸੀ ਨਾ ਕਿਹਾ ਜ਼ੁਬਾਨ ਸਾਡੀ। ਤਰਦੇ ਰਹੇ ਨੇ ਲੋਕ ਝਨਾ ਅੰਦਰ, ਅਸੀਂ ਲਹੂ ਅੰਦਰ ਲਾਈਆਂ ਤਾਰੀਆਂ ਨੇ। ਸਾਡੇ ਪਿਆਰ ਨੂੰ ਪਰਖਿਆ ਰੰਬੀਆਂ ਨੇ ਤੇ ਸਾਡੇ ਇਸ਼ਕ ਨੂੰ ਪਰਖਿਆ ਆ ਰਹੀਆਂ ਨੇ। ਕਰਨ ਵਾਸਤੇ ਦੂਰ ਪਿਆਸ ਆਪਣੀ, ਅਸੀਂ ਖੂਹ ਕੁਰਬਾਨੀ ਦਾ ਗੇੜਦੇ ਰਹੇ। ਲੱਭਣ ਲਈ ਅਸਲੀ ਸੋਮਾ ਜ਼ਿੰਦਗੀ ਦਾ, ਮੌਤ ਆਪਣੀ ਆਪ ਸਹੇੜਦੇ ਰਹੇ। ਸਾਨੂੰ ਕਿਸੇ ਨਹੀਂ ਦੱਸੀ ਸਵਾਹ ਮਲਣੀ। ਆ ਜਿਹੜੇ ਜੋਗੀ ਵਗੈਰਾ ਪਿੰਡਿਆਂ ਤੇ ਸਵਾਹ ਮਲ ਕੇ ਸਾਧ ਬਣਦੇ ਨੇ ਨਾ, ਕਹਿੰਦਾ ਸਾਨੂੰ ਕਿਸੇ ਨਹੀਂ ਦੱਸੀ ਸਵਾਹ ਮਲਣੀ। ਜੁੱਸੇ ਲਹੂ ਦੇ ਵਿੱਚ ਲਵੇੜਦੇ ਰਹੇ, ਜੋਗ ਅਸੀਂ ਦਸ਼ਮੇਸ਼ ਤੋਂ ਲਿਆ ਐਸਾ, ਜਾਣ ਬੁੱਝ ਕੇ ਸੱਪਾਂ ਨੂੰ ਛੇੜਦੇ ਰਹੇ। ਸਾਨੂੰ ਪਿੰਜਰੇ ਵਿੱਚ ਜੇ ਕਿਸੇ ਪਾਇਆ, ਖੋਲ੍ਹੇ ਖੰਭ ਤੇ ਪਿੰਜਰੇ ਤੋੜ ਛੱਡੇ। ਅਸੀਂ ਉਹ ਹਾਂ ਜਿਨ੍ਹਾਂ ਦੇ ਸੀਨਿਆਂ ਨੇ ਤਿੱਖੇ ਨੇਜਿਆਂ ਦੇ ਮੂੰਹ ਮੋੜ ਛੱਡੇ। ਸਾਡਾ ਮੂੰਹ ਮੁਹਾਂਦਰਾ ਵੱਖਰਾ ਹੈ, ਸਾਡਾ ਰੂਪ ਵੱਖਰਾ, ਸਾਡਾ ਰੰਗ ਵੱਖਰਾ, ਸਾਡੀ ਆਤਮਾ ਦੇ ਲੱਛਣ ਵੱਖਰੇ ਨੇ, ਸਾਡੇ ਜਿਸਮ ਦਾ ਹਰ ਇੱਕ ਅੰਗ ਵੱਖਰਾ। ਕਿਸੇ ਕੌਮ ਦੇ ਨਾਲ ਨਹੀਂ ਮੇਲ ਖਾਂਦਾ, ਤੁਰਿਆ ਆਉਂਦਾ ਏ ਸਾਡਾ ਪ੍ਰਸੰਗ ਵੱਖਰਾ। ਤੇਲ ਬਾਲ ਕੇ ਰੌਸ਼ਨੀ ਕਰਨ ਲੋਕੀ, ਚਰਬੀ ਨਾਲ ਬਲਦੇ ਸ਼ਮਾਦਾਨ ਸਾਡੇ। ਜੋੜ ਜੋੜ ਤੋਂ ਜਿਸਮ ਕਟਵਾ ਕੇ ਵੀ, ਭਾਈ ਮਨੀ ਸਿੰਘ ਵਰਗਿਆਂ ਵੱਲ ਇਸ਼ਾਰਾ ਹੈ, ਜੋੜ ਜੋੜ ਤੋਂ ਜਿਸਮ ਕਟਵਾ ਕੇ ਵੀ ਰਹਿ ਗਏ ਦਿਲਾਂ ਦੇ ਵਿੱਚ ਅਰਮਾਨ ਸਾਡੇ। ਬੇਸ਼ੱਕ ਝੂਲਦੇ ਰਹੇ ਤੂਫਾਨ ਲੱਖਾਂ, ਬੇਸ਼ੱਕ ਝੁੱਲਦੇ ਰਹੇ ਤੂਫਾਨ ਲੱਖਾਂ, ਫਿਰ ਵੀ ਝੂਲਦੇ ਰਹੇ ਨਿਸ਼ਾਨ ਸਾਡੇ। ਮੀਂਹ ਵਸਦਾ ਰਿਹਾ ਜੇ ਗੋਲੀਆਂ ਦਾ, ਤਾਂ ਵੀ ਬੁੱਕਦੇ ਰਹੇ ਜ਼ਬਾਨ ਸਾਡੇ। ਝੂਟੇ ਲਏ ਨੇ ਕਿਸ ਤਰ੍ਹਾਂ ਚਰਖੀਆਂ ਤੇ, ਲਹਿੰਦੀ ਰਹੀ ਹੈ ਕਿਸ ਤਰ੍ਹਾਂ ਖੱਲ ਸਾਡੀ। ਲੋਕੀ ਉਂਗਲਾਂ ਮੂੰਹ ਵਿੱਚ ਪਾ ਲੈਂਦੇ, ਤੁਰਦੀ ਮਹਿਫਲਾਂ ਵਿੱਚ ਜਦੋਂ ਗੱਲ ਸਾਡੀ। ਛੋਟੀ ਉਮਰ ਦੇ ਵਿੱਚ ਹੀ ਮੋਢਿਆਂ ਤੇ, ਛੋਟੀ ਉਮਰ ਦੇ ਵਿੱਚ ਹੀ ਮੋਢਿਆਂ ਤੇ ਚੱਕ ਲਿਆ ਮੁਸੀਬਤਾਂ ਵੱਡੀਆਂ ਨੂੰ। ਕਰਨ ਵਾਸਤੇ ਕੌਮ ਦੀ ਨੀਂਹ ਪੱਕੀ, ਪਾਇਆ ਰੋੜੀ ਦੀ ਥਾਂ ਤੇ ਹੱਡੀਆਂ ਨੂੰ। ਅਸੀਂ ਮੌਤ ਮੁਟਿਆਰ ਦੇ ਘਰੇ ਜਾ ਕੇ ਰਹੇ ਖੇਡਦੇ ਕੌਡ ਕਬੱਡੀਆਂ ਨੂੰ। ਅਸੀਂ ਉਹ ਹਾਂ ਜਿਨ੍ਹਾਂ ਨੇ ਹਿੱਕ ਲਾ ਕੇ ਰੋਕ ਲਿਆ ਸੀ ਚੱਲਦੀਆਂ ਗੱਡੀਆਂ ਨੂੰ। ਇਹ ਹੈ ਅਸਲੀਆਂ ਕਰਾਮਾਤਾਂ। ਮੈਂ ਥੋੜ੍ਹਾ ਜਿਹਾ ਆ ਕੇ ਇੱਥੇ ਇੱਕ ਛੋਟੀ ਜਿਹੀ ਐਗਜ਼ਾਮਪਲ ਦੇ ਜਾਂ, ਕਿਉਂਕਿ ਕਈ ਵਾਰ ਸਮਝ ਨਹੀਂ ਆਉਂਦੀ ਵੀ ਇਹ ਕਵਿਤਾ ਹੀ ਹੈ। ਗੱਡੀਆਂ, ਰੇਲ ਗੱਡੀ ਛਾਤੀਆਂ ਲਾ ਕੇ ਰੋਕੀ ਹੋਈ ਹੈ। ਆਮ ਸੁਣਨ ਵਾਲੀ ਤਾਂ ਗੱਲ
ਜਾਂ ਤਾਂ ਇਹਨੂੰ ਕਰਾਮਾਤ ਮੰਨ ਕੇ ਕਾਟਾ ਮਾਰੂ ਵੀ ਹੋ ਹੀ ਨਹੀਂ ਸਕਦਾ, ਲੋਹਾ ਕਿਵੇਂ ਰੁਕ ਜੂ, ਠੀਕ ਹੈ ਨਾ, ਜਾਂ ਕੰਡੈਮ ਕਰ ਦੂਗਾ ਵੀ ਨਹੀਂ ਜੀ। ਦੋ ਹੀ ਚੀਜ਼ਾਂ 'ਚ ਕੰਡੈਮ ਕਰਦੇ ਨੇ ਇਹਨੂੰ, ਜਾਂ ਕਰਾਮਾਤ ਵੀ ਕੰਡੈਮ ਹੀ ਹੈ ਕਿਉਂਕਿ ਕਰਾਮਾਤ ਕਰਕੇ ਤਾਂ ਸਿੱਖ ਧਰਮ ਦਾ ਸੱਤਿਆਨਾਸ਼ ਹੀ ਹੁੰਦਾ। ਹੁਣ ਪੰਜਾ ਲਾ ਕੇ ਗੁਰਾਂ ਨੇ ਜਿਹੜਾ ਪਹਾੜ ਰੋਕਣ ਦੀ ਗੱਲ ਤਾਂ ਸਾਰਿਆਂ ਨੂੰ ਸੁਣਾਤੀ, ਜਿਹੜੀ ਕਿ ਇੱਕ ਮਨੋਕਲਪਤ ਘਟਨਾ ਬਣਾ ਕੇ ਗੁਰੂ ਪਾਤਸ਼ਾਹ ਤੇ ਲਾਤੀ, ਪਰ ਜਿਹੜੀ ਅਸਲੀ ਚੀਜ਼ ਤੀ ਉੱਥੇ ਉਹ ਨਹੀਂ ਦੱਸੀ ਕਿਸੇ ਨੂੰ। ਅੱਜ ਬੱਚੇ ਨੂੰ ਇਹ ਤਾਂ ਸੁਣਾਤਾ ਵੀ ਗੁਰੂ ਜੀ ਨੇ ਪੱਥਰ ਤੇ ਹੱਥ ਲਾਇਆ ਜੀ, ਰੋਕ ਲਿਆ, ਇਹ ਤਾਂ ਪ੍ਰਚਾਰ ਤਾਂ। ਅਸਲੀ ਜਿਹੜੀ ਕੰਮ ਕੀਤਾ ਸਿੱਖਾਂ ਨੇ ਉੱਥੇ ਛਾਤੀਆਂ ਲਾ ਕੇ ਗੱਡੀ ਰੋਕੀ, ਆਹ ਨਹੀਂ ਕਿਸੇ ਨੂੰ ਦੱਸਿਆ। ਭੁੱਖੇ ਪਹਾਣੇ, ਮੈਂ ਛੋਟੀ ਜਿਹੀ ਐਗਜ਼ਾਮਪਲ ਦੇ ਕੇ ਜਾ ਰਿਹਾ ਕਿ ਭੁੱਖੇ ਸਿੱਖਾਂ ਦੀ ਗੱਡੀ ਭਰ ਕੇ ਕਈ ਦਿਨਾਂ ਤੋਂ ਭੁੱਖੇ ਤੇ ਰੇਲ ਗੱਡੀ ਅੰਗਰੇਜ਼ਾਂ ਨੇ ਜੇਲ੍ਹ 'ਚ ਕੈਦ ਕਰਨ ਦੇ ਲਈ ਪਹਿਲਾਂ ਤਸ਼ੱਦਦ ਕਰਿਆ, ਫਿਰ ਦੂਜੀ ਜੇਲ੍ਹ 'ਚ ਸ਼ਿਫਟ ਕਰਨ ਦੇ ਲਈ ਉਹਨੂੰ ਲੈ ਕੇ ਜਾ ਰਹੇ ਸੀ। ਸਿੱਖਾਂ ਨੂੰ ਜਦੋਂ ਪਤਾ ਲੱਗਿਆ ਕਿ ਗੱਡੀ ਇੱਥੋਂ ਜਾਊਗੀ, ਯਾਰ ਭੁੱਖੇ ਸਿੱਖ ਨੇ, ਪ੍ਰਸ਼ਾਦਾ ਛਕਾਵਾਂਗੇ, ਡੀਸੀ ਨੂੰ ਮੰਗ ਪੱਤਰ ਦੇਤੇ, ਡੀਸੀ ਨੇ ਅੱਗੇ ਭੇਜਤੇ, ਉੱਤੋਂ ਜਵਾਬ ਆ ਗਿਆ ਗੱਡੀ ਨਹੀਂ ਰੁਕਦੀ, ਇੱਥੇ ਸਟੇਸ਼ਨ ਹੈ ਕੋਈ। ਉਹ ਕਹਿੰਦੇ ਫਿਰ ਗੱਡੀ ਤਾਂ ਰੁਕੂਗੀ, ਗੱਡੀ ਤਾਂ ਰੋਕਾਂਗੇ, ਪ੍ਰਸ਼ਾਦੇ ਤਾਂ ਛਕਾਵਾਂਗੇ, ਐ ਨਹੀਂ ਹੋ ਸਕਦਾ ਵੀ ਬਿਨਾਂ ਭੁੱਖੇ ਭਰਾਵਾਂ ਨੂੰ ਲੰਘਾ ਦਈਏ। ਲਾਈਨ ਤੇ ਬਹਿ ਗਏ ਸੀ ਸਾਰੇ, ਸੰਗਤਾਂ ਸਾਰੀਆਂ, ਬੀਬੀਆਂ, ਬੱਚੇ, ਤੇ ਗੱਡੀ ਨੇ ਬਥੇਰੀਆਂ ਕੂਕਾਂ ਮਾਰੀਆਂ ਵੀ ਸ਼ਾਇਦ ਡਰ ਕੇ ਪਰਾਂ ਆ ਜਾਣਗੇ। 5 ਕੁ ਸਿੰਘ ਗੱਡੀ ਨੇ ਦਰੜੇ, ਪਰ ਇਦੋਂ ਵੱਧ ਹਿੰਮਤ ਨਹੀਂ ਹੋਈ ਗਾਰਡ ਦੀ, ਗੱਡੀ ਰੋਕਣੀ ਪੈ ਗਈ। ਹੁਣ ਇੱਕ ਪਾਸੇ ਲਾਸ਼ਾਂ ਪਈਆਂ ਸੀ ਤੇ ਇੱਕ ਪਾਸੇ ਲੰਗਰ ਵਰਤਾਇਆ ਜਾ ਰਿਹਾ ਸੀ। ਲਾਸ਼ਾਂ ਕਹਿੰਦੇ ਬਾਅਦ ਸੰਭਾਲਾਂਗੇ, ਪਹਿਲਾਂ ਆਪਦੇ ਭਰਾਵਾਂ ਨੂੰ ਪ੍ਰਸ਼ਾਦਾ ਛਕਾ ਦਈਏ, ਆਹਾ ਵਿਰਸਾ ਹੈ ਸਾਡਾ। ਕਦੇ ਜੇ ਇਸ ਚੀਜ਼ ਅਸੀਂ ਪਤਾ ਲੱਗੇ ਵੀ ਪੰਜਾ ਸਾਹਿਬ 'ਚ ਅਸਲ ਇਤਿਹਾਸ ਆਹਾ ਸੀ, ਅਸਲੀ ਕਰਾਮਾਤ, ਰੇਲ ਗੱਡੀ ਨੂੰ ਰੋਕਣਾ ਪਿਆ। ਸੋ ਗੱਲ ਕਰ ਰਹੇ ਹਾਂ ਆਪਾਂ ਉਹਨਾਂ ਯੋਧਿਆਂ ਦੀ। ਸੋ ਕਿਉਂਕਿ ਮੈਨੂੰ ਇਹ ਹੈ ਵੀ ਵਿੱਚ ਗੱਲ ਆ ਜਾਂਦੀ ਹੈ ਤਾਂ ਐਗਜ਼ਾਮਪਲ ਦੇਣੀ ਪੈਂਦੀ। ਆਪਾਂ ਇੱਥੇ ਤੱਕ ਪਹੁੰਚਾਂਗੇ, ਸਾਰੇ ਸਾਕੇ, ਗੰਗਸਰ ਜੈਤੋਂ ਦਾ ਮੋਰਚਾ, ਗੁਰੂ ਕਾ ਮੋਰਚਾ, ਬਾਗ ਦਾ, ਗੁਰੂ ਕੇ ਬਾਗ ਦਾ ਮੋਰਚਾ, ਚਾਬੀਆਂ ਦੇ ਮੋਰਚੇ, ਅੰਗਰੇਜ਼ਾਂ ਵੇਲੇ ਜਿਹੜੇ ਮੋਰਚੇ ਲੱਗੇ ਨੇ ਉਹ ਸਾਰੇ ਆਪਾਂ ਸਾਂਝ ਕਰਾਂਗੇ। ਪਰ ਮੈਨੂੰ ਐ ਵੀ ਥੋੜ੍ਹਾ ਜਿਹਾ ਆਪਾਂ ਪਹਿਲਾਂ ਜਿਹੜੀ ਚੱਲ ਰਹੀ ਹੈ ਉਹ ਰੂਟੀਨ ਨਾ ਟੁੱਟੇ। ਤੇ ਕੁਛ ਕਬੀਰਾਂ ਦੀ ਹੁਕਮ ਆਇਆ ਸੀ ਕਿ 84 ਦਾ ਸਮਾਂ ਚੱਲ ਰਿਹਾ, ਤੁਸੀਂ ਉਹਦੇ ਬਾਰੇ ਨਹੀਂ ਗੱਲ ਕੀਤੀ। ਮੈਂ ਫਿਰ ਅਰਜ਼ ਇਹੀ ਕਰ ਰਿਹਾ ਕਿ ਆਪਾਂ ਕੋਸ਼ਿਸ਼ ਇਹ ਕਰ ਰਹੇ ਹਾਂ ਕਿ ਲੜੀਵਾਰ ਚੱਲੀ ਜਾਵੇ। ਪਰ ਅੱਜ ਹੁਣ ਕਿਉਂਕਿ ਆਪਣੇ ਭਰਾਵਾਂ ਦਾ ਹੁਕਮ ਵੀ ਮੰਨਣਾ ਪੈਂਦਾ, ਥੋੜ੍ਹੀ ਜਿਹੀ ਸਾਂਝ ਆਪਾਂ ਸੰਨ 84 ਦੀ ਵੀ ਕਰ ਲੈਂਦੇ ਹਾਂ, ਕਿਉਂਕਿ ਇਹ ਇੱਕ ਸਾਡੀ ਭੁੱਖ ਕਿਉਂ ਨਹੀਂ ਮਿਟਦੀ ਇਸ ਚੀਜ਼ ਨੂੰ ਜਾਣਨ ਦੀ। ਇਹ ਚੀਜ਼ ਬਾਰੇ ਕਦੇ ਗੌਰ ਕਰਿਓ। ਉਦੋਂ ਨਹੀਂ ਭੁੱਖ, ਤੁਸੀਂ ਕਈ ਵਾਰੀ ਭੋਜਨ ਪ੍ਰਸ਼ਾਦਾ ਛਕ ਲੈਂਦੇ ਹੋ ਪਰ ਫਿਰ ਵੀ ਕਹਿੰਦੇ ਨੂੰ ਨਜ਼ਾਰਾ ਨਹੀਂ ਆਇਆ, ਐਂ ਲੱਗ ਰਿਹਾ ਵੀ ਕੁਛ ਖਾਈਏ। ਉਹਦਾ ਕਾਰਨ ਹੈ ਕਿ ਆਤਮਾ ਦੀ ਤ੍ਰਿਪਤੀ ਨਹੀਂ ਹੋਈ, ਸੰਤੁਸ਼ਟੀ ਨਹੀਂ ਹੋਈ, ਹਲੇ ਜਿੱਦਾਂ ਦਾ ਮਨ ਸੀ ਚਾਹੁੰਦਾ ਉਹ ਨਹੀਂ ਮਿਲਿਆ। ਤੇ ਸਾਡਾ ਇਤਿਹਾਸ ਜਾਂ 84 ਬਾਰੇ ਜੋ ਘਟਨਾਵਾਂ ਨੇ ਉਹ ਅਸਲ ਕਾਰਨ ਹੀ ਇਹ ਹੈ ਕਿ ਸਾਨੂੰ ਹਲੇ ਤੱਕ ਉਹ ਤ੍ਰਿਪਤੀ ਨਹੀਂ ਹੋਈ, ਸਾਨੂੰ ਪਤਾ ਹੀ ਨਹੀਂ ਲੱਗਿਆ ਵੀ ਉਸ ਕਾਰਨ ਕੀ ਹੈ। ਭੁੱਖ ਬੈਠੀ ਹੈ ਅੰਦਰ, ਉਹ ਹੋਇਆ ਕਿਉਂ ਕੀਤਾ, ਹੋਣਾ ਚਾਹੀਦਾ ਸੀ ਕਿ ਨਹੀਂ, ਕਿਉਂਕਿ ਦੋਏ ਪ੍ਰਾਪੇਗੰਡਾ ਬਰਾਬਰ ਚੱਲ ਰਹੇ ਨੇ ਨਾ, ਹੱਕ ਵਾਲੇ ਵਿਰੋਧ ਵਾਲੇ। ਹੱਕ ਵਾਲਿਆਂ ਨੂੰ ਇੰਨਾ ਪਤਾ ਨਹੀਂ ਲੱਗਿਆ ਇਹਨੂੰ ਕਿਵੇਂ ਲੋਕਾਂ ਨੂੰ ਦੱਸਣਾ ਹੈ, ਵਿਰੋਧ ਵਾਲਿਆਂ ਨੇ ਤਾਂ ਉਹਦਾ ਪੂਰਾ ਵਾਹ ਲਾਈ ਹੈ ਕਿ ਇਹਨੂੰ ਨੇਸਤ ਨਾਬੂਦ ਕਰ ਦਈਏ। ਜਦੋਂ ਉਹ ਗੱਲ ਠੰਡੀ ਪੈਣ ਲੱਗਦੀ ਹੈ ਨਾ ਵੀ ਲੋਕ ਫੇਰ ਉੱਭਰੇ ਆਉਂਦੇ ਨੇ, ਇਸ ਪਿੱਛੇ ਜੁੜਨ ਲੱਗ ਜਾਂਦੇ, ਤਾਂ ਨਵਾਂ ਇੱਕ ਏਜੰਡਾ ਫੇਰ ਖੜਾ ਕਰ ਦਿੰਦੇ ਨੇ, ਆਪਦਾ ਨਵਾਂ ਇਹੋ ਜਿਹਾ ਪ੍ਰੋਪੋਗੰਡਾ ਫੇਰ ਤਿਆਰ ਕਰ ਦਿੰਦੇ ਨੇ ਸਾਡੇ 'ਚੋਂ ਹੀ ਪੈਦਾ ਕਰਕੇ, ਕਿ ਉਹ ਫੇਰ ਸਾਨੂੰ ਗੁੰਮਰਾਹ ਕਰਕੇ ਇਸ ਚੀਜ਼ ਤੋਂ ਦੂਰ ਕਰਨ ਦੀ ਕੋਸ਼ਿਸ਼ ਕਰਦਾ, ਸਾਨੂੰ ਹੀ ਦੋਸ਼ੀ ਬਣਾ ਕੇ। ਮਤਲਬ ਐਦੋਂ ਵੱਡਾ ਕੀ ਦੁਖਾਂਤ ਹੋਊਗਾ, ਆਪਦੇ ਨੁਕਸਾਨ ਦੇ ਸਾਨੂੰ ਇਹ ਦੋਸ਼ੀ ਬਣਾਇਆ ਜਾ ਰਿਹਾ ਕਿ ਤੁਸੀਂ ਆਪੇ ਦੋਸ਼ੀ ਹੋ ਜੀ, ਦੱਦਾ ਦੋਸ਼ ਨਾ ਦਿਓ ਕਿਸੇ, ਦੋਸ਼ ਕਰਮ ਆਪਣੇ, ਤੁਹਾਡਾ ਹੀ ਦੋਸ਼ ਹੈ ਜੀ, ਸਾਨੂੰ ਇਹ ਦੋਸ਼ੀ ਬਣਾਇਆ ਜਾ ਰਿਹਾ। ਥੋੜ੍ਹੀ ਜਿਹੀ ਸਾਂਝ ਕਰਨ ਲੱਗੇ। ਜਿਹੜੇ ਆਮ ਇਹ ਕਹਿੰਦੇ ਨੇ ਵੀ 84 'ਚ ਜੇ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਾ ਬਾਹਰ ਆ ਜਾਂਦਾ ਇਹ ਦੁਖਾਂਤ ਨਾ ਵਾਪਰਦਾ। ਪਰ ਮੈਂ ਇੱਕ ਬੇਨਤੀ ਕਰਦੇ, ਮੈਂ ਤਾਂ 1982 'ਚ ਸ਼ੁਰੂ ਹੋ ਗਿਆ ਸੀ ਅਟੈਕ ਦਾ ਪ੍ਰੋਗਰਾਮ, ਤਾਂ ਉਦੋਂ ਤਾਂ ਬਾਬਾ ਜਰਨੈਲ ਸਿੰਘ ਅੰਦਰ ਹੈ ਹੀ ਨਹੀਂ ਸੀ। ਇੰਗਲੈਂਡ ਨੇ ਮਾਫੀ ਮੰਗੀ ਹੈ ਪਾਰਲੀਮੈਂਟ ਦੇ ਵਿੱਚ, ਇਹ ਬਕਾਇਦਾ ਉਹਨਾਂ ਨੇ ਦੱਸ ਦਿੱਤਾ ਹੋਇਆ ਹੈ, ਪ੍ਰੂਫ ਦੇਤੇ ਕਿ ਅਸੀਂ ਸ਼ਾਮਲ ਤੇ ਇਸ ਅਟੈਕ ਦੇ ਵਿੱਚ, ਇਸ ਪਲੈਨਿੰਗ ਦੇ ਵਿੱਚ। ਇਹ ਸਾਰੇ ਘਟਨਾਕ੍ਰਮ ਨੂੰ ਅੰਜਾਮ ਦੇਣ ਦੇ ਲਈ ਦੇਹਰਾਦੂਨ ਵਿੱਚ ਦਰਬਾਰ ਸਾਹਿਬ ਦਾ ਮਾਡਲ ਬਣਾ ਕੇ 1982 ਦੇ ਵਿੱਚ ਪ੍ਰੈਕਟਿਸ ਕਰ ਚੁੱਕੇ ਨੇ ਕਿ ਦਰਬਾਰ ਸਾਹਿਬ ਨੂੰ ਢਾਉਣਾ ਕਿਵੇਂ। ਉਦੋਂ ਕਿਹੜਾ ਭਿੰਡਰਾਂ ਵਾਲਾ ਸੀ ਉੱਥੇ, ਆਲਰੇਡੀ ਇਹ ਚੀਜ਼ ਤਾਂ ਤਿਆਰੀ ਹੋ ਚੁੱਕੀ ਸੀ, ਇਹ ਤਾਂ ਹੋਣਾ ਹੀ ਸੀ, ਠੀਕ ਹੈ ਨਾ। ਭਿੰਡਰਾਂ ਵਾਲਾ ਜੇ ਉੱਥੇ ਹੁੰਦਾ ਜਾਂ ਨਾ ਹੁੰਦਾ ਤਾਂ ਵੀ ਹੋਣਾ ਹੀ ਸੀ। ਪਹਿਲੀ ਗੱਲ ਤਾਂ ਇਹ ਹੈ ਕਿ ਉਸ ਤੋਂ, ਕਿਉਂਕਿ ਜ਼ਿਆਦਾ ਹੁਣ 36 ਕੁ ਸਾਲ ਇਸ ਚੀਜ਼ ਨੂੰ ਹੋ ਗਏ, ਤੇ ਜ਼ਿਆਦਾਤਰ ਜਨਰੇਸ਼ਨ ਹੈ ਜਿਹੜੀ
ਜਿਹੜੇ ਯੰਗ ਬਲੱਡ ਹੈ, ਜਾਂ ਕਿਉਂਕਿ 36 ਕੁ ਸਾਲ ਤੱਕ ਦੇ ਵਾਲੇ, ਕੀ ਇਹ ਕਹਿ ਲਓ ਵੀ 50 ਸਾਲ ਤੱਕ ਵਾਲਿਆਂ ਨੂੰ ਵੀ ਬੱਚੇ ਹੋਣਗੇ ਉਦੋਂ, 50 ਸਾਲ ਵਾਲੇ ਵੀ 15-16 ਸਾਲ ਦੇ, ਇੰਨਾ ਪਤਾ ਨਹੀਂ ਵੀ ਉਦੋਂ ਵਾਪਰਿਆ ਕੀ ਹੈ। ਲਾਲਾ ਜਗਤ ਨਾਰਾਇਣ ਜਿਹੜਾ ਕਿ ਜਗਬਾਣੀ ਦਾ ਹੈੱਡ ਮੁਖੀ ਸੀ ਅਖਬਾਰ ਦਾ, ਉਹ ਲਿਖਤਾਂ ਕਦੇ ਤੁਸੀਂ 84 ਤੋਂ ਪਹਿਲਾਂ ਦੀ ਉਹਦੀਆਂ ਪੜ੍ਹ ਕੇ ਦੇਖਿਓ। ਉਹਨੇ ਮਾਹੌਲ ਤਿਆਰ ਕੀਤਾ, ਇੰਨੀ ਕੁ ਅੱਗ ਲਾਈ ਉਹਨੇ ਭੜਕਾਊ ਕਿ ਗੁਰੂ ਸਾਹਿਬਾਨਾਂ ਦੇ, ਸਿੱਖਾਂ ਦੇ ਖਿਲਾਫ ਉਹਨੇ ਬਹੁਤ ਵੱਡਾ ਭੰਡੀ ਪ੍ਰਚਾਰ ਕੀਤਾ। ਦਰਬਾਰ ਸਾਹਿਬ ਦਾ ਨਕਸ਼ਾ ਤੋੜਿਆ, ਪੈਰਾਂ ਥੱਲੇ ਮਧੋਲਿਆ, ਉਹਨੇ ਨਹੀਂ, ਉਹਦੇ ਕੀਤੇ ਹੋਏ ਤਿਆਰ ਕਾਰਕੁਨਾਂ ਨੇ। ਬੀੜੀਆਂ ਸਿਗਟਾਂ ਦੇ ਨਾਲ ਦਰਬਾਰ ਸਾਹਿਬ ਦੇ ਆਲੇ ਦੁਆਲੇ ਨਾਅਰੇਬਾਜ਼ੀ ਕੀਤੀ ਜਾਂਦੀ, ਬੇਦੋਸ਼ੀਆਂ ਨੂੰ, ਸਿੱਖਾਂ ਨੂੰ ਮਾਰਿਆ ਜਾਂਦਾ, ਬਹੂ ਬੇਟੀਆਂ ਦੀਆਂ ਇੱਜ਼ਤਾਂ ਨਾਲ ਖਿਲਵਾੜ ਸ਼ਰੇਆਮ ਕੀਤੇ ਜਾਂਦੇ। ਇਹ 84 ਤੋਂ ਪਹਿਲਾਂ ਦੀ ਗੱਲ ਦੱਸ ਰਿਹਾ। ਤੇ ਜਿਹਦਾ ਬਲਦੀ ਦੇ ਉੱਤੇ ਤੇਲ ਪਾਇਆ ਨਿਰੰਕਾਰੀਆਂ ਨੇ 78 ਦੀ, ਜਿਹੜਾ ਕਾਂਡ ਵਾਪਰਿਆ, ਉਹ ਵੀ ਗੁਰੂ ਸਾਹਿਬਾਨਾਂ ਦੇ ਖਿਲਾਫ ਬੋਲ ਰਿਹਾ। ਸਿੱਖ ਗਏ ਨੇ ਤੇ 13 ਸਿੱਖਾਂ ਨੂੰ ਗੋਲੀਆਂ ਮਾਰ ਕੇ ਖਤਮ ਕਰਤਾ। ਉਹਨੂੰ ਬਚਾਇਆ ਸਮੇਂ ਦੀ ਸਰਕਾਰ, ਅਕਾਲੀ ਸਰਕਾਰ ਸੀ, ਇਹਨਾਂ ਨੇ ਮੁਕੱਦਮਾ ਦਰਜ ਕੀਤਾ ਤੇ ਗੌਰਮੈਂਟ ਨੇ, ਸਰਕਾਰ ਨੇ, ਅਕਾਲੀਆਂ ਨੇ ਆਪੇ ਉਹ ਕੇਸ ਵਾਪਸ ਲੈ ਲਿਆ, ਉਹਨੂੰ ਕੋਈ ਸਜ਼ਾ ਨਹੀਂ ਹੋਈ। ਸੋ ਇਹਨਾਂ ਚੀਜ਼ਾਂ ਦੇ ਵਿੱਚੋਂ ਫਿਰ ਮੋਰਚਾ ਲੱਗਿਆ, ਜਿਹੜਾ ਜਿਹਨੂੰ ਅਨੰਦਪੁਰ ਸਾਹਿਬ ਦਾ ਮਤਾ ਆਪਾਂ ਕਹਿੰਦੇ ਆ, ਪੰਜਾਬ ਦੀਆਂ ਹੱਕਾਂ ਲਈ ਅਕਾਲੀਆਂ ਨੇ ਮੋਰਚਾ ਲਾਇਆ, ਐਮਰਜੈਂਸੀ ਦੇ ਖਿਲਾਫ ਲਾਇਆ, ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ, ਅਕਾਲੀਆਂ ਨੇ ਜੇਲ੍ਹ ਭਰੋ ਅੰਦੋਲਨ ਸ਼ੁਰੂ ਕਰਤਾ। ਉਹਨਾਂ ਦਾ ਅੰਦੋਲਨ ਫੇਲ ਹੋਣ ਲੱਗ ਗਿਆ ਕਿਉਂਕਿ ਲੋਕਾਂ ਨੂੰ ਪਤਾ ਲੱਗ ਗਿਆ ਵੀ ਇਹ ਲੀਡਰ ਨੇ ਯਾਰ ਧੋਖੇਬਾਜ਼ ਨੇ। ਉਹ ਫਿਰ ਬਾਬਾ ਜਰਨੈਲ ਸਿੰਘ ਭਿੰਡਰਾਂ ਕੋਲੇ ਆਏ ਕਿ ਬਾਬਾ ਜੀ ਤੁਸੀਂ ਸਾਥ ਦਿਓ ਸਾਡਾ, ਨਹੀਂ ਸਾਡੇ ਤੋਂ ਮੋਰਚਾ ਸਫਲ ਨਹੀਂ ਹੋਣਾ। ਸਾਰਿਆਂ ਨੇ ਤਕਰੀਰਾਂ ਕੀਤੀਆਂ, ਮੇਬੀ ਤਲਵੰਡੀ ਨੇ ਜਾਂ ਟੌੜੇ ਨੇ ਤਕਰੀਰ ਕੀਤੀ ਕਿ ਹਰ ਘਰ ਚੋਂ ਜੇ ਇੱਕ ਇੱਕ ਬੰਦਾ ਜੇਲ੍ਹ 'ਚ ਜਾਊਗਾ ਜੀ ਹੁਣ ਤਾਂ ਗੱਲ ਬਣਨੀ ਹੈ, ਹਰ ਪਰਿਵਾਰ ਦਾ ਇੱਕ ਬੰਦਾ ਘੱਟੋ ਘੱਟ ਜੇਲ੍ਹ 'ਚੋਂ ਜਾਵੇ। ਬੀਬੀ, ਜਿਹੜੇ ਕਿ ਬੀਬੀ ਸੀ, ਮੇਰੇ ਨਾਮ ਉਹਨਾਂ ਦਾ ਵਿਸਰ ਗਿਆ, ਉਹਨਾਂ ਨੇ ਕਿਹਾ ਵੀ ਹੁਣ ਤਾਂ ਇਹ ਚਾਹੀਦਾ ਜੀ ਕਿ ਆਪਾਂ ਨੂੰ ਬਾਬਾ ਜੀ, ਸੰਤ ਜੀ, ਤੁਸੀਂ ਇਹ ਗੱਲ ਕਹੋ ਕਿ ਅਸੀਂ ਲੀਡਰ ਸ਼ਹੀਦੀਆਂ ਦੇਵਾਂਗੇ ਤੇ ਸ਼ਹੀਦੀਆਂ ਬਿਨਾਂ ਹੁਣ ਗੱਲ ਨਹੀਂ ਚੱਲਣੀ। ਤਾਂ ਕਹਿੰਦੇ ਜਦੋਂ ਭਾਈ ਜਰਨੈਲ ਸਿੰਘ ਦੀ ਵਾਰੀ ਆਈ ਸੀ, ਇਹਨਾਂ ਨੇ ਇਹੀ ਗੱਲ ਕਹੀ ਸੀ, ਕਹਿੰਦੇ ਜੋ ਤੁਸੀਂ ਕਿਹਾ ਵੀ ਘਰ ਚੋਂ ਇੱਕ ਇੱਕ ਬੰਦਾ ਆਵੇ, ਮੈਨੂੰ ਲੱਗਦਾ ਇਹ ਸਹੀ ਨਹੀਂ, ਘਰ 'ਚ ਇੱਕ ਇੱਕ ਬੰਦਾ ਰਹੇ, ਬਾਕੀ ਤਾਂ ਸਾਰੀ ਚੱਲੋ ਜੇਲ੍ਹਾਂ ਨੂੰ। ਇੱਕ ਇੱਕ ਬੰਦਾ ਤਾਂ ਘਰੇ ਰਹਿ ਜਾਓ ਜਿਹੜਾ ਘਰ ਨੂੰ ਸਾਂਭ ਲੇ, ਬਾਕੀ ਤਾਂ ਹੁਣ ਤੁਰਨਾ ਹੀ ਪਊਗਾ। ਤੇ ਰਹੀ ਗੱਲ ਸ਼ਹੀਦੀਆਂ ਦੀ, ਕਹਿੰਦੇ ਮੈਂ ਤਾਂ ਭਾਈ ਲੀਡਰ ਨਹੀਂ, ਮੈਂ ਕਾਹਤੋਂ ਕਹਾਂ ਮੈਂ ਸ਼ਹੀਦੀ ਦਿਉ, ਲੀਡਰ ਤਾਂ ਬੈਠੇ ਨੇ, ਮੈਂ ਥੋੜ੍ਹੀ ਸ਼ਹੀਦੀ ਦੇਊਂਗਾ, ਤੇ ਨਾਲੇ ਮੈਂ ਜੇ ਇਹ ਵਾਅਦਾ ਕਰ ਲਾ ਵੱਡੀ ਗੱਲ ਹੋ ਜੂ, ਗੁਰੂ ਦੀ ਹਜ਼ੂਰੀ 'ਚ ਖੜਾ ਮੈਂ। ਸੋ ਉਹ ਕਹਿਣ ਦਾ ਭਾਵ ਇਹ ਸੀ ਕਿ ਉਹਦੀ ਮਨਸ਼ਾ ਕੋਈ ਉਦੋਂ ਹੈ ਹੀ ਨਹੀਂ ਸੀ ਇੱਦਾਂ ਦੀ ਲੜਨ ਭੜਨ ਦੀ, ਤਾਂ ਕੱਲ ਹੀ ਆਏ ਨੇ ਉਹਦੇ ਕੋਲੇ ਚੱਲ ਕੇ। ਉਸਨੇ ਇਸ ਮਤੇ ਨੂੰ ਅਪਣਾ ਕੇ ਬਸ ਇੰਨਾ ਕਿਹਾ ਸੀ, ਕਹਿੰਦਾ ਹੁਣ ਮੈਂ ਤਾਂ ਭਾਈ ਗੁਰੂ ਦਾ ਸਿੱਖਾਂ, ਮੈਨੂੰ ਬਹੁਤਾ ਇਹ ਨਾ ਸਮਝੋ ਮੈਂ ਰਾਜਨੀਤਿਕਾਂ ਜਾਂ ਸਿਆਣਾ, ਮੈਂ ਤਾਂ ਜੋ ਲਕੀਰ ਖਿੱਚਤੀ ਫਿਰ ਤੁਰੂੰਗਾ, ਤੁਸੀਂ ਨਾ ਪਿੱਛੇ ਹਟ ਜਿਓ। ਉਸ ਮਤੇ ਤੋਂ ਇਹ ਗੱਲ ਸ਼ੁਰੂ ਹੋਈ ਹੈ। ਜਿਹੜਾ ਅੱਜ ਤੱਕ ਰੌਲਾ ਪੈ ਰਿਹਾ, ਉਹ ਆਨੰਦਪੁਰ ਦਾ ਮਤਾ ਪੜ੍ਹ ਕੇ ਦੇਖ ਲਿਓ, ਉਹ 'ਚ ਗਲਤ ਕੀ ਹੈ। ਸਿਰਫ ਜਿਹੜਾ ਅੱਜ ਅਸੀਂ ਲੜ ਰਹੇ ਹਾਂ, ਜ਼ਿਮੀਂਦਾਰ ਕਿਸਾਨ ਲੜ ਰਹੇ ਨੇ ਸਾਡੀਆਂ ਫਸਲਾਂ ਦੇ ਮੁੱਲ, ਸਾਡੇ ਪਾਣੀਆਂ ਦੇ ਮੁੱਲ, ਇਹ ਹੈ ਉਹਦੇ 'ਚ ਲਿਖਿਆ ਹੋਇਆ। ਉਹ 'ਚ ਕਿਤੇ ਖਾਲਿਸਤਾਨ ਦੀ ਗੱਲ ਨਹੀਂ ਹੈਗੀ, ਸਿਰਫ ਰਾਜਾ ਨੂੰ ਵੱਧ ਅਧਿਕਾਰ ਔਰ ਆਪਦੇ ਹੱਕ ਮੰਗੇ ਗਏ ਨੇ। ਅੱਜ ਵੀ ਅਕਾਲੀ ਦਲ ਲੋਕ ਕਦੇ ਕਦੇ ਕਹਿ ਦਿੰਦੇ ਨੇ ਵੋਟਾਂ ਦੇ ਨੇੜੇ ਆਨੰਦਪੁਰ ਦਾ ਮਤਾ। ਸੋ ਇੱਥੋਂ ਚੱਲੀ ਹੋਈ ਗੱਲ ਹੈ। ਇਸ ਚੀਜ਼ ਨੂੰ ਕੁਚਲਣ ਦੇ ਲਈ ਸਰਕਾਰ ਨੇ ਤਹਈਆ ਕੀਤਾ ਸੀ ਵੀ ਇਹਨੂੰ ਖਤਮ ਕਰਨਾ ਚੀਜ਼ ਨੂੰ। ਹੁਣ ਗੱਲ ਆ ਗਈ ਅੱਗੇ ਕਮਾਂਡਰ ਦੀ, ਜਿਹੜਾ ਇਸ ਲੜਾਈ ਦਾ, ਜੋ ਇਸ ਲੜਾਈ ਨੂੰ ਜਿਹਨੇ ਰੂਪ ਰੇਖਾ ਦਿੱਤੀ ਹੈ, ਬਾਬਾ ਜਰਨੈਲ ਸਿੰਘ ਦੇ ਨਾਲ ਸੀ ਜਰਨਲ ਸੁਬੇਗ ਸਿੰਘ। ਹੁਣ ਇਹ ਜਰਨਲ ਸੁਬੇਗ ਸਿੰਘ ਕੌਣ ਸੀ, ਪਹਿਲਾਂ ਥੋੜ੍ਹਾ ਜਿਹਾ ਮੈਂ ਉਹਦੇ ਬਾਰੇ ਦੱਸਦਾ। ਇਹ ਉਹ ਬੰਦਾ ਹੈ ਜਦੋਂ ਫੌਜਾਂ ਦੇ ਵਿੱਚ ਇਹ ਕਮਾਂਡਰ ਹੈ ਭਾਰਤੀ ਸਰਕਾਰ ਦਾ। ਜਦੋਂ ਪਾਕਿਸਤਾਨ ਨਾਲ ਜੰਗ ਹੁੰਦੀ ਹੈ, ਹਿੰਦੁਸਤਾਨ ਤੇ ਪਾਕਿਸਤਾਨ ਦੀ, ਅੱਜ ਤੱਕ ਵੀ ਪਾਕਿਸਤਾਨ ਨੂੰ ਬਹੁਤ ਦੁਸ਼ਮਣ ਦੇ ਰੂਪ 'ਚ ਪੇਸ਼ ਕੀਤਾ ਜਾਂਦਾ ਹੈ, ਕਿਉਂਕਿ ਛੋਟਾ ਹੈ, ਕਮਜ਼ੋਰ ਹੈ। ਕਮਜ਼ੋਰ ਨੂੰ ਵੱਡਾ ਦੁਸ਼ਮਣ ਬਣਾ ਕੇ ਫਿਰ ਉਹਨੂੰ ਕੁੱਟੋ ਤੇ ਆਪਣੇ ਲੋਕਾਂ ਦੀ ਐਂ ਲਓ ਵੀ ਆਹ ਸਾਡੇ ਵਾਲਿਆਂ ਦਾ ਦੇਖ ਲਓ ਕਿੱਡਾ ਕਮਾਲ ਕਰਤਾ। ਉੱਧਰ ਚੀਨ ਘੜੀ ਨਹੀਂ ਝਾਕਦੇ, ਉਹਦਾ ਚੁੱਪਚਾਪ ਹੈ ਕੰਮ, ਕਿਉਂਕਿ ਪਤਾ ਹੈ ਮੂਹਰੋਂ ਵੀ ਕੀ ਹੈ। ਉਹਦੀ ਖਬਰਾਂ ਵੀ ਟੀਵੀ 'ਤੇ ਨਹੀਂ ਆਉਂਦੀਆਂ ਉਹਦੀ ਲੜਾਈ ਦੀਆਂ ਵੀ ਉਹ ਕੀ ਕਰ ਗਿਆ। ਇਹਦੀਆਂ ਆ ਕੇ ਵੱਡਾ ਵਿਸ਼ਾਲ ਹਊਆ ਬਣਾ ਕੇ, ਡਰਾ ਕੇ, ਦੁਸ਼ਮਣ ਬਣਾ ਕੇ ਫੇਰ ਦਿਖਾਇਆ ਜਾਂਦਾ ਵੀ ਆਹ ਦੇਖੋ ਜੀ ਹੁਣ ਅਸੀਂ ਨੇ ਉਹਨਾਂ ਨਾਲ ਐਂ ਕਰਤਾ। ਇਹ ਇੱਕ ਤਰੀਕਾ ਹੁੰਦਾ। ਸੋ ਖੈਰ, ਉਹਦੇ ਨਾਲ ਲੜਾਈ ਸ਼ੁਰੂ ਹੋ ਗਈ ਪਾਕਿਸਤਾਨ ਨਾਲ। ਦੋ ਸਰਦਾਰ, ਇੱਕ ਤਾਂ ਕਮਾਂਡਰ ਇਨ ਚੀਫ ਜਰਨਲ ਜਗਜੀਤ ਸਿੰਘ ਅਰੋੜਾ, ਜਿਹੜਾ ਕਿ ਸਾਰੀਆਂ ਫੌਜਾਂ ਦਾ ਕਮਾਂਡਰ ਸੀ, ਤੇ ਜਿਹੜਾ ਜ਼ਮੀਨ 'ਤੇ ਲੜਨ ਵਾਲਾ ਸੀ ਕਮਾਂਡਰ ਸੈਕੰਡ, ਜਿਵੇਂ ਆਪਾਂ ਕਹਿੰਦੇ ਵੀ ਇੱਕ ਮਹਾਰਾਜਾ ਰਣਜੀਤ ਸਿੰਘ ਹੋ ਗਿਆ, ਦੂਜਾ ਹਰੀ ਸਿੰਘ ਨਲਵਾ ਹੋ ਗਿਆ। ਦੂਜਾ ਕਮਾਂਡਰ ਜਾਣੀ ਕਿ ਜਿਹੜਾ ਸਿੱਧੀ ਟੱਕਰ ਲੈਣ ਵਾਲਾ ਥੱਲੇ ਸੀ, ਉਹ ਸੀ ਜਰਨਲ ਸੁਬੇਗ ਸਿੰਘ। ਸੋ ਪਾਕਿਸਤਾਨ ਦੇ ਨਾਲ ਜਦੋਂ ਲੜਾਈ ਚੱਲੀ,
ਇਹਨਾਂ ਯੋਧਿਆਂ ਨੇ ਪਾਕਿਸਤਾਨ ਨੂੰ ਕੁਛ ਕੁ ਦਿਨਾਂ ਦੇ ਅੰਦਰ ਅੰਦਰ ਹਥਿਆਰ ਸੁੱਟਣ ਲਈ ਮਜਬੂਰ ਕਰਤਾ, ਜਦੋਂ ਕਿ ਅਮਰੀਕਾ ਵਰਗੀਆਂ ਵੱਡੀਆਂ ਤਾਕਤਾਂ, ਅਮਰੀਕਾ ਵਰਗੀਆਂ ਤੇ ਸ਼ਾਇਦ ਚੀਨ ਵੀ ਨਾਲ ਸੀ, ਦੋਨੋਂ ਤਾਕਤਾਂ ਪਾਕਿਸਤਾਨ ਦੇ ਨਾਲ ਨੇ। ਅਮਰੀਕਾ ਨੇ ਇੱਥੋਂ ਤੱਕ ਕਹਿਤਾ, ਕਹਿੰਦੇ ਸਿਰਫ 3 ਦਿਨ ਖੜ ਜਾ, ਹਥਿਆਰ ਨਾ ਸਿੱਟੀ, 3 ਦਿਨ ਅਸੀਂ ਚੱਲ ਪਏ। ਉਹਨਾਂ ਦਾ 7ਵਾਂ ਵੱਡਾ ਜੰਗੀ ਵੇੜਾ ਅਮਰੀਕਾ ਦਾ ਹਿੰਦ ਮਹਾਸਾਗਰ 'ਚ ਦਾਖਲ ਹੋ ਚੁੱਕਿਆ ਤੇ ਮਦਦ ਵਾਸਤੇ। ਪਰ ਇਹਨਾਂ ਯੋਧਿਆਂ ਨੇ ਇੰਨੀ ਕੁ ਤੇਜ਼ੀ ਨਾਲ ਅਟੈਕ ਕੀਤੇ ਕਿ ਉਹ 3 ਦਿਨ ਵੀ ਹੌਸਲਾ ਨਹੀਂ ਰੱਖ ਸਕੇ। ਪਾਕਿਸਤਾਨ ਦੀ 93,000 ਜਾਣੀ ਕਿ 1 ਲੱਖ ਦੇ ਨੇੜੇ ਫੌਜ, 93,000 ਫੌਜੀਆਂ ਨੇ ਜਰਨਲ ਸਵੇਗ ਸਿੰਘ ਦੇ ਸਾਹਮਣੇ ਹਥਿਆਰ ਸੁੱਟਦੇ। ਛੋਟੀ ਜੀ ਗੱਲ ਨਹੀਂ ਹੈਗੀ। ਬੰਦਾ ਤਾਂ ਇੱਕ ਨਹੀਂ ਮਾਨ ਜੇ ਖੜਾ ਹੋਵੇ। ਸਾਰਾ ਗੜੀ ਦਾ ਸਾਕਾ ਤੁਸੀਂ ਫਿਲਮ ਦੇਖੀ ਹੋਏ, ਕਿੰਨੇ ਕੁ ਤੇ 21 ਤੇ ਕੈਦ ਕਿੰਨਾ ਚਿਰ ਨਹੀਂ ਲਵੇ ਲੱਗਣ ਦਿੱਤਾ। ਚਮਕੌਰ ਦੀ ਗੜੀ ਆਪਾਂ ਦੇਖੀਏ, ਗੱਲ ਤਾਂ ਇੱਥੇ ਦੀ ਹੁੰਦੀ ਹੈ ਨਾ। ਹੁਣ ਹਥਿਆਰ ਸਿੱਟਣ ਲਈ ਉਹਨਾਂ ਨੇ ਐਲਾਨ ਕਰਤਾ ਵੀ ਅਸੀਂ ਹਥਿਆਰ ਸਿੱਟ ਰਹੇ। ਫਿਰ ਇੱਕ ਰਸਮ ਹੁੰਦੀ ਹੈ। ਮੈਂ ਤੁਹਾਨੂੰ ਇਸ ਚੀਜ਼ ਨੂੰ ਸਮਝਿਓ ਮਾੜਾ ਜਿਹਾ। ਹੁਣ ਗੱਲ ਕੀ ਆ ਰਹੀ ਹੈ, ਹਥਿਆਰ ਸੁੱਟਣ ਦੀ ਇੱਕ ਰਸਮ ਹੁੰਦੀ ਹੈ। ਪੱਤਰਕਾਰ ਆਉਂਦੇ ਨੇ, ਦੁਨੀਆ ਦਾ ਮੀਡੀਆ ਆਉਂਦਾ ਹੈ, ਭਾਵੇਂ ਉਹ ਪ੍ਰੈਕਟੀਕਲੀ ਪਹਿਲਾਂ ਡੇਗ ਚੁੱਕੇ ਨੇ। ਫਿਰ ਇੱਕ ਆਫੀਸ਼ੀਅਲੀ ਹੁੰਦਾ ਕਿ ਹੁਣ ਆਪਾਂ ਹਥਿਆਰ ਆਹ ਲਓ ਜੀ, ਉਹ ਰਿਵਾਲਵਰ ਵਗੈਰਾ ਜਾਂ ਇੱਕ ਰੂਲ ਹੁੰਦਾ ਉਹ ਸਾਹਮਣੇ ਰੱਖਦੇ ਨੇ ਕੱਢ ਕੇ ਵੀ ਅਸੀਂ ਇਹਨਾਂ ਦੇ ਸਾਹਮਣੇ ਹਥਿਆਰ ਰੱਖ ਰਹੇ ਹਾਂ ਜੀ। ਤੇ ਸਰਕਾਰ ਨੂੰ ਜਦੋਂ ਪਤਾ ਲੱਗਿਆ ਵੀ ਹਥਿਆਰ ਰੱਖ ਰਹੇ ਨੇ, ਉਹਨਾਂ ਨੇ ਕੀ ਕੀਤਾ, ਜਰਨਲ ਜਗਜੀਤ ਸਿੰਘ ਜੋ ਕਿ ਹੈੱਡ ਸੀ, ਉਹਨੂੰ ਕਹਿਤਾ ਇਹ ਚੇਂਜ ਹੋ ਗਏ। ਉਹਦੀ ਥਾਂ ਤੇ ਇੱਕ ਹਿੰਦੂ ਆਫੀਸਰ ਲਾਇਆ ਗਿਆ ਕਿ ਹਥਿਆਰ ਨੇ ਜਿਹੜੇ ਇਹਦੇ ਸਾਹਮਣੇ ਹੁਣ ਰੱਖਣਗੇ, ਤਾਂ ਕਿ ਦੁਨੀਆ ਦੀ ਪ੍ਰੈਸ ਦੇ ਸਾਹਮਣੇ ਉਹਦਾ ਚਿਹਰਾ ਆਵੇ, ਸਰਦਾਰ ਦਾ ਚਿਹਰਾ ਨਾ ਆਵੇ। AK ਨਿਆਜ਼ੀ ਉਸ ਵੇਲੇ ਫੌਜਾਂ ਦਾ ਮੁਖੀ ਸੀ ਪਾਕਿਸਤਾਨ ਦਾ। ਤੇ ਜਦੋਂ ਉਹਨੂੰ ਇਸ ਗੱਲ ਦਾ ਪਤਾ ਲੱਗਿਆ, ਉਹਨੇ ਹਥਿਆਰ ਰੱਖਣ ਤੋਂ ਮਨਾ ਕਰਤਾ। ਕਹਿੰਦਾ ਮੈਂ ਤਾਂ ਨਹੀਂ ਰੱਖਦਾ, ਤਾਂ ਲੜਾਂਗੇ, ਜਾਂ ਮਾਰ ਦਿਓ, ਗੋਲੀਆਂ ਮਾਰ ਦਿਓ, ਜੇ ਤੁਹਾਡੇ ਹੁਣ ਕੈਦ 'ਚ ਵੀ ਆ ਤਾਂ ਗੋਲੀਆਂ ਮਾਰ ਦਿਓ, ਨਹੀਂ ਲੜਾਂਗੇ। ਕਹਿੰਦਾ ਇੱਕ ਯੋਧੇ ਦੇ ਅੱਗੇ ਹਥਿਆਰ ਰੱਖਾਂਗੇ ਜੀ ਤੋਂ ਹਾਰੇ ਆ। ਮਰਦ ਦੇ ਅੱਗੇ ਮਰਦ ਰੱਖਦਾ ਸੋਹਣਾ ਲੱਗਦਾ, ਕਹਿੰਦਾ ਦੂਜਿਆਂ ਦੇ ਅੱਗੇ ਨਹੀਂ। ਦੁਬਾਰੇ ਫੇਰ ਲਿਆਂਦਾ ਗਿਆ ਜਰਨਲ ਜਗਜੀਤ ਸਿੰਘ ਨੂੰ ਵੀ ਲਓ ਜੀ ਇਹਦੇ ਅੱਗੇ ਰੱਖ ਦਿਓ। ਇੱਥੋਂ ਤੱਕ ਚਾਲਾਂ ਚੱਲੀਆਂ ਜਾਂਦੀਆਂ ਨੇ ਨੀਵਾਂ ਦਿਖਾਉਣ ਦੇ ਲਈ। ਹਥਿਆਰ ਡੇਗ ਤੇ ਪਾਕਿਸਤਾਨ ਦੇ 2 ਟੋਟੇ ਕਰਤੇ ਜਰਨਲ ਸਵੇਗ ਸਿੰਘ ਨੇ। ਬੰਗਲਾਦੇਸ਼ ਉਹਨੇ ਬਣਾਇਆ। ਕਿਸੇ ਦੇਸ਼ ਦੇ 2 ਟੋਟੇ ਕਰਨੇ ਛੋਟੀ ਜੀ ਗੱਲ ਹੈ। ਹਾਲੇ ਕਹਿੰਦੇ ਸਿੱਖ ਦੇਸ਼ ਭਗਤ ਨਹੀਂ। ਜੇ ਆਪਾਂ ਇਸ ਪਾਸੇ ਵੀ ਲਾਈਏ, ਹਿੰਦੁਸਤਾਨ ਲਈ ਕੀ ਨਹੀਂ ਕੀਤਾ, ਤੋੜਤਾ, 2 ਬਣਾਤੇ। ਠੀਕ ਹੈ ਜੀ। ਹੁਣ ਆ ਜਾਓ ਅੱਗੇ। ਫਿਲਮ ਬਣੀ ਹੈ ਇੱਕ ਉਸ ਲੜਾਈ ਤੇ, ਔਰ ਦੁਨੀਆ ਦੀ ਇਹ ਮੈਨੂੰ ਲੱਗਦਾ ਇੱਕੋ ਇੱਕ ਫਿਲਮ ਹੋਣੀ ਦੁਨੀਆ ਦੀ, ਇਕੱਲੀ ਹਿੰਦੁਸਤਾਨ ਦੀ ਨਹੀਂ, ਮੈਂ ਦੁਨੀਆ ਦੀ ਗੱਲ ਕਰ ਰਿਹਾ। ਉਸ ਫਿਲਮ ਜਿਹੜੀ ਕਿ ਇਸ ਲੜਾਈ ਤੇ ਬਣਾਈ ਗਈ ਹੈ, ਇੱਕੋ ਇੱਕ ਫਿਲਮ ਹੈ, ਔਰ ਦੁਨੀਆ ਦੀ ਇੱਕੋ ਇੱਕ ਫਿਲਮ ਹੋਣੀ ਜਿਹਦੇ ਵਿੱਚ ਹੀਰੋ ਦਾ ਮੂੰਹ ਨਹੀਂ ਦਿਖਾਇਆ ਗਿਆ, ਕਿਉਂਕਿ ਹੀਰੋ ਸਰਦਾਰ ਹੈ, ਉਹਦਾ ਮੂੰਹ ਹੀ ਨਹੀਂ ਦਿਖਾਇਆ। ਕਿੱਥੋਂ ਤੱਕ ਚਾਲਾਂ ਚੱਲ ਜਾ ਰਹੀਆਂ ਨੇ। ਅੱਗੇ ਆ ਜਾਓ। ਜਰਨਲ ਸਵੇਗ ਸਿੰਘ, ਕੋਈ ਜਗਜੀਤ ਸਿੰਘ ਨੂੰ ਇਹਦੇ ਇਵਜ਼ ਵਜੋਂ ਕੀ ਮਿਲਿਆ? ਕਦੇ ਕਿਸੇ ਨੇ ਨਾਮ ਨਹੀਂ ਲਿਆ ਉਹਦਾ, ਕਦੇ ਸੁਣਿਆ ਤੁਸੀਂ ਨੇ ਜੀ? ਕਿਸੇ ਭਾਰਤੀ ਮੀਡੀਆ ਨੇ ਕਿਹਾ ਹੋਵੇ ਵੀ ਉਸ ਯੋਧੇ ਨੇ ਆਹ ਕਰਿਆ, ਵੀ ਬੰਗਲਾਦੇਸ਼ ਪਾਕਿਸਤਾਨ ਦੇ 2 ਟੋਟੇ ਕਰਨ ਵਾਲਾ ਹੋਇਆ ਨਾ। ਪਰ ਬੰਗਲਾਦੇਸ਼ ਦੀ ਜਿਹੜੀ ਆਜ਼ਾਦੀ ਦਿਵਸ ਹੈ, ਹਰੇਕ ਸਾਲ ਜਰਨਲ ਜਗਜੀਤ ਸਿੰਘ ਨੂੰ ਉਹ ਬੁਲਾਉਂਦੇ ਰਹੇ ਤੇ ਮੁੱਖ ਕੁਰਸੀ ਤੇ ਬਿਠਾ ਕੇ ਸਨਮਾਨ ਕਰਦੇ ਨੇ ਹਰ ਸਾਲ। ਆ ਕੁਛ ਸਾਲੇ ਹੋਏ ਨੇ ਉਹਨਾਂ ਨੂੰ ਚੜ੍ਹਾਈ ਕਰਿਆ ਨੂੰ। ਬੰਗਲਾਦੇਸ਼ ਵਾਲੇ ਨਹੀਂ ਭੁੱਲੇ ਉਹਨੂੰ ਵੀ ਇਹਨੇ ਸਾਡਾ ਦੇਸ਼ ਬਣਾ ਕੇ ਦਿੱਤਾ ਹੈ, ਪਰ ਸਾਡੇ ਵਾਲਿਆਂ ਨੇ ਨਾਂ ਨਹੀਂ ਲਿਆ। ਹਾਂ, ਉਹਦਾ ਕਿਤੇ ਹੁਣ ਬਹੁਤਾ ਵੱਡਾ ਨਾਮ ਨਾ ਜੇ, ਜਦੋਂ ਜਿੱਤ ਕੇ ਗਿਆ ਮਿਲਨੇ ਤਾਂ ਵੱਡੇ ਵੱਡੇ ਰੁਤਬੇ ਔਰ ਹੋਰ ਮਾਨ ਸਨਮਾਨ ਚਾਹੀਦੇ, ਤੇ ਉਹਨੂੰ ਫੜਾਇਆ ਰਿਟਾਇਰਮੈਂਟ ਦਾ ਆਰਡਰ ਵੀ ਚਲੋ ਬਾਬਾ ਜੀ ਘਰ ਨੂੰ, ਨਿਬੜ ਗਿਆ ਤੁਹਾਡਾ ਕੰਮ। ਸੈਕਿੰਡ ਵਾਰੀ ਆਉਂਦੀ ਸੀ ਕਮਾਂਡਰ ਇਨ ਚੀਫ ਬਣਨ ਦੀ ਜਰਨਲ ਸਵੇਗ ਸਿੰਘ ਦੀ, ਕਿਉਂਕਿ ਇਹ ਸੀਨੀਅਰ ਵੀ ਔਰ ਐਡਾ ਬੜਾ ਕਾਰਜ ਵੀ ਕਰਿਆ ਤੇ। ਹੁਣ ਦੇਖਣ ਵੀ ਇਹਦੀ ਉਮਰ ਨਹੀਂ, ਇਹਦੇ ਨਾਲ ਕੀ ਕਰੀਏ। ਤਾਂ ਇਸ ਬੰਦੇ ਨੂੰ ਤੌਹਮਤ ਲਾਈ ਗਈ ਚੋਰੀ ਦੀ। ਇੱਕ ਜੀਪ ਤੇ ਪਾਕਿਸਤਾਨ ਚੋਂ ਚੋਰੀ ਕੀਤੀ ਹੈ, ਪਾਕਿਸਤਾਨ ਚੋਂ ਜਾਂ ਲੜਾਈ ਚੋਂ ਕਿਤੋਂ ਵੀ। ਜਾਊਂਗਾ ਜੀਪ ਕਿੰਨੇ ਦੀ ਹੋਊਗੀ? 20-30 ਹਜ਼ਾਰ ਦੀ ਉਹਨਾਂ ਟਾਈਮਾਂ 'ਚ। ਉਹ ਜੀਪ ਕਹਿੰਦੇ ਤਾਂ ਚੋਰੀ ਕਰੀ ਹੈ। ਕੋਰਟ ਮਾਰਸ਼ਲ ਕੀਤਾ ਗਿਆ ਇਸ ਬੰਦੇ ਦਾ, ਅੰਦਾਜ਼ਾ ਲਾ ਲਿਓ। ਤੇ ਕਰੋੜਾਂ ਅਰਬਾਂ ਦੇ ਗਬਨ ਕਰਨ ਵਾਲਿਆਂ ਨੂੰ ਨਹੀਂ ਕੁਛ ਕਿਹਾ ਜਾਂਦਾ। ਇਸ ਬੰਦੇ ਨੂੰ ਜਿਹਨੇ ਐਡੀ ਬਹਾਦਰੀ ਕਰੀ ਹੋਵੇ, ਇਹਦੇ ਕੋਰਟ ਮਾਰਸ਼ਲ ਕੀਤਾ। ਕਿੰਨੇ ਸਾਲ ਕੋਰਟ ਕਚਹਿਰੀਆਂ 'ਚ ਫਿਰਿਆ ਆਪਦਾ ਹੱਕ ਲੈਣ ਦੇ ਲਈ ਵੀ ਮੇਰੇ ਨਾਲ ਧੱਕਾ ਹੋਇਆ ਜੀ, ਮੈਂ ਕੁਛ ਨਹੀਂ ਇਹੋ ਜਿਹਾ ਕਰਿਆ, ਇਨਸਾਫ ਨਹੀਂ ਮਿਲਿਆ। ਦਰ ਰੁਲਦਾ ਫਿਰਿਆ, ਰਾਸ਼ਟਰਪਤੀ ਤੱਕ ਪਹੁੰਚਾਂ ਕੀਤੀਆਂ, ਕਿਸੇ ਨੇ ਨਹੀਂ ਸੁਣੀ, ਕਿਉਂਕਿ ਸੁਣਨੀ ਉਹ ਨਹੀਂ ਤੀ, ਪਤਾ ਹੀ ਤੀ ਵੀ ਸੁਣਨੀ ਨਹੀਂ।
ਕੋਸ਼ਿਸ਼ ਕਰ ਲਈ, ਹਾੜੇ ਕੱਢ ਲਏ, ਸਭ ਕੁਝ ਕਰ ਲਿਆ। ਜਦੋਂ ਕੁਛ ਵੀ ਹੀਲਾ ਨਾ ਹੋਇਆ, ਫਿਰ ਕਲਗੀਧਰ ਪਾਤਸ਼ਾਹ ਦੇ ਚਰਨਾਂ 'ਚ ਅਰਦਾਸ ਕਰਕੇ ਇਨਸਾਫ ਲਈ ਦਰਬਾਰ ਸਾਹਿਬ, ਅਕਾਲ ਤਖ਼ਤ ਸਾਹਿਬ ਅਰਦਾਸ ਕੀਤੀ ਹੈ। ਫਿਰ ਜਦੋਂ ਗੌਰ ਕੀਤੀ ਤਾਂ ਬਾਬਾ ਜਰਨੈਲ ਸਿੰਘ ਕੋਲੇ ਆ ਗਿਆ ਸੀ। ਇੰਨਾ ਤੰਗ ਕਰਕੇ ਸਤਾਏ ਹੋਏ ਬੰਦੇ ਹੀ ਆਏ, ਤੇ ਖੁਸ਼ੀ ਨਾਲ ਕੌਣ ਮਰਨ ਨੂੰ ਕਿਸੇ ਦਾ ਜੀ ਕਰਦਾ। ਆਇਆ ਉੱਥੇ ਫਿਰ ਆਪਦੀਆਂ ਸੇਵਾਵਾਂ ਇਹਨੇ ਦਿੱਤੀਆਂ ਸੀ। ਮਹਾਰਾਜ ਬਾਬਾ ਜੀ ਹੁਣ ਤੁਹਾਡੇ ਨਾਲ ਆ ਬਸ। ਤੇ ਫੌਜ ਡਰਦੀ ਵੀ ਇਹਦੇ ਤੋਂ ਵੀ ਜਿਹੜੇ ਬੰਦੇ ਨੇ ਉੱਥੇ ਆਹ ਹਾਲਤ ਕੀਤੀ ਹੈ, ਸਾਡਾ ਕੀ ਕਰੂ। ਜਿਹੜਾ ਫੌਜਾਂ ਦਾ ਮੁਖੀ ਸਿਨਹਾ, ਉਹ ਆਪਦੀ ਕਿਤਾਬ ਦੇ ਵਿੱਚ, ਸਿਨਹਾ ਆਪਣੀ ਕਿਤਾਬ 'ਚ ਇਹ ਗੱਲ ਲਿਖਦਾ ਹੈ ਕਿ ਫੌਜਾਂ ਨੂੰ ਸਭ ਤੋਂ ਵੱਧ ਡਰ ਤੇ ਜਿਹੜਾ, ਔਰ ਬਰਾੜ ਵੀ ਲਿਖਦਾ ਹੈ ਕਿ ਉਹ ਅੰਦਰ ਬੈਠੇ ਉਸੇ ਖਤਰਨਾਕ ਜਰਨਲ ਸੁਭੇਗ ਸਿੰਘ ਤੋਂ ਦੇ, ਵੀ ਉਹ ਕੁਛ ਵੀ ਕਰ ਸਕਦਾ ਹੈ। ਸੋ ਗੱਲ ਹੁਣ ਆਪਾਂ ਕਈ ਲੜਾਈ ਦਾ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਵੀ ਹੋਈ ਕਿਵੇਂ ਹੋਈ, ਕਿਉਂ ਹੋਈ। ਮੈਂ ਸਿਰਫ ਉਹ ਗੱਲਾਂ ਜਿਹੜੀਆਂ ਕਿ ਆਪਣੇ ਤੱਕ ਹਲੇ ਨਹੀਂ ਪਹੁੰਚੀਆਂ, ਥੋੜ੍ਹੀ ਜਿਹੀ ਉਹਨਾਂ ਦੀ ਸਾਂਝ ਕਰਨੀ ਚਾਹ ਰਿਹਾ। ਪਹਿਲੀ ਗੱਲ, ਇਹ ਅਟੈਕ ਦੀ ਜਿਹੜੀ 2 ਬੰਦਿਆਂ ਦੀ ਮੈਂ ਐਗਜ਼ਾਮਪਲ ਤੁਹਾਨੂੰ ਦੇਣੀ ਚਾਹੁੰਦਾ। ਅਟੈਕ ਹੋਇਆ ਕਿਉਂ ਹੈ, ਇੰਦਰਾ ਗਾਂਧੀ ਦੀ ਮੌਤ ਕਿਉਂ ਹੋਈ ਹੈ। ਅਟੈਕ ਹੈ ਜਿਹੜਾ, ਇਹਦੇ ਪਿੱਛੇ ਪਲੈਨਿੰਗ ਤਿਆਰ ਕੀਤੀ ਗਈ। ਇੱਕ ਤਾਂ ਮੋਰਚੇ, ਇੰਦਰਾ ਗਾਂਧੀ ਦੀ ਬਦਨਾਮੀ ਪੂਰੇ ਦੇਸ਼ 'ਚੋਂ, ਜਦੋਂ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਤੀ ਸੀ ਨਾ, ਪੂਰੇ ਦੇਸ਼ 'ਚੋਂ ਜਿਹੜੇ ਭਾਜਪਾ ਵਾਲੇ ਜਾਂ RSS ਵਾਲੇ ਦੇ ਨਹੀਂ ਖੁੱਡਿਆਂ 'ਚੋਂ ਨਿਕਲੇ। ਤੇ ਆਹ ਮੋਦੀ ਲੁਕਿਆ ਫਿਰਦਾ ਸੀ ਪੰਜਾਬ 'ਚ, ਲੁਕੇ ਇਹਦੀਆਂ ਫੋਟੋਆਂ ਜਾਰੀ ਹੋਈਆਂ ਨੇ। ਇਹ ਬਾਹਰ ਨਹੀਂ ਆਏ ਐਮਰਜੈਂਸੀ 'ਚ, ਸਿਰਫ ਅਕਾਲੀ ਆਏ। ਤੇ ਅਕਾਲੀਆਂ ਨੇ ਉਹਦੇ ਖਿਲਾਫ ਮੋਰਚਾ ਖੋਲ੍ਹਿਆ, ਉਹਦੀ ਬਦਨਾਮੀ ਕਰੀ। ਜੇਲ੍ਹ ਭਰੋ ਅੰਦੋਲਨ ਚੱਲਿਆ ਸੀ। ਐਂ ਸਮਝ ਲਓ ਵੀ ਜੇਲ੍ਹਾਂ ਭਰ ਕੇ ਖਤਮ ਹੋ ਗਈਆਂ ਸੀ। ਲੋਕਾਂ ਨੂੰ ਆਮ ਖੁੱਲੀਆਂ ਥਾਵਾਂ 'ਚ, ਖੇਤਾਂ 'ਚ ਰੱਸੇ ਮਾਰ ਕੇ ਆਲੇ ਦੁਆਲੇ ਕਹਿਤਾ, ਯਾਰ ਇੱਥੇ ਬਹਿ ਜਾਓ ਬਸ, ਆਹ ਜੇਲ੍ਹ ਹੈ ਤੁਹਾਡੀ, ਸਾਡੇ ਕੋਲੇ ਹੋਰ ਜੇਲ੍ਹ ਨਹੀਂ। ਜੇਲ੍ਹਾਂ ਮੁੱਕ ਗਈਆਂ ਤੀਆਂ। ਉਹ ਟੈਂਪਰੇਰੀ ਜੇਲ੍ਹਾਂ 'ਚ ਰੱਖੇ ਗਏ। ਇੰਨਾ ਕੁ ਫਿਰ ਦੁਨੀਆ 'ਚ ਫੈਲ ਗਈ ਗੱਲ। ਇੰਦਰਾ ਗਾਂਧੀ ਪਰੇਸ਼ਾਨ ਹੋ ਗਈ। ਉਹਨੇ ਫਿਰ ਇਹ ਮਨ ਬਣਾ ਲਿਆ ਸੀ ਕਿ ਮੈਂ ਇਹਨਾਂ ਨੂੰ ਸਿੱਖਾਂ ਨੂੰ ਸਬਕ ਸਿਖਾਉਣਾ ਹੈ। ਅਸਲ ਵਿੱਚ ਇਹ ਅਟੈਕ ਸਬਕ ਸਿਖਾਉਣ ਲਈ ਸੀ। ਭਿੰਡਰਾਂਵਾਲੇ ਦਾ ਰੋਲ ਨਹੀਂ ਸੀ ਇਹਦੇ 'ਚ। ਸਬਕ ਸਿਖਾਉਣ ਲਈ ਅਟੈਕ ਸੀ। ਉਹ ਤਾਂ ਉਹਦੀ ਅਜ਼ਮਤ ਲਈ ਆਇਆ ਕਿ ਠੀਕ ਹੈ, ਜੇ ਤੁਸੀਂ ਹੁਣ ਸਬਕ ਸਿਖਾਉਣ ਲਈ ਸੋਚੇ ਲਈ ਕਿ ਇਹਨੂੰ ਮਲੀਆ ਮੇਟ ਕਰਨਾ, ਫਿਰ ਜਿੰਨਾ ਕੁ ਰੁਕੂਗਾ ਭਾਈ ਰੋਕਾਂਗੇ। ਔਰ ਇਹ ਵੀ ਤੁਹਾਨੂੰ ਦੱਸਦਾ, RTI 'ਚ ਖੁਲਾਸਾ ਹੋ ਚੁੱਕਿਆ ਭਿੰਡਰਾਂਵਾਲੇ ਤੇ ਇੱਕ ਵੀ ਕੇਸ ਦਰਜ ਨਹੀਂ। ਔਰ ਇੱਕ ਹਿੰਦੂ ਵਕੀਲ ਨੇ, ਭਰਾ ਨੇ, ਇਹ RTI ਪਾਈ ਸੀ ਕਿ ਮੈਨੂੰ ਪਤਾ ਲੱਗੇ ਕਿ ਭਿੰਡਰਾਂਵਾਲੇ ਤੇ ਕਿਹੜੇ ਕਿਹੜੇ ਚਾਰਜ ਲੱਗੇ ਹੋਏ ਤੇ ਕੀ ਕੀ ਕੇਸ ਤੇ। RTI 'ਚ ਖੁਲਾਸਾ ਹੋਇਆ, ਉਹਦੀ ਮੌਤ ਤੱਕ ਇੱਕ ਸਿੰਗਲ ਕੇਸ ਕਿਸੇ ਥਾਣੇ 'ਚ ਦਰਜ ਨਹੀਂ ਹੈਗਾ ਬੰਦੇ ਤੇ। ਤੁਸੀਂ ਉਹਨੂੰ ਅੱਤਵਾਦੀ ਕਹਿ ਰਹੇ ਹੋ। ਸੋ ਗੱਲਾਂ ਨੇ ਜਿਹੜੀਆਂ, ਮੈਂ ਦੇਖੋ ਵਿਚਾਰਕ ਮਤਭੇਦ ਨੇ। ਭਿੰਡਰਾਂਵਾਲੇ ਨਾਲ ਮੇਰੇ 1000 ਹੋ ਸਕਦੇ ਨੇ, ਟਕਸਾਲ ਨਾਲ ਤਾਂ ਹੈ ਹੀ ਹੈ ਬਹੁਤ ਜ਼ਿਆਦਾ, ਇਹ 'ਚ ਕੋਈ ਦੋ ਰਾਮਾ ਨਹੀਂ। ਇਹ ਕਿਸੇ ਨਾਲ ਵੀ, ਤੁਹਾਡੇ ਜਿਹੜੇ ਮੈਨੂੰ ਸੁਣ ਰਹੇ ਹੋ, ਤੁਹਾਡੇ ਕਿਹੜਾ ਜ਼ਰੂਰੀ ਹੈ ਕਿ ਮੇਰੇ ਨਾਲ ਸਹਿਮਤ ਹੋਵੋ। ਵਿਚਾਰਕ ਮਤਭੇਦ ਹੋਣਾ ਇੱਕ ਵੱਖਰੀ ਗੱਲ ਹੈ, ਪਰ ਇੱਕ ਸੂਰਮਤਾਈ, ਇੱਕ ਸੈਪਰੇਟ ਹੈ, ਉਹਨੂੰ ਅਸੀਂ ਕਿਵੇਂ ਭੁਲਾ ਸਕਦੇ ਹਾਂ। ਵਿਚਾਰਾਂ ਦਾ ਅਲੱਗ ਹੋਣਾ ਜਿਉਂਦੇ ਬੰਦਿਆਂ ਦੀ ਨਿਸ਼ਾਨੀ ਹੁੰਦੀ ਹੈ। ਮੁਰਦਿਆਂ ਦੇ ਵਿਚਾਰ ਹੋ ਸਕਦੇ ਨੇ ਇੱਕੋ ਜਿਹੇ ਹੋਣ, ਕਿਉਂਕਿ ਚੁੱਪ ਕਰੇ ਪਏ ਨੇ। ਉਹਨਾਂ ਦੀ ਕਿਹੜਾ ਕੋਈ ਬੋਲ ਕੇ ਦੱਸਣਾ ਵੀ ਸਾਡਾ ਵਿਚਾਰ ਹੈ ਜਾਂ ਇੱਥੇ ਪੈਣਾ ਉੱਥੇ ਪੈਣਾ। ਜਿਉਂਦੇ ਬੰਦੇ ਨੇ ਜਿਹੜੇ, ਜਿਨ੍ਹਾਂ ਦਾ ਦਿਮਾਗ ਚੱਲਦਾ, ਉਹ ਤਾਂ ਨੈਚੁਰਲੀ ਆਪਦੇ ਤਰੀਕੇ ਨਾਲ ਹਰ ਬੰਦਾ ਸੋਚੂਗਾ, ਤੇ ਸੋਚਣਾ ਚਾਹੀਦਾ ਵੀ ਹੈ। ਸੋ ਖੈਰ, ਆਪਾਂ ਗੱਲ ਅੱਗੇ ਕਰੀਏ। ਇਹ ਢੰਗ ਸੀ, ਇੱਕ ਪਲੈਨਿੰਗ ਬਣਾਈ ਗਈ ਸਿੱਖਾਂ ਨੂੰ ਸਬਕ ਸਿਖਾਉਣ ਲਈ। ਹੁਣ ਆਮ ਤੌਰ 'ਤੇ ਦੂਜਾ ਕੁਐਸਚਨ ਸਾਨੂੰ ਇਹੀ ਆਉਂਦਾ, ਕਿਉਂਕਿ ਮੈਂ ਇਹਦੇ 'ਤੇ ਹਲੇ ਡੀਪਲੀ ਇਸ ਲੜਾਈ 'ਤੇ ਜ਼ਿਆਦਾ ਹੀ ਨਹੀਂ ਜਾ ਰਿਹਾ, ਕਿਉਂਕਿ ਹਲੇ ਬਹੁਤ ਸਾਰੀਆਂ ਨਵੀਆਂ ਬੁੱਕਸ ਮੈਂ ਵੀ ਪੜ੍ਹਨ ਵਾਲੀਆਂ ਨੇ। ਹੋਰ ਵੀ ਨੌਲੇਜ ਲੈ ਕੇ ਇਹਦੇ 'ਤੇ ਆਪਾਂ ਇੱਕ ਵੱਖਰਾ ਐਪੀਸੋਡ ਕਰਾਂਗੇ। ਥੋੜ੍ਹਾ ਜਿਹਾ ਮੈਨੂੰ ਸਮਾਂ ਦਿਓ ਅਤੇ ਉਹਦੇ 'ਤੇ ਆਪਾਂ ਆਵਾਂਗੇ। ਮੈਂ ਬਰੀਫਲੀ ਜਾਂ ਤੁਹਾਡਾ ਸਾਂਝ ਕਰਕੇ ਅੱਗੇ ਤੁਰਦੇ ਹਾਂ। ਜਦੋਂ ਅਟੈਕ, ਇੰਦਰਾ ਗਾਂਧੀ ਦੀ ਮੌਤ ਹੁੰਦੀ ਹੈ, ਮਾਰੀ ਜਾਂਦੀ ਹੈ, ਤਾਂ ਆਮ ਇਹੀ ਰੌਲਾ ਪਿਆ ਗਿਆ। ਅੱਜ ਤੱਕ ਸਾਡੇ ਪ੍ਰਚਾਰਕਾਂ ਨੇ ਵੀ, ਸਾਡੇ ਲੇਖਕਾਂ ਨੇ ਵੀ, ਜ਼ਿਆਦਾਤਰ ਨੇ ਇਹੀ ਗੱਲ ਨੂੰ ਦੱਸਿਆ ਕਿ ਇੰਦਰਾ ਗਾਂਧੀ ਨੇ ਦਰਬਾਰ ਸਾਹਿਬ 'ਤੇ ਅਟੈਕ ਕੀਤਾ ਸੀ ਤੇ ਠੋਕਤੀ, ਮਾਰਤੀ। ਸਾਨੂੰ ਇਹੀ ਪ੍ਰਚਾਰਿਆ ਗਿਆ, ਆਹੀ ਦੱਸਿਆ ਗਿਆ ਤੇ ਆਹੀ ਸੁਣਾਇਆ ਗਿਆ। ਕਿਉਂਕਿ ਉਹੀ ਗੱਲ ਹੈ ਵੀ ਸਾਡੇ ਜੇ ਪ੍ਰੋਬਲਮ ਹੈ, ਅਸੀਂ ਉਸ ਡੂੰਘਾਈ ਤੱਕ ਜਾਂਦੇ ਨਹੀਂ। ਜਿਵੇਂ ਆਪਾਂ ਗੱਲ ਕਰ ਰਹੇ ਸੀ ਗੁਰੂ ਸਾਹਿਬਾਨਾਂ ਦੀਆਂ ਸਿੱਖਿਆਵਾਂ, ਬਾਬਾ ਬੰਦਾ ਸਿੰਘ ਬਹਾਦਰ ਜੀ ਨੇ ਕਿ ਉਹ ਕਾਰਜ ਕੀਤੇ ਕਿ ਰਹੇ ਰੱਬ ਦਾ ਨਾਂ। ਬੰਦਾ ਸਿੰਘ ਬਹਾਦਰ ਨੇ ਇੱਕ ਨਵਾਂ ਯੁੱਗ ਦੀ ਸ਼ੁਰੂਆਤ ਕੀਤੀ ਭਾਵੇਂ ਦਸ਼ਮੇਸ਼ ਪਿਤਾ ਨੇ ਹੈ, ਪਰ ਉਹਨੂੰ ਇੱਕ ਪਾਤਰ ਬਣਾ ਕੇ ਸਾਡੇ ਸਾਹਮਣੇ ਪਾਤਸ਼ਾਹ ਨੇ ਪੇਸ਼ ਕਰਤਾ ਕਿ ਇਹਨੇ ਕੀਤੀ ਹੈ। ਹੁਣ ਇਹਨਾਂ ਲੜਾਈਆਂ ਦੀ ਇੱਕ ਮੈਂ ਛੋਟੀ ਜਿਹੀ ਐਗਜ਼ਾਮਪਲ ਦੇਣੀ ਚਾਹੁੰਦਾ ਤੁਹਾਨੂੰ, ਮੇਰੇ ਯਾਦ ਆ ਗਈ, ਭਾਵੇਂ ਉਹ ਬਾਬਾ ਜਰਨੈਲ ਸਿੰਘ ਹੋਰਾਂ ਦੀ ਹੈ। ਐਗਜ਼ਾਮਪਲ ਕਿਵੇਂ ਹੈ ਕਿ ਜਦੋਂ ਅਸੀਂ ਮਹਾਭਾਰਤ ਦਾ ਸੀਨ ਦੇਖਦੇ ਹਾਂ ਨਾ, ਕਰਨ ਔਰ ਅਰਜਨ ਦੀ ਲੜਾਈ ਹੁੰਦੀ ਹੈ। ਮੈਂ ਉਹਨਾਂ ਦੀ ਵਿਸਾਖੀ ਸੁਣਾ ਰਿਹਾ।
ਇਹਦੇ 'ਚ ਮੇਰਾ ਕੋਈ ਕਟਾਕਸ਼ ਨਹੀਂ ਹੈਗਾ ਤੇ ਨਾ ਮੈਂ ਇਹਦੇ 'ਚ ਕੋਈ ਕਮੈਂਟ ਕਰ ਰਿਹਾ, ਸਿਰਫ ਸਮਝਣ ਵਾਲੀ ਗੱਲ ਹੈ। ਉਹ ਉਸ ਥਾਂ ਤੇ ਪਹੁੰਚਣਾ ਚਾਹੁੰਦਾ ਮੈਂ ਜਿੱਥੇ ਬਾਬਾ ਜਰਨੈਲ ਸਿੰਘ ਹੋਰਾਂ ਦੀ ਗੱਲ ਤੇ ਕਰਨ ਤੇ ਅਰਜੁਨ ਦੀ ਲੜਾਈ ਹੁੰਦੀ ਹੈ। ਤੁਹਾਨੂੰ ਪਤਾ ਹੈ ਕਿ ਅਰਜੁਨ ਦਾ ਜਿਹੜਾ ਰਥਵਾਨ ਸੀ, ਡਰਾਈਵਰ ਕ੍ਰਿਸ਼ਨ ਸੀ, ਉਹਦਾ ਰਥ ਉਹ ਚਲਾਉਂਦਾ ਸੀ। ਤੇ ਇਹ ਵੀ ਪਤਾ ਕਿ ਉਹ ਕਿਸ ਲੈਵਲ ਦਾ ਬੰਦਾ ਸੀ। ਜਦੋਂ ਲੜਾਈ ਹੋ ਰਹੀ ਹੈ, ਕਹਿੰਦੇ ਜਦੋਂ ਅਰਜਨ ਨੇ ਤੀਰ ਮਾਰਿਆ ਕਰਨ ਦੇ ਰਥ ਤੇ ਕਰਨ ਦਾ ਰਥ 70 ਕੋਹ, ਦੇਖੋ ਉਹਨਾਂ ਦੀ ਕਹਾਣੀ ਹੈ। ਇਹਦੇ 'ਚ ਇਹ ਨਹੀਂ ਆਪਾਂ ਕਹਿਣਾ ਵੀ ਉਹਨਾਂ ਨੇ ਘੱਟ ਹੈ ਵੱਧ ਹੈ ਵੀ ਕਿੰਨਾ ਕਰਿਆ। 70 ਕੋਹ ਕਈ 100 ਮੀਲ ਬਣ ਜਾਂਦਾ, ਇਹ 100 ਮੀਲ ਤੋਂ ਮਤਲਬ ਉੱਪਰ ਬਣ ਜਾਂਦਾ, ਪਰ ਚਲੋ ਉਹਨਾਂ ਮੁਤਾਬਕ 70 ਕੋਹ ਉਹਦਾ ਰਥ ਲੋਟਣੀਆਂ ਖਾਂਦਾ ਗਿਆ ਕਰਨ ਦਾ ਜਦੋਂ ਅਰਜਨ ਨੇ ਤੀਰ ਮਾਰਿਆ। ਕਾਫੀ ਚਿਰ ਕਹਿੰਦਾ ਉੱਠਿਆ, ਕੱਪੜੇ ਕੁੱਪੜੇ ਝਾੜੇ, ਰਥ ਸੈੱਟ ਕੀਤਾ, ਦੁਬਾਰੇ ਫੇਰ ਲੈ ਕੇ ਆਇਆ ਰਥ ਨੂੰ, ਅਰਜਨ ਦੇ ਸਾਹਮਣੇ ਆਇਆ। ਹੁਣ ਉਹਦੀ ਵਾਰੀ ਸੀ ਤੀਰ ਚਲਾਉਣ ਦੀ, ਉਹਨੇ ਖਿੱਚ ਕੇ ਤੀਰ ਚਲਾਇਆ ਤਾਂ ਅਰਜਨ ਦਾ ਜਿਹੜਾ ਰਥ ਸੀ ਉਹ 3 ਕਦਮ, ਆਪਣੀਆਂ 3 ਡਿੰਗਾਂ ਜਿਹੜੀਆਂ ਆਪਾਂ ਤੁਰਦੇ ਹਾਂ, 3 ਕਦਮ ਪਿੱਛੇ ਹਟਿਆ। ਦੇਵਤਿਆਂ ਨੇ ਫੁੱਲ ਬਰਸਾਏ, ਜੈ ਜੈਕਾਰ ਕੀਤੀ, ਮਹਾਵੀਰ ਕਰਨ ਤੇਰੀ ਜੈ ਹੋ, ਮਹਾਵੀਰ ਕਰਨ ਅਮਰ ਰਹੇ ਤੇਰੀ ਜੈ ਹੋ। ਅਰਜਨ ਉੱਤੇ ਦੇਖਦਾ ਵੀ ਭੁਲੇਖਾ ਲੱਗ ਗਿਆ ਸ਼ਾਇਦ ਇਹਨਾਂ ਨੂੰ ਵੀ ਕੰਮ ਤਾਂ ਮੈਂ ਵੱਡਾ ਕਰਿਆ ਤੇ ਹੋਰ ਪਾਸੇ ਚੱਲ ਪਏ। ਉਹਨੇ ਫੇਰ, ਉਹਦੀ ਵਾਰੀ ਆਈ, ਉਹਨੇ ਫੇਰ ਤੀਰ ਖਿੱਚਿਆ, ਫੇਰ ਖਿੱਚ ਕੇ ਚਲਾਇਆ। 70 ਕੋਹ ਦਾ ਫੇਰ ਰਥ ਗਿਆ ਲੋਟਣੀਆਂ ਖਾਂਦਾ, ਖਿੰਡ ਗਿਆ ਰਥ ਵਿਚਾਰੇ ਦਾ। ਉਹਨੇ ਫੇਰ ਖੜਾ ਹੋਇਆ, ਰੱਸੀਆਂ ਰੁੱਸੀਆਂ ਕਸੀਆਂ, ਘੋੜੇ ਘਾੜੇ ਫੇਰ ਜੋੜੇ ਰਥ 'ਚ, ਫੇਰ ਅੱਗੇ ਆਇਆ। ਆ ਕੇ ਉਹਦੀ ਵਾਰੀ ਆਈ, ਫੇਰ ਉਹਨੇ ਤੀਰ ਮਾਰਿਆ 3 ਕਦਮ, ਫੇਰ ਅਰਜਨ ਦਾ ਤੀਰ ਰਥ ਪਿੱਛੇ ਗਿਆ। ਦੇਵਤਿਆਂ ਨੇ ਫੇਰ ਫੁੱਲ ਬਰਸਾਏ, ਮਹਾਵੀਰ ਕਰਨ ਤੇਰੀ ਜੈ, ਮਹਾਵੀਰ ਕਰਨ ਤੇਰੀ ਜੈ, ਜੈ ਜੈਕਾਰਾਂ ਹੋ ਗਈਆਂ। ਅਰਜਨ ਫੇਰ ਦੇਖਦਾ ਵੀ ਇਹ ਗੱਲ ਹੋ ਕੀ ਰਹੀ ਹੈ, ਵੀ ਗੜਬੜ ਹੈ ਕਿਤੇ ਨਾ ਕਿਤੇ, ਵੀ ਜੈ ਜੈਕਾਰ ਮੇਰੀ ਹੋਣੀ ਚਾਹੀਦੀ ਹੈ, ਮੈਂ ਪੁਆਟਣੀਆਂ ਖਿਲਾਦਾ ਨਾਲ ਦੀਆਂ। ਉਹਨੇ ਫੇਰ ਗੁੱਸੇ 'ਚ ਆ ਕੇ ਰਸਤਾ ਖਿੱਚ ਕੇ ਤੀਰ ਚਲਾਇਆ, 70 ਕੋਹ ਫੇਰ ਮਾਰਿਆ। ਕਰਨ ਫੇਰ ਖੜਾ ਹੋਇਆ, ਕੱਪੜੇ ਕੁੱਪੜੇ ਪਾਟੇ ਹੋਏ ਵਿਚਾਰੇ ਦੇ, ਆਪਦਾ ਮੁਕਟ ਮਕਟ ਸੈੱਟ ਕਰਿਆ, ਸਮਾਨ ਸਮੂਨ ਚੱਕਿਆ, ਰਥ 'ਚ ਲੱਦਿਆ, ਫੇਰ ਅੱਗੇ ਆਇਆ, ਫੇਰ ਤੀਰ ਚਲਾਇਆ, 3 ਕਦਮ ਫੇਰ ਪਿੱਛੇ ਗਿਆ। ਦੇਵਤਿਆਂ ਨੇ ਫੇਰ, ਤੇ ਕਹਿੰਦੇ ਕ੍ਰਿਸ਼ਨ ਵੀ ਅਸ਼ ਕਰ ਉੱਠਿਆ, ਕਹਿੰਦਾ ਵਾਹ ਕਰਨ ਵਾਹ। ਉਹਨੇ ਜਦੋਂ ਦੇਖਿਆ ਵੀ ਕ੍ਰਿਸ਼ਨ ਵੀ ਵਾਹ ਵਾਹ ਕਰ ਰਿਹਾ, ਅਰਜਨ ਨੇ ਤੀਰ ਸਿੱਟਤੇ, ਕਹਿੰਦਾ ਯਾਰ ਤਾਂ ਸਿੱਧੀ ਉਹ ਪਾਰਸ਼ੈਲਿਟੀ, ਧੱਕਾ ਹੀ ਹੋ ਰਿਹਾ। ਮੇਰਾ ਤਾਂ ਦੇਖੋ ਮੈਂ ਮਾਰਦਾ 70 ਕੋਹ, ਇਹ 3 ਕਦਮ ਪਰਾਂ ਕਰਦਾ, ਤੁਸੀਂ ਇਹਦਾ ਜੈ ਜੈਕਾਰ ਕਰੀ ਜਾਂਦੇ ਹੋ ਤੇ ਮੇਰੇ ਬਾਰੇ ਤੁਸੀਂ ਬੋਲਦੇ ਵੀ ਨਹੀਂ। ਮੈਂ ਤਾਂ ਲੋਟਣੀਆਂ ਖਵਾਤੀਆਂ ਉਹਨੂੰ। ਇਹ ਤਾਂ ਸਾਰੇ ਆਮ ਪਾਰਸ਼ੈਲਿਟੀ ਨਹੀਂ। ਕ੍ਰਿਸ਼ਨ ਕਹਿੰਦੇ ਹੱਸ ਪਿਆ, ਕਹਿੰਦੇ ਅਰਜਨ ਦੇਖਣਾ ਚਾਹੁੰਦਾ ਵੀ ਉਹਦੀ ਜੈ ਜੈਕਾਰ ਕਿਉਂ ਹੋ ਰਹੀ ਹੈ? ਕਹਿੰਦਾ ਜੀ ਦਿਖਾਓ, ਨਹੀਂ ਆਪਾਂ ਨਹੀਂ ਲੜਦੇ। ਤਾਂ ਫਿਰ ਫਾਇਦਾ ਕੀ ਹੋਇਆ? ਤਾਂ ਤੁਸੀਂ ਤਾਂ ਸਾਰੀ ਉਹਦੇ ਨਾਲ ਰਲੇ ਹੋਏ ਹੋ। ਕਹਿੰਦੇ ਥੱਲੇ ਆ ਜਾ ਰਥ ਤੋਂ, ਲੈ ਆਉਂਦਾ। ਕਹਿੰਦਾ ਮਾਰੀ ਨਿਗਾਹ ਹੁਣ ਰਥ ਦੇ ਟਈਆਂ ਗਣੀ, ਟਾਇਰਾਂ ਗਣੀ ਜਾਂ ਚੱਕਿਆਂ ਗਣੀ, ਜੋ ਵੀ ਨੇ। ਦੁਨੀਆ ਦਾ ਜਿਹਨੂੰ ਸਭ ਤੋਂ ਵੱਡਾ ਨਾਗ ਕਿਹਾ ਜਾਂਦਾ, ਸ਼ੇਸ਼ ਨਾਗ, ਜਿਹਦੇ ਉੱਤੇ ਵਿਸ਼ਨੂੰ ਦੀ ਵੀ ਸਵਾਰੀ ਹੈ ਤੇ ਜਿਹਦੇ ਨਾਲ ਸਮੁੰਦਰ ਰਿੜਕਿਆ ਗਿਆ, ਉਸ ਸ਼ੇਸ਼ ਨਾਗ ਨੂੰ ਕ੍ਰਿਸ਼ਨ ਕਹਿੰਦਾ ਮੈਂ ਹੁਕਮ ਕੀਤਾ ਹੋਇਆ। ਤੁਸੀਂ ਕਦੇ ਫੋਟੋਆਂ ਦੇਖਿਓ, ਉਹ ਰਥ ਦੇ ਪਹੀਆਂ ਨਾਲ ਲਿਪਟਿਆ ਹੋਇਆ, ਜਿਹੜੀਆਂ ਤਸਵੀਰਾਂ ਬਣਾਈਆਂ ਹੋਈਆਂ ਨੇ। ਆਹ ਦੇਖ, ਕਹਿੰਦਾ ਤੇਰੇ ਰਥ ਦੇ ਟਾਇਰਾਂ ਨੂੰ ਫੜੀ, ਚੱਕਿਆਂ ਨੂੰ ਫੜੀ ਖੜਾ, ਮੈਂ ਇਹਨੂੰ ਬੇਨਤੀ ਕਰੀ ਹੋਈ ਹੈ ਵੀ ਹਿੱਲਣ ਨਾ ਦੇਈ। ਉਦੋਂ ਥੱਲੇ ਨਿਗਾਹ ਮਾਰ, ਕਹਿੰਦਾ ਤੇਰੇ ਅੱਧੇ ਜਿਹੜੇ ਚੱਕੇ ਨੇ ਧਰਤੀ 'ਚ ਗੜੇ ਹੋਏ ਨੇ। ਧਰਤੀ ਮਾਤਾ, ਕਿਉਂਕਿ ਇੱਕ ਇਹਨਾਂ ਨੇ ਮਾਤਾ ਬਣਾ ਕੇ ਉਹ ਦੇਵੀ ਵੀ ਬਣਾਈ ਹੋਈ ਹੈ ਨਾ, ਵੀ ਇੱਕ ਜਿਉਂਦੀ ਜਾਗਦੀ ਹੈ ਇਹਨਾਂ ਦੇ ਧਰਮ ਮੁਤਾਬਕ। ਆਹ ਦੋਏ ਆਪਦੇ ਹੱਥਾਂ ਪੈਰਾਂ ਨਾਲ ਤੇਰੇ ਥੱਲੋਂ ਰਥ ਦੇ ਚੱਕਿਆਂ ਨੂੰ ਫੜੀ ਖੜੀ ਹੈ ਧਰਤੀ ਮਾਂ, ਠੀਕ ਹੈ। ਸ਼ੇਸ਼ ਨਾਗ ਉਹ ਤੇਰੇ ਚੱਕਿਆਂ ਨੂੰ ਫੜੀ ਖੜਾ ਹੈ। ਤੇ ਦੂਜਾ ਕਹਿੰਦਾ ਤੂੰ ਮੈਨੂੰ ਕੌਣ ਸਮਝਦਾ, ਤੈਨੂੰ ਪਤਾ ਮੈਂ ਕੌਣ ਆ? ਕਹਿੰਦਾ ਜੀ ਭਗਵਾਨ, ਤਰਲੋਕੀ ਮੇਰੇ ਮੂੰਹ 'ਚ ਹੈ, ਮੈਂ ਭਗਵਾਨ ਤੇਰੇ ਰਥ ਦੇ ਉੱਤੇ ਬੈਠਾ। ਓਏ ਉਹ 3 ਕਦਮ ਤੈਨੂੰ ਨਹੀਂ ਪਰਾਂ ਕਰਦਾ, 3 ਕਦਮ ਤਰਲੋਕੀ ਨੂੰ ਪੱਟ ਕੇ ਛੱਡਦਾ ਹੁੰਦਾ ਹੈ। ਧਰਤੀ ਝਗਿਆੜਾ ਮਾਰਦੀ ਹੈ, ਥੱਲੇ ਲਹੂ ਲਹਾਨ ਕਰੀ ਪਈ ਆ। ਆਹ ਸ਼ੇਸ਼ ਨਾਗ ਦੀਆਂ ਸਾਰੀਆਂ ਹੱਡੀਆਂ ਚਰਕਾਤੀਆਂ ਉਹਨੇ, ਮੈਨੂੰ ਕੰਬਣੀ ਛੇੜਤੀ। ਇੱਕ ਭਗਵਾਨ ਨੂੰ 3 ਕਦਮ ਪਿੱਛੇ ਕਰਦਾ। ਤੂੰ ਕਰਨ ਨਾਲ ਲੜ ਰਿਹਾ ਇਕੱਲੇ ਨਾਲ, ਤੇ ਕਰਨ ਪੂਰੀ ਸ੍ਰਿਸ਼ਟੀ ਨਾਲ ਲੜ ਰਿਹਾ। ਕਹਿੰਦਾ ਭਗਵਾਨ ਨਾਲ ਲੜ ਰਿਹਾ, ਮੇਰੇ ਨਾਲ ਲੜ ਰਿਹਾ, ਤੇਰੇ ਨਾਲ ਨਹੀਂ ਲੜ ਰਿਹਾ। ਜੈ ਜੈਕਾਰ ਉਹਦੀ ਨਹੀਂ ਹੋਊਗੀ, ਤੇਰੀ ਕਿਵੇਂ ਹੋਊਗੀ? ਤੇ ਹੁਣ ਨਿਗਾਹ ਮਾਰਿਓ ਅਕਾਲ ਤਖਤ ਸਾਹਿਬ ਵੱਲ। ਇੱਕ ਪਾਸੇ 3 ਫੌਜਾਂ ਨੇ ਸਮੇਤ, ਇੰਗਲੈਂਡ ਵਰਗੀ ਤਾਕਤ ਉਹਨਾਂ ਦੇ ਨਾਲ ਹੈ, ਰਸ਼ੀਆ ਵਰਗੇ ਉਹਨਾਂ ਦੇ ਨਾਲ ਖੜੇ ਨੇ, ਤੋਪਾਂ, ਜੰਗੀ ਜਹਾਜ਼, ਟੈਂਕ ਸਾਰੇ ਨੇ। ਤੇ ਇੱਕ ਪਾਸੇ ਉਹ ਇਕੱਲਾ ਹੀ ਲੜ ਰਿਹਾ, ਜਿਹਦੇ ਨਾਲ ਆਪਦੀ ਲੀਡਰਸ਼ਿਪ ਵੀ ਧੋਖਾ ਦੇ ਰਹੀ ਹੈ।
ਜਿਹੜੀ ਕਿ ਉਹ ਵੀ ਵਿਰੋਧੀਆਂ ਨਾਲ ਰਲੀ ਹੋਈ ਹੈ, ਤੇ ਉਹ ਇਕੱਲਾ ਹੀ ਖੜਾ ਹੈ ਉੱਥੇ ਮੁੱਠੀ ਭਰ ਸਿੰਘਾਂ ਨੂੰ ਲਈ। ਚਮਕੌਰ ਦੀ ਗੜੀ ਵਾਲਾ ਸਾਕਾ ਦੁਬਾਰੇ ਦੁਹਰਾ ਰਿਹਾ। ਤਾਂ ਉਹਨੇ ਜੇ 3 ਕਦਮ ਯਾਨੀ ਕਿ 3 ਦਿਨ ਫੌਜ ਰੋਕ ਕੇ ਰੱਖੀ ਹੈ ਨਾ, ਅਸਲ ਜਿੱਤ ਤਾਂ ਉਸੇ ਦੀ ਹੈ। ਉਹ ਅਸਲੀ ਮਰਦ ਸੂਰਮਾ ਤਾਂ ਉਹੀ ਬਣਿਆ ਨਾ। ਸੋ ਜਦੋਂ ਆਪਾਂ ਇਤਿਹਾਸ ਨੂੰ ਵਾਚਦੇ ਹਾਂ, ਤੇ ਫਿਰ ਹੁਣ ਅਗਲੀ ਗੱਲ ਜਿਹੜੀ ਆਪਾਂ ਕਹਿ ਰਹੇ ਸੀ, ਇੰਦਰਾ ਗਾਂਧੀ ਨੂੰ ਮਾਰਿਆ ਕਿਉਂ ਗਿਆ, ਇਹਦੀਆਂ ਬੜੀਆਂ ਕਹਾਣੀਆਂ ਇੰਨੇ ਕੁ ਤਰੀਕੇ ਨਾਲ। ਪਹਿਲੀ ਗੱਲ ਤਾਂ ਜਦੋਂ ਮਾਰਿਆ ਗਿਆ ਤਾਂ ਰੇਡੀਓ ਦੇ ਉੱਤੇ ਜਿਹੜੀ ਪਹਿਲੀ ਖਬਰ ਆਈ ਉਹ ਕੀ ਸੀ, ਦੇਸ਼ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਮਾਰ ਦਿੱਤਾ, 2 ਸਿੱਖ ਸਰਦਾਰ, 1 ਮੋਨਾ ਸਰਦਾਰ। ਮੋਨੇ ਬਾਰੇ ਕਿਵੇਂ ਪਤਾ ਲੱਗਾ ਵੀ ਸਰਦਾਰ ਹੈ ਵੀ, ਜਦੋਂ ਕੋਈ ਇਨਕੁਆਰੀ ਨਹੀਂ ਹਲੇ ਹੋਈ। ਮੋਨਾ ਬੰਦਾ ਹੈ, ਤੁਸੀਂ ਕਹਿ ਸਕਦੇ ਹੋ ਵੀ ਇੱਕ ਕੋਈ ਮੋਨਾ ਹੈ ਨਾ, 1 ਮੋਨਾ ਸਰਦਾਰ, ਤਾਂ ਕਿ ਇਹ ਸਾਬਤ ਕਰ ਦਿਓ ਕਿ ਸਿੱਖਾਂ ਨੇ ਹੀ ਮਾਰੀ ਹੈ 3 ਸਿੱਖ ਤੇ, ਤਾਂ ਕਿ ਕਤਲੇਆਮ ਦਾ ਇੱਕ ਮੁੱਢ ਬੰਨਿਆ ਜਾ ਸਕੇ। ਤੇ ਰਾਜੀਵ ਗਾਂਧੀ ਨੇ ਤਾਂ ਬਿਆਨ ਦਿੱਤਾ ਹੀ ਸੀ, ਜਦੋਂ ਵੱਡਾ ਦਰਖਤ ਡਿੱਗਦਾ ਤਾਂ ਧਰਤੀ ਕੰਬਦੀ ਉਹ ਹੈ। ਤਾਂ ਫਿਰ ਜੇ ਕੰਬਦੀ ਹੈ ਤਾਂ ਅਕਾਲ ਤਖ਼ਤ ਤਾਂ ਉਦੋਂ ਵੱਡਾ ਦਰਖਤ ਸੀ। ਖੈਰ, ਉਹਨੂੰ ਮਾਰਿਆ ਕਿਉਂ ਗਿਆ, ਇਹਦੇ ਪਿੱਛੇ ਡਾਕਟਰ ਸੰਗਤ ਸਿੰਘ ਦੀ ਕਿਤਾਬ ਹੈ ਇਤਿਹਾਸ 'ਚ ਸਿੱਖ। ਤੇ ਡਾਕਟਰ ਸੰਗਤ ਸਿੰਘ ਜੀ ਕੌਣ ਨੇ? ਹਿੰਦੁਸਤਾਨ ਦੀ ਥਿੰਕ ਟੈਂਕ ਦੇ ਮੈਂਬਰ ਨੇ। ਉਹ ਆਪਣੀ ਪੁਸਤਕ 'ਚ ਲਿਖਦੇ ਨੇ ਕਿ ਅਸਲ ਦੇ ਵਿੱਚ ਇਹ ਵੱਡੀ ਪਲਾਨਿੰਗ ਸੀ ਸਿੱਖਾਂ ਨੂੰ ਸਬਕ ਸਿਖਾਉਣ ਦੇ ਲਈ। ਇਹ ਤੋਂ ਬਾਅਦ ਇੰਦਰਾ ਗਾਂਧੀ ਨੇ ਇਹ ਪਲਾਨਿੰਗ ਤਿਆਰ ਕੀਤੀ ਹੋਈ ਸੀ ਕਿ ਪਾਕਿਸਤਾਨ ਨਾਲ ਲੜਾਈ ਲਾ ਕੇ ਹਿੰਦੁਸਤਾਨ ਦੇ ਵਿੱਚ ਫੌਜਾਂ ਦਾਖਲ ਹੋਣ ਤੇ ਆਪਾਂ ਪੂਰਾ ਪੰਜਾਬ ਹੈ ਜਿਹੜਾ ਇਹਨੂੰ ਮਲੀਆ ਮੇਟ ਕਰ ਦਈਏ, ਇਹਨੂੰ ਖਤਮ ਕਰ ਦਈਏ। ਕਮਾਂਡਰ ਕੋਲੇ ਇਹ ਆਰਡਰ ਪਹੁੰਚੇ ਕਿ ਪਾਕਿਸਤਾਨ ਨਾਲ ਅਣਸੁਖਾਵੇਂ ਸੰਬੰਧ ਚੱਲ ਰਹੇ ਨੇ ਤੇ ਆਪਾਂ ਲੜਾਈ ਉੱਥੇ ਨਹੀਂ ਲੜਨੀ, ਅੱਗੇ ਆ ਜਾਓ, ਅੰਬਾਲੇ ਆ ਕੇ ਫੌਜਾਂ ਨੂੰ ਰੋਕਾਂਗੇ। ਅੰਬਾਲੇ ਆ ਕੇ ਪੰਜਾਬ ਪਾਕਿਸਤਾਨ ਦੇ ਹਵਾਲੇ ਕਰ ਦਿਓ। ਅਗਲੀ ਪਲਾਨਿੰਗ ਤੁਸੀਂ ਆਪੇ ਸਮਝ ਸਕਦੇ ਹੋ। ਪਹਿਲਾਂ ਤਾਂ ਪਾਕਿਸਤਾਨ ਨੇ, ਕਿਉਂਕਿ ਦੁਸ਼ਮਣ ਇਲਾਕਾ ਹੈ, ਉਹਨੇ ਥੋੜ੍ਹੀ ਦੇਖਣਾ ਕਿ ਸਿੱਖ ਨੇ ਜਾਂ ਕੌਣ ਨੇ, ਉਹਦੇ ਲਈ ਤਾਂ ਭਾਰਤੀ ਨੇ, ਉਹ ਖਤਮ ਕਰਨਗੇ। ਬਾਕੀ ਆਪਣੀਆਂ ਫੌਜਾਂ ਨੂੰ ਭੇਜ ਕੇ ਇਹ ਕਹਿ ਕੇ ਕਿ ਅਸੀਂ ਤਾਂ ਦੁਸ਼ਮਣ ਨਾਲ ਲੜ ਰਹੇ ਹਾਂ ਤਾਂ ਨਵੇੜਾ ਹੀ ਕਰ ਦਿਓ, ਚਾਹੇ ਤਾਂ ਜਹਾਜ਼ਾਂ ਨਾਲ ਬੰਬਾਰੀ ਕਰ ਦਿਓ, ਚਾਹੇ ਤੋਪਾਂ ਦੇ ਮੂੰਹ ਖੋਲ ਦਿਓ, ਇਹਦਾ ਨਾਮੋ ਨਿਸ਼ਾਨੇ ਨਿਬੇੜ ਦਿਓ ਕੰਮ। ਇਹ ਆਰਡਰ ਉੱਥੋਂ ਦੇ ਕਮਾਂਡਰ ਕੋਲੇ ਪਹੁੰਚੇ ਨੇ। ਤੇ ਕਮਾਂਡਰ ਉਦੋਂ ਕੌਣ ਹੈ? ਜਰਨਲ ਹਰਬਖਸ਼ ਸਿੰਘ, ਪੱਛਮੀ ਕਮਾਂਡ ਦਾ ਕਮਾਂਡਰ ਹੈ। ਕਿਉਂਕਿ ਕਈ ਵਾਰੀ ਨਾ ਹੁਣ ਡਾਕਟਰ ਸੰਗਤ ਸਿੰਘ ਤੇ ਆਪਾਂ ਕਹਦੇ ਅਸੀਂ ਕਿਵੇਂ ਭਰੋਸਾ ਕਰ ਲਈਏ ਵੀ ਖਬਰ ਉਹੀ ਲਿਖਤਾ ਹੋਵੇ, ਇਹ ਵੀ ਤਾਂ ਹੋ ਸਕਦਾ। ਤੇ ਜਰਨਲ ਹਰਬਖਸ਼ ਸਿੰਘ ਜਿਹੜਾ ਕਮਾਂਡਰ ਹੈ ਉਹਦੇ ਕੋਲੇ ਆਰਡਰ ਪਹੁੰਚਿਆ। ਪਹਿਲਾਂ ਤਾਂ ਉਹਨੇ ਇਹੀ ਗੱਲ ਸੁਨੇਹਾ ਭੇਜਿਆ ਵੀ ਇਹੋ ਜਿਹਾ ਤਾਂ ਜੀ ਕੋਈ ਉਰੇ ਮਾਹੌਲ ਖਰਾਬ ਨਹੀਂ, ਪਾਕਿਸਤਾਨ ਵੱਲੋਂ ਤਾਂ ਕੁਛ ਨਹੀਂ ਦਿਖਦਾ। ਉਹ ਕਹਿੰਦੇ ਨਹੀਂ ਜੀ ਹੋਊਗੀ ਲੜਾਈ, ਹੋ ਰਹੀ ਹੈ, ਹੋਣ ਵਾਲੀ ਹੈ। ਗੱਲ ਉਹ ਸਮਝ ਗਿਆ। ਉਹਨੇ ਜਵਾਬ ਦਿੱਤਾ ਕਿ ਅਸੀਂ ਲੜਾਂਗੇ ਜ਼ਰੂਰ ਜੇ ਉੱਧਰੋਂ ਕੋਈ ਕਾਰਵਾਈ ਹੁੰਦੀ ਹੈ, ਪਰ ਪਿੱਛੇ ਹਟਣ ਦਾ ਸਵਾਲ ਨਹੀਂ ਹੁੰਦਾ, ਇੱਥੇ ਹੀ ਲੜਾਂਗੇ। ਜਿੰਨੇ ਕੁ ਅਸੀਂ ਹੈਗੇ ਹਾਂ, ਬਹੁਤ ਥੋੜ੍ਹੇ ਸਿੱਖ ਤੇ ਉਹਦੇ ਕੋਲੇ, ਬਹੁਤ ਛੋਟੀ ਰੈਜੀਮੈਂਟ, ਸਿੱਖ ਰੈਜੀਮੈਂਟ, ਜਿੰਨੇ ਅਸੀਂ ਹੈਗੇ ਹਾਂ ਇੱਥੇ ਹੀ ਲੜਾਂਗੇ। ਸਾਡੇ ਮਰਨ ਤੋਂ ਬਾਅਦ ਪਾਕਿਸਤਾਨ ਵਾਲੇ ਭਾਵੇਂ ਦਿੱਲੀ ਤੱਕ ਪਹੁੰਚ ਜਾਣ, ਸਾਨੂੰ ਕੋਈ ਪਰਵਾਹ ਨਹੀਂ, ਪਰ ਅਸੀਂ ਮੋਰਚੇ ਨਹੀਂ ਛੱਡਦੇ। ਜਦੋਂ ਇੰਦਰਾ ਗਾਂਧੀ ਨੂੰ ਇਹ ਸੁਨੇਹਾ ਪਹੁੰਚਿਆ, ਕਹਿੰਦੇ ਜੀ ਉੱਥੇ ਇੱਕ ਅੜੀਅਲ ਜਿਹਾ ਸਿੱਖ ਬੈਠਾ, ਉਹਨੇ ਆਹ ਗੱਲ ਕਹਿਤੀ, ਕਹਿੰਦੀ ਕੋਈ ਗੱਲ ਨਹੀਂ, ਵੇਟ ਕਰ ਲਓ, ਸਮਾਂ ਪਾ ਕੇ ਇਹਨੂੰ ਚੇਂਜ ਕਰੋ, ਇਹਦੀ ਥਾਂ ਤੇ ਆਪਣਾ ਹੁਕਮ ਮੰਨਣ ਵਾਲਾ ਬੰਦਾ ਲੈ ਕੇ ਆਓ। ਤੇ ਇਹ ਜੋ ਸਾਰਾ ਵਾਕਿਆ ਹੈ, ਇਹ ਜਰਨਲ ਹਰਬਖਸ਼ ਸਿੰਘ ਨੇ ਪੰਜਾਬੀ ਟ੍ਰਿਬਿਊਨ ਅਖਬਾਰ ਦੇ ਵਿੱਚ ਬਕਾਇਦਾ ਲਿਖਤੀ ਲੇਖ ਲਿਖਿਆ ਹੋਇਆ ਵੀ ਮੈਨੂੰ ਇਹ ਆਰਡਰ ਪਹੁੰਚਿਆ ਸੀ। ਇਹ ਐਡੀ ਵੱਡੀ ਘਟਨਾ ਸੀ ਜਿਹਨੂੰ ਬਚਾਇਆ ਗਿਆ, ਜਿਹਨੂੰ ਸਾਡੇ ਤੋਂ ਅੱਖੋਂ ਪਰੋਖੇ ਕਰਤਾ। ਸੋ ਇਹ ਜਿਹੜੀਆਂ ਮੈਂ ਤੁਹਾਨੂੰ ਦੱਸ ਰਿਹਾ ਵੀ ਵੱਡੀਆਂ ਘਟਨਾਵਾਂ ਨੇ, ਇਹਨਾਂ ਨੂੰ ਤਾਂ ਇਹ ਸਮਝ ਲਓ ਵੀ ਦਹਾਕੇ ਲੱਗ ਜਾਂਦੇ ਨੇ ਸਾਹਮਣੇ ਆਉਣ ਨੂੰ। ਅਸੀਂ ਸੋਚਦੇ ਹਾਂ ਵੀ ਇੱਕਦਮ ਕਿਸੇ ਵੀ ਚੀਜ਼ ਤੱਕ ਪਹੁੰਚ ਜਾਈਏ, ਸਦੀਆਂ ਬਾਅਦ ਤਾਂ ਸੂਰਮਤਾਈ ਕਈ ਵਾਰੀ ਸਾਹਮਣੇ ਆਉਂਦੀ ਹੈ। ਬੰਦਾ ਬਹਾਦਰ ਦੀ ਗੱਲ ਚੱਲ ਰਹੀ ਸੀ ਆਪਣੀ, ਤਕਰੀਬਨ 300 ਸਾਲ ਹੋਣ ਵਾਲੇ ਨੇ, ਹੋਏ ਗਏ, ਪਰ ਹਲੇ ਵੀ ਉਹਦੀਆਂ ਪਰਤਾਂ ਨਹੀਂ ਪੂਰੀਆਂ ਸਾਡੇ ਸਾਹਮਣੇ ਆ ਸਕੀਆਂ, ਕਿਉਂਕਿ ਸਾਨੂੰ ਉਲਝਾਤਾ ਇੰਨਾ। ਸਾਨੂੰ ਤਾਂ ਹੋਰੇ ਕੰਮਾਂ ਤੋਂ ਵਿਹਲ ਨਹੀਂ ਛੱਡੀ ਹੋਈ। ਆਹ ਕਰ ਲਓ ਜੀ, ਤੁਹਾਡਾ ਆਹ ਮਨਮਤ ਹੋ ਗਈ, ਆਹ ਗੁਰਮਤ ਹੋ ਗਈ ਜੀ, ਹੁਣ ਆਹ ਪ੍ਰਚਾਰਕ ਖੜਾ ਹੋ ਗਿਆ, ਹੁਣ ਦੂਜਾ ਖੜਾ ਹੋ ਗਿਆ, ਦੇ ਤੇਰੇ ਦੀ ਲੈ ਤੇਰੇ ਦੀ। ਆਪਦੇ ਹੀ ਅਸੀਂ ਵਿਦਵਾਨ ਬਣ ਕੇ ਆਪੇ ਲੜੀ ਜਾਂਦੇ ਹਾਂ, ਸਿੱਖਾਂ ਨੂੰ ਹੀ ਸਿੱਖ ਬਣਾਉਣ ਲੱਗੇ ਹੋਏ ਹਾਂ। ਇਸ ਚੀਜ਼ ਨੂੰ ਧਿਆਨ ਦਿਓ, ਸਿੱਖਾਂ ਨੂੰ ਸਿੱਖ ਬਣਾ ਰਹੇ ਹਾਂ, ਕਦੇ ਕਿਸੇ ਦੂਜੇ ਨੂੰ ਸਿੱਖ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਯੂਪੀ ਬਿਹਾਰ ਸਾਰਾ ਖਾਲੀ ਪਿਆ, ਕਦੇ ਕੋਈ ਪ੍ਰਚਾਰ ਉੱਧਰ ਗਿਆ ਹੋਵੇ, ਸਾਰਾ ਦੱਖਣ ਖਾਲੀ ਪਿਆ, ਕਦੇ ਕਿਸੇ ਨੇ ਪ੍ਰਚਾਰ ਕੀਤਾ ਹੋਵੇ, ਕਦੇ ਅਫਰੀਕਨ ਦੇਸ਼ਾਂ ਦੇ ਵਿੱਚ ਕਿਸੇ ਨੇ ਪ੍ਰਚਾਰ ਕੀਤਾ ਹੋਵੇ ਕਿ ਉਹਨਾਂ ਨੂੰ ਵੀ ਅਸੀਂ ਸਿੱਖੀ ਬਾਰੇ ਦੱਸੀਏ, ਕਦੇ ਹੋਰ ਜਿਹੜੇ
ਸਿੱਖਾਂ ਤੋਂ ਜਾਣ ਦੇ ਤੱਕ ਨਹੀਂ ਕਦੇ ਉਹਨਾਂ ਦੀ ਕੋਸ਼ਿਸ਼ ਕੀਤੀ ਹੋਵੇ ਨਾ ਸਿੱਖਾਂ ਨੂੰ ਹੀ ਸਿੱਖ ਬਣਾਉਣਾ ਅਸੀਂ ਨੇ। ਤੈਨੂੰ ਮੈਂ ਵਧੀਆ ਸਿੱਖ ਬਣਾਉਂਗਾ, ਦੂਜਾ ਕਹਿੰਦਾ ਨਹੀਂ ਉਦੋਂ ਵਧੀਆ ਤੈਨੂੰ ਮੈਂ ਸਿੱਖ ਬਣਾਉਂਗਾ। ਸਿੱਖ ਨੂੰ ਹੀ ਸਿੱਖ ਬਣਾ ਰਹੇ ਹਾਂ ਅਸੀਂ, ਹੋਰ ਤਾਂ ਕਿਸੇ ਨੂੰ ਪਤਾ ਹੀ ਨਹੀਂ ਕਿ ਸਿੱਖੀ ਕੀ ਹੈ, ਨਾ ਸਿੱਖੀ ਬਾਰੇ ਦੱਸਿਆ ਜਾ ਰਿਹਾ। ਸੋ ਮੈਂ ਜਿਹੜੀ ਗੱਲ ਬੇਨਤੀ ਕਰ ਰਿਹਾ ਸੀ ਕਿ ਇਹ ਜਿਹੜੀਆਂ ਪ੍ਰੋਪੇਗੰਡੇ ਹੁੰਦੇ ਨੇ ਇਹਨਾਂ ਦਾ ਟਾਕਰਾ ਅਕਲ ਨਾਲ ਦਿਮਾਗ ਨਾਲ ਕਰਨਾ ਪੈਂਦਾ ਹੈ। ਹਰ ਤਰ੍ਹਾਂ ਦੇ ਸਮੇਂ ਮੁਤਾਬਕ ਸਾਨੂੰ ਸੋਚ ਰੱਖਣੀ ਪੈਣੀ ਹੈ। ਪਹਿਲਾਂ ਤਾਂ ਸਾਡੇ ਅੰਦਰ ਕੌਮੀਅਤ ਦੀ ਭਾਵਨਾ ਹੋਵੇ ਕਿ ਮੇਰੀ ਕੌਮ ਦਾ ਬੰਦਾ ਹੈ, ਇਸ ਦਾ ਮੈਂ ਕਿੰਨਾ ਫਾਇਦਾ ਕਿਵੇਂ ਕਰ ਸਕਾਂ, ਕਿਵੇਂ ਇਹਦੀ ਮਦਦ ਕਰ ਸਕਾਂ। ਜਦੋਂ ਇਹ ਪਿਆਰ ਸਾਡੇ ਅੰਦਰ ਭਰੂਗਾ, ਧਨ ਭੂਮ ਕੇ ਨਹਿ ਭੂਖੇ ਸਿੰਘ ਚਰਚਾ ਪੰਥ ਚਲਾਣ ਚਹੀ, ਜਦੋਂ ਇਹ ਭਾਵਨਾਵਾਂ ਆਉਣਗੀਆਂ, ਜਦੋਂ ਇਹ ਆਊਗਾ ਕਿ ਸਿੱਖ ਸਿੱਖ ਪੈ ਵਾਰਤ ਜਾਨ, ਸਿੱਖ ਸਿੱਖ ਤੋਂ ਅੱਜ ਤਾਂ ਦੇਸ਼ਾਂ ਵਿਦੇਸ਼ਾਂ 'ਚ ਜਾਂ ਕਿਤੇ ਵੀ ਦੇਖ ਲਓ ਸਾਡੇ ਕੋਲ ਲੜਾਈਆਂ ਮੁੱਕਦੀਆਂ ਹੀ ਨਹੀਂ। ਆਮ ਤੌਰ 'ਤੇ ਮੈਂ ਵਿਦੇਸ਼ਾਂ 'ਚ ਹੁਣ ਜਦੋਂ ਕਿਉਂਕਿ ਨਵਾਂ ਹੀ ਆਇਆ ਅਤੇ ਇੱਥੇ ਦੇਖਦਾ ਇਹੀ ਆਪਣੇ ਨੌਜਵਾਨ ਮੁੰਡੇ ਕੁੜੀਆਂ ਇੱਕੋ ਗੱਲ ਕਹਿੰਦੇ ਨੇ ਕਿ ਜੇ ਜੋਬ ਕਰਨੀ ਹੈ ਆਪਣੇ ਵਾਲੇ ਕੋਲੇ ਨਾ ਕਰਿਓ, ਦੂਜੇ ਕੋਲੇ ਭਾਵੇਂ ਕਰ ਲਿਓ। ਤਾਂ ਅਸੀਂ ਕਿੱਥੋਂ ਇੱਕ ਦੂਜੇ ਦੀ ਹਮਦਰਦੀ ਜਾਂ ਪਿਆਰ ਲੈ ਲਾਂਗੇ ਜਦੋਂ ਅਸੀਂ ਇੱਕ ਦੂਜੇ ਦਾ ਹੱਕ ਹੀ ਨਹੀਂ ਦੇ ਸਕਦੇ। ਮਦਦ ਕਰਨੀ ਤਾਂ ਦੂਰ ਦੀ ਗੱਲ, ਉਹਨਾਂ ਦੇ ਬਣਦਾ ਹੱਕ ਨਹੀਂ ਜਦੋਂ ਅਸੀਂ ਦੇ ਸਕਦੇ, ਉਹਨਾਂ ਦਾ ਮਨ ਹੀ ਨਹੀਂ ਜਿੱਤ ਸਕਦੇ, ਉਹਨਾਂ ਦੇ ਮਨ 'ਚ ਅਸੀਂ ਘਰੇ ਨਹੀਂ ਕਰ ਸਕਦੇ, ਤਾਂ ਫਿਰ ਅਸੀਂ ਕਿੱਥੋਂ ਅਗਲੀਆਂ ਗੱਲਾਂ ਕਿੱਥੋਂ ਸੋਚ ਰਹੀਆਂ ਕਰਨ ਦੀਆਂ। ਸੋ ਆਪਾਂ ਸਮੇਂ ਦੇ ਨਾਲ ਮੈਂ ਤਾਂ ਕਿਉਂਕਿ ਜੇ ਚਲੰਤ ਮਾਮਲਿਆਂ 'ਤੇ ਪੈ ਗਏ ਨਾ, ਮੈਨੂੰ ਲੱਗਦਾ ਫਿਰ ਆਪਣੇ ਕੋਲੋਂ ਇਤਿਹਾਸ ਉਹ ਪਿੱਛੇ ਰਹਿ ਜਾਊਗਾ ਕੰਮ। ਸੋ ਜਿਹੜੇ ਮੇਰੇ ਵੀਰਾਂ ਨੇ ਕਿਹਾ ਸੀ ਕਿ ਥੋੜ੍ਹੀ ਜਿਹੀ ਗੱਲ ਕਰਿਓ, ਮੈਂ ਥੋੜ੍ਹੀ ਜਿਹੀ ਇਹ ਸਿਰ 'ਚੋਂ ਪੂਣੀ ਨਹੀਂ ਕੱਤੀ ਹਲੇ, ਸਿਰ 'ਚੋਂ ਪੂਣੀ, ਕਿਉਂਕਿ ਹੁਣ ਤਾਂ ਸ਼ੋਪ ਵਗੈਰਾ ਪੈਂਦੇ ਨਹੀਂ। ਜਿਨ੍ਹਾਂ ਨੇ ਕੱਤ ਦੀਆਂ ਮਾਵਾਂ ਦੇਖੀਆਂ ਨੇ ਉਹਨਾਂ ਨੂੰ ਪਤਾ ਹੋਊਗਾ ਵੀ ਸਿਰ 'ਚੋਂ ਪੂਣੀ ਦਾ ਮਤਲਬ ਸਿਰ ਕਿਹਨੂੰ ਕਹਿੰਦੇ ਨੇ, ਪੂਣੀ ਦਾ ਮੀਨਿੰਗ ਕੀ ਹੈ। ਕਿਉਂਕਿ ਬਹੁਤ ਹੁਣ ਤਾਂ ਚਰਖੇ ਨੇ ਜਿਹੜੇ ਆਰਕੈਸਟਰਾ ਵਾਲਿਆਂ ਕੋਲੇ ਤਾਂ ਦਿਖ ਜਾਂਦੇ ਨੇ, ਉਹ ਗੱਡੀਆਂ ਗੁੱਡੀਆਂ 'ਤੇ ਲੱਦੇ ਹੋਏ, ਉਹਨਾਂ ਨੇ ਪ੍ਰੋਗਰਾਮ ਦਿਖਾਉਣਾ ਹੁੰਦਾ। ਅਦਰਵਾਈਜ਼ ਤਾਂ ਇਹ ਚੀਜ਼ਾਂ ਖਤਮ ਹੋ ਗਈਆਂ। ਇਗਜ਼ਾਮਪਲਾਂ ਮੁਹਾਵਰੇ ਸਾਡੇ ਮੁੱਕ ਗਏ। ਸਾਡੇ ਤਾਂ ਮੁਹਾਵਰਿਆਂ ਦਾ ਹੁਣ ਆਮ ਤੌਰ 'ਤੇ ਪਤਾ ਨਹੀਂ ਲੱਗਦਾ ਕਿ ਮੁਹਾਵਰਾ ਕੀ ਹੈ, ਜਿਹੜੇ ਟੁੱਟ ਚੁੱਕੇ ਨੇ ਵਿਰਸੇ ਨਾਲੋਂ। ਸੋ ਕੋਸ਼ਿਸ਼ ਹੈ ਆਪਾਂ ਕਰਦੇ ਜਾਈਏ ਗੱਲਬਾਤ। ਸੋ ਇਹ ਘਟਨਾਵਾਂ ਨੇ ਜਿਹੜੀਆਂ ਮੈਂ ਤੁਹਾਨੂੰ ਦੱਸਿਆ, ਇਹ ਜਦੋਂ ਤੁਸੀਂ ਆਪਸ 'ਚ ਕੜੀਆਂ ਜੋੜਦੇ ਹੋ ਤਾਂ ਇਹ ਤੁਹਾਨੂੰ ਆਪਸ 'ਚ ਜੁੜੀਆਂ ਹੋਈਆਂ ਕਿਸੇ ਨਾ ਕਿਸੇ ਤਰੀਕੇ ਨਾਲ ਲੱਭਣਗੀਆਂ। ਬੰਦੇ ਬਦਲੇ ਨੇ, ਅਤੇ ਜਦੋਂ ਹੁਣ ਬੰਦਾ ਸਿੰਘ ਬਹਾਦਰ ਦੀ ਆਪਾਂ ਗੱਲ ਕਰ ਰਹੇ ਤੇ ਡਾਕਟਰ ਸੁਖਦਿਆਲ ਸਿੰਘ ਨੇ ਤਾਂ ਇੱਥੋਂ ਤੱਕ ਲਿਖਿਆ, ਮੇਰੇ ਵੀ ਇਹ ਮਨ 'ਚ ਗੱਲ ਆਉਂਦੀ ਸੀ ਅਤੇ ਵੀ ਹੈ ਨਹੀਂ, ਉਹਨਾਂ ਨੇ ਪ੍ਰੂਫ ਕੀਤੇ ਨੇ। ਸੇਵਾ ਸਿੰਘ ਵਰਗੇ ਜਿਨ੍ਹਾਂ ਦੀਆਂ ਪਰਚੀਆਂ ਨੇ ਲਿਖੀਆਂ ਹੋਈਆਂ, ਸਰੂਪਦਾਸ ਭੱਲਾ, ਕੌਸ਼ਿਕ, ਹੈ ਨਾ, ਅਤੇ ਇਹਨਾਂ ਦੀਆਂ ਜੋ ਲਿਖਤਾਂ 'ਚ ਉਹਨਾਂ ਨੇ ਐਗਜ਼ਾਮਪਲਾਂ ਵੀ ਦਿੱਤੀਆਂ ਹੋਈਆਂ ਨੇ। ਪੁਰਾਤਨ ਇਤਿਹਾਸਕਾਰ ਨੇ, ਲੇਖਕ ਨੇ, ਕਿ ਬੰਦਾ ਸਿੰਘ ਬਹਾਦਰ, ਇੱਕ ਵੀਰ ਨੇ ਸ਼ਾਇਦ ਸੁੱਖੀ ਨੇ ਕਮੈਂਟ ਵੀ ਕੀਤਾ ਸੀ ਕਿ ਬੰਦਾ ਸਿੰਘ ਬਹਾਦਰ ਮਰਾਠਿਆਂ ਦੀ ਫੌਜ ਵੀ ਭਰਤੀ ਰਿਹਾ। ਭਰਤੀ ਤੋਂ ਮੀਨਿੰਗ ਇਹ ਨਹੀਂ ਕਿ ਉੱਥੇ ਉਹਦਾ ਨੌਕਰ ਲੱਗਣ ਗਿਆ ਸੀ, ਗੁਰ ਸਿੱਖਣ ਗਿਆ ਸੀ, ਅਤੇ ਉਹਦੇ ਲਈ ਭਰਤੀ ਤਾਂ ਹੋਣਾ ਪੈਣਾ ਸੀ। ਮਰਾਠਿਆਂ 'ਚ ਵੀ ਰਿਹਾ, ਬਾਦਸ਼ਾਹ ਦੀਆਂ ਫੌਜਾਂ ਵਿੱਚ ਵੀ ਰਿਹਾ। ਔਰ ਇੱਥੋਂ ਤੱਕ ਸੁਖਦਿਆਲ ਸਿੰਘ, ਡਾਕਟਰ ਸੁਖਦਿਆਲ ਸਿੰਘ ਲਿਖਦੇ ਨੇ ਕਿ ਜਦੋਂ ਗੁਰੂ ਗੋਬਿੰਦ ਸਿੰਘ ਜੀ ਕੋਲ ਇਹ ਆ ਕੇ ਬੈਠਿਆ, ਕਿਉਂਕਿ ਉਦੋਂ ਉਹ ਕਿਸ ਢੰਗ ਨਾਲ ਮਿਲਦਾ ਗਿਲਦਾ ਸੀ, ਕਹਿੰਦਾ ਸਿੱਖ ਕਈ ਮਖੌਲ ਕਰਨ ਲੱਗੇ ਵੀ ਆਹ ਕੌਣ ਹੈ, ਗੁਰੂ ਜੀ ਦੇ ਖਾਸਾ ਨੇੜੇ ਹੋ ਕੇ ਬਹਿੰਦਾ। ਮਜ਼ਾਕ ਕੀਤਾ ਗੁਰੂ ਪਾਤਸ਼ਾਹ ਦੇ ਨੇੜੇ ਬੈਠੇ ਬੰਦਾ ਸਿੰਘ ਬਹਾਦਰ ਨੂੰ, ਕਿਉਂਕਿ ਹੋ ਸਕਦਾ ਉਹ ਥੋੜ੍ਹਾ ਜਿਹਾ ਭੇਸ ਚੇਂਜ ਕਰਕੇ ਆਇਆ ਹੋਵੇ, ਉਹਦਾ ਡਰੈਸਿੰਗ ਇੱਦਾਂ ਦੀ ਹੋਵੇ ਵੀ ਪਤਾ ਨਾ ਲੱਗੇ, ਪਰ ਗੁਰੂ ਜੀ ਨਾਲ ਦਿਲੋਂ, ਕਿਉਂਕਿ ਪਤਾ ਸੀ ਗੁਰੂ ਜੀ ਨੂੰ ਤਾਂ ਵੀ ਇਹ ਕੌਣ ਹੈ, ਮੈਂ ਕੀ ਰੱਖਿਆ ਹੋਇਆ, ਅਤੇ ਉਹਨੂੰ ਮਜ਼ਾਕ ਕਰ ਰਹੇ ਨੇ ਸਿੱਖ। ਤਾਂ ਗੁਰੂ ਜੀ ਨੇ ਕਿਹਾ, ਕਹਿੰਦੇ ਮਜ਼ਾਕ ਨਾ ਇਹਨੂੰ ਕਰੋ, ਤੁਸੀਂ ਜਾਣਦੇ ਨਹੀਂ ਇਹ ਕੌਣ ਹੈ, ਤੁਹਾਨੂੰ ਪਤਾ ਨਹੀਂ ਇਹ ਕੌਣ ਹੈ। ਸੋ ਇਹ ਬਹੁਤ ਵੱਡੀ ਗੱਲ ਹੈ। ਇਹ ਕਹਿੰਦੇ ਬਹੁਤ ਉੱਚੇ ਰੁਤਬੇ 'ਤੇ ਹੈ, ਅਤੇ ਉੱਚੇ ਰੁਤਬੇ 'ਤੇ ਹੀ ਹੈ, ਅਤੇ ਜਾਣਾ ਵੀ ਇਹਨੇ ਉੱਚੇ ਰੁਤਬੇ 'ਤੇ ਹੈ। ਅਤੇ ਇਹ ਜਦੋਂ ਬਹਾਦਰ ਸ਼ਾਹ ਦੀ ਮਦਦ ਲਈ ਵੀ ਫੌਜ ਭੇਜੀ ਹੈ, ਉਦੋਂ ਵੀ ਕਹਿੰਦੇ ਬੰਦਾ ਸਿੰਘ ਬਹਾਦਰ ਦੀ ਕਮਾਂਡ ਇਹ ਸੀ, ਅਤੇ ਉਹਨੂੰ ਬੰਦਾ ਹੀ ਕਿਹਾ ਜਾਂਦਾ ਸੀ ਉੱਥੇ ਵੀ, ਗੁਰੂ ਦਾ ਬੰਦਾ। ਉਦੋਂ ਆਮ ਗੱਲ ਕਹੀ ਜਾਂਦੀ ਵੀ ਇਹ ਕੌਣ ਹੈ ਜੀ, ਗੁਰੂ ਦਾ ਬੰਦਾ ਹੈ ਅਤੇ ਸਿੱਖ ਫੌਜਾਂ ਦਾ ਕਮਾਂਡਰ ਹੈ। ਮੇ ਵੀ ਉਹਦਾ ਨਾਮ ਹੈ ਜਿਹੜਾ ਉਹ ਵੀ ਲੁਕੋ ਕੇ ਰੱਖਿਆ ਹੋਵੇ, ਜੋ ਉਹਦਾ ਪੁਰਾਤਨ ਸੀ ਜਾਂ ਜੋ ਵੀ ਸੀ, ਬਸ ਉਹ ਗੁਰੂ ਦਾ ਬੰਦਾ ਹੀ ਸੀ, ਅਤੇ ਬੰਦਾ ਸਿੰਘ ਬਣ ਕੇ ਤੇ ਬਹਾਦਰ ਦਾ। ਹੁਣ ਕਮਾਲ ਦੀ ਗੱਲ ਦੇਖੋ, ਬਹਾਦਰ ਸ਼ਾਹ ਆਪਦਾ ਲਕਬ ਧਾਰਨ ਕਰ ਰਿਹਾ ਤਖ਼ਤ 'ਤੇ ਬੈਠ ਕੇ, ਅਤੇ ਬੰਦਾ ਸਿੰਘ ਨੂੰ ਬਹਾਦਰ ਦਾ ਖਿਤਾਬ ਮੇਰੇ ਗੁਰੂ ਪਾਤਸ਼ਾਹ ਦੇ ਰਹੇ ਨੇ ਵੀ ਤੂੰ ਮੇਰਾ ਹੈ। ਹੁਣ ਬਸ ਬਹੁਤ ਹੌਲੀ, ਉਹ ਤਾਂ ਪਹਿਲਾਂ ਹੀ ਕਦੋਂ ਦਾ ਚਾਹੁੰਦਾ ਸੀ ਵੀ ਮਹਾਰਾਜ ਇੱਕ ਵਾਰੀ ਆਗਿਆ ਬਖਸ਼ਿਸ਼ ਕਰ ਦਿਓ। ਮੈਂ ਫਿਰ ਉਹੀ ਗੱਲ ਦੁਹਰਾ ਰਿਹਾ, ਉਹਦੇ ਵਰਗਾ ਸੂਰਮਾ, ਉਹਦੇ ਵਰਗਾ ਨੀਤੀਵਾਨ, ਉਹਦੇ ਵਰਗਾ ਸੁਘੜ ਸੁਜਾਨ ਅਤੇ ਧੀਰਜਵਾਨ, ਉਹਦੇ ਵਰਗਾ ਦਲੇਰ, ਬਹਾਦਰ ਔਰ ਪੂਰਨ ਗੁਰਸਿੱਖ ਬਣਨਾ ਬੜਾ ਮੁਸ਼ਕਲ ਹੈ। ਉਹਦੇ ਨਾਲ ਦੀ ਐਗਜ਼ਾਮਪਲ ਨਹੀਂ ਮਿਲਦੀ ਕਿਤੇ, ਇਤਿਹਾਸ 'ਚੋਂ ਨਿਗਾਹ ਮਾਰ ਕੇ ਦੇਖ ਲਿਓ।
ਹਰੀ ਸਿੰਘ ਨਲਵੇ ਦੀ ਅਸੀਂ ਆਮ, ਕਿਉਂਕਿ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ, ਹਰੀ ਸਿੰਘ ਨਲਵੇ ਨੂੰ ਅਸੀਂ ਜ਼ਿਆਦਾਤਰ ਉਦੋਂ ਹੀ ਜਾਣਨ ਲੱਗੇ ਹਾਂ ਜਦੋਂ ਦੁਨੀਆ ਨੇ ਕਹਿਤਾ ਵੀ ਉਹ ਜੇਤੂ ਦੁਨੀਆ ਦਾ ਮਹਾਨ ਜਰਨੈਲ ਹੈ। ਅਸੀਂ ਕਿਹਾ ਅੱਛਾ ਜੀ, ਥੋੜ੍ਹਾ ਜਿਹਾ ਫਿਰ ਉਹਦੇ ਬਾਰੇ ਜਾਣਨ ਤੁਰੇ ਹਾਂ। ਪਰ ਜੇ ਹਰੀ ਸਿੰਘ ਨਲਵਾ ਬੰਦਾ ਬਹਾਦਰ ਨੂੰ ਬਰਾਬਰ ਖੜਾ ਲਈਏ ਨਾ, ਤਾਂ ਹਰੀ ਸਿੰਘ ਨਲਵਾ ਬੰਦਾ ਸਿੰਘ ਬਹਾਦਰ ਤੋਂ ਬਹੁਤ ਛੋਟਾ ਲੱਗੂ। ਕਿਉਂ? ਕਿਉਂਕਿ ਹਰੀ ਸਿੰਘ ਨਲੂਏ ਦੇ ਪਿੱਛੇ ਕੌਣ ਖੜਾ, ਨਿਗਾਹ ਮਾਰ ਲਿਓ, ਮਹਾਰਾਜਾ ਰਣਜੀਤ ਸਿੰਘ। ਐਡਾ ਵੱਡਾ ਰਾਜ, ਲੱਖਾਂ ਦੀ ਫੌਜ ਖੜੀ ਹੈ ਪਿੱਛੇ, ਤੇ ਬੰਦਾ ਸਿੰਘ ਬਹਾਦਰ ਦੇ ਪਿੱਛੇ ਕੋਈ ਨਹੀਂ ਸਿਵਾਏ ਗੁਰੂ ਦੀ ਬਖਸ਼ਿਸ਼ ਤੋਂ। ਆਪੇ ਮਹਾਰਾਜਾ ਰਣਜੀਤ ਸਿੰਘ ਹੈ, ਉਹ ਆਪੇ ਹਰੀ ਸਿੰਘ ਨਲਵਾ ਹੈ, ਆਪੇ ਨਿਧਾਨ ਸਿੰਘ ਪੰਜ ਹੱਥ ਹੈ, ਉਹ ਸਾਰਾ ਕੁਛ ਆਪ ਹੈ। ਔਰ ਦੂਜੀ ਗੱਲ, ਜੋ ਸ਼ਹਾਦਤ ਇਹਦੇ ਹਿੱਸੇ ਆਈ ਹੈ ਨਾ ਬੰਦਾ ਸਿੰਘ ਬਹਾਦਰ ਦੇ, ਉਹ ਆਮ ਬੰਦਿਆਂ ਦੇ ਹਿੱਸੇ ਨਹੀਂ ਆਉਂਦੀ, ਗਿਣਤੀਆਂ ਦੀ ਆਈ ਹੈ। ਲਾਲ ਗੋਦੀ 'ਚ ਪਿਆ, ਪਤਨੀ ਨਾਲ ਹੈ। ਇਹ ਗੱਲਾਂ ਆਪਾਂ ਅੱਗੇ ਕਰਦੇ ਹਾਂ ਵੀ ਇਹਦੇ ਮੁਕਾਬਲੇ ਤੇ ਸਾਡੇ ਇਤਿਹਾਸ 'ਚੋਂ ਬੰਦਾ ਨਹੀਂ ਲੱਭ ਸਕਦਾ, ਦੂਜਿਆਂ ਦੀ ਤਾਂ ਗੱਲੇ ਛੱਡੋ। ਇਹਦੇ ਮੁਕਾਬਲੇ ਦਾ ਦੂਜਾ ਯੋਧਾ, ਦੂਜਾ ਤਿਆਗੀ, ਦੂਜਾ ਬਹਾਦਰ, ਸੁਘੜ, ਸਿਆਣਾ ਹੈ ਹੀ ਨਹੀਂ। ਸੋ ਗੱਲ ਕਰੀਏ ਹੁਣ, ਜਦੋਂ ਉਹਨੂੰ ਆਗਿਆ ਮਿਲ ਗਈ, ਹੁਣ ਡਾਕਟਰ ਸੁਖਦਿਆਲ ਸਿੰਘ ਨੇ ਤਾਂ ਇੱਥੋਂ ਤੱਕ ਲਿਖਿਆ ਕਿ ਉਹ ਥੋੜ੍ਹੇ ਬਹੁਤੇ ਸਿੱਖ ਨਹੀਂ ਤੇ ਕਾਫੀ ਵੱਡੀ ਹਜ਼ਾਰਾਂ ਦੀ ਗਿਣਤੀ 'ਚ ਉਹਦੇ ਕੋਲ ਬੰਦੇ ਸੀ, ਔਰ ਉਹ ਸਾਰੇ ਲੈ ਕੇ ਤੁਰਿਆ ਉੱਥੋਂ। ਤਾਂ ਹੀ ਜਦੋਂ ਤੁਰ ਰਿਹਾ, ਹੈਰਾਨੀ ਦੀ ਗੱਲ ਇਹ ਹੈ, ਦੱਖਣ ਦੇ ਵਿੱਚੋਂ ਜਾਣੀ ਕਿ ਹਜੂਰ ਸਾਹਿਬ ਵੱਲੋਂ ਤੁਰਿਆ ਬੰਦਾ ਪੰਜਾਬ 'ਚ ਦਾਖਲ ਹੋ ਜਾਂਦਾ, ਔਰ ਉਹ ਇਹੋ ਜਿਹੇ ਤੂਫਾਨ ਵਾਂਗੂ ਦਾਖਲ ਹੁੰਦਾ, ਹਾਰੇ ਹੀ ਨਹੀਂ ਕਿਤੇ, ਕਿਸੇ ਨੇ ਜੁਰਤ ਹੀ ਨਹੀਂ ਕੀਤੀ ਉਹਦੇ ਅੱਗੇ ਆਉਣ ਦੀ। ਜਿੱਥੇ ਜਾਂਦਾ ਧੁੰਮਾਂ ਪਾ ਕੇ ਨਿਕਲ ਜਾਂਦਾ, ਪਿੰਡਾਂ ਨੂੰ ਤਬਾਹ ਕਰਦਾ ਰਿਹਾ। ਜਿੱਥੇ ਜਰਾ ਸੁਣਦਾ ਵੀ ਆਹ ਪੰਥ ਦੋਖੀ ਹੈ, ਇਹਨੇ ਜ਼ੁਲਮ ਕੀਤੇ ਹੋਏ ਨੇ, ਗਰੀਬਾਂ ਤੇ ਮਜ਼ਲੂਮਾਂ ਤੇ ਧੱਕਾ ਕੀਤਾ ਹੋਇਆ, ਤਬਾਹ ਕਰ ਦਿੰਦਾ। ਨਹੀਂ ਤਾਂ ਨਹੀਂ, ਇਹਦਾ ਮਤਲਬ ਬੰਦੇ ਪੂਰੇ ਉਹਦੇ ਨਾਲ ਤਿਆਰ ਬਰ ਤਿਆਰ, ਪਹਿਲੇ ਯੋਧੇ ਨੇ ਜਿਹੜੇ ਤਿਆਰ ਕੀਤੇ ਨੇ ਗੁਰੂ ਪਾਤਸ਼ਾਹ ਨੇ, ਪੂਰੀ ਫੌਜ ਤਿਆਰ ਕੀਤੀ ਹੋਈ ਹੈ ਉਹਦੇ ਲਈ। ਤੇ ਉਹ ਲੈ ਕੇ ਜਦੋਂ ਤੁਰਿਆ ਸਹਿਰੀ ਤੇ ਖੰਡਾ ਕੋਲੇ, ਜਦੋਂ ਪੰਜਾਬ ਦੀਆਂ ਹੱਦਾਂ ਤੇ ਆਇਆ, ਇੱਥੇ ਆ ਕੇ ਉਹਨੇ ਟਿਕਾਣਾ ਕੀਤਾ। ਇੱਕਦਮ ਤਾਂ ਉੱਥੇ ਡਾਕੂ ਆਏ, ਉਹ ਡਾਕੂਆਂ ਦਾ ਜਥਾ ਵੀ ਕਹਿੰਦੇ ਬਹੁਤ ਵੱਡਾ ਸੀ, ਐਂ ਕਹਿ ਲਓ ਵੀ ਇੱਕ ਫੌਜ ਸੀ ਡਾਕੂਆਂ ਦੀ, ਸੈਂਕੜਿਆਂ ਦੀ ਗਿਣਤੀ 'ਚ ਉਹ ਡਾਕੂ ਇਕੱਠੇ ਹੋਏ। ਕਿਉਂਕਿ ਉਸ ਵੇਲੇ ਮਾਹੌਲ ਹੈ ਜਿੱਥੇ ਲੁੱਟੋ ਖੋਹ, ਕਿਸੇ ਨੇ ਕਿਹੜਾ ਕੋਈ ਖੰਘਣਾ, ਪਿੰਡਾਂ ਨੂੰ ਲੁੱਟ ਕੇ ਤਬਾਹ ਕਰਕੇ ਲੈ ਜਾਂਦੇ ਤੇ ਜਦੋਂ ਮੂਹਰੇ ਬੰਦਾ ਸਿੰਘ ਉਦੋਂ ਆਇਆ, ਉਹ ਸਾਰੇ ਦੇ ਸਾਰੇ ਡਾਕੂ ਬਲਕਿ ਖਾਲੀ ਹੱਥ ਤੋਰੇ, ਕੁਛ ਮਾਰਤੇ, ਘੋੜੇ ਘਾੜੇ ਚੰਗੇ ਹੱਥ ਲੱਗੇ ਸਿੱਖਾਂ ਦੇ। ਤੇ ਉੱਥੇ ਬੈਠ ਕੇ ਜਿਹੜੇ ਪਾਤਸ਼ਾਹ ਨੇ ਹੁਕਮਨਾਮੇ ਦਿੱਤੇ ਸੀ ਤੇ ਆਪਦੇ ਵੱਲੋਂ ਚਿੱਠੀਆਂ ਲਿਖੀਆਂ ਬੰਦਾ ਸਿੰਘ ਨੇ ਵੀ ਭਾਈ ਗੁਰੂ ਪਾਤਸ਼ਾਹ ਨੇ ਭੇਜਿਆ, ਆਓ ਹੁਣ ਇਸ ਜ਼ੁਲਮ ਦੇ ਰਾਜ ਨੂੰ ਸਦਾ ਲਈ ਖਤਮ ਕਰ ਦਈਏ। ਵਹੀਰਾਂ ਘੱਤਤੀਆਂ ਲੋਕਾਂ ਨੇ, ਜਿੱਥੇ ਜਿੱਥੇ ਖਬਰ ਪਹੁੰਚੀ, ਐਂ ਸਮਝ ਲਓ ਵੀ ਤੁਸੀਂ ਇੱਕ ਨਿਗਾਹ ਮਾਰੋ, ਚਮਕੌਰ ਦੇ ਸਾਕੇ 'ਚ ਜਾਂ ਅਨੰਦਪੁਰ ਦੇ ਘੇਰੇ ਵੇਲੇ ਬਹੁਤੇ ਸਿੱਖ ਨਹੀਂ ਆ ਰਹੇ, ਹੁਣ ਆ ਰਹੇ ਨੇ। ਅਸਲ ਵਿੱਚ ਕੀ ਸੀ, ਹੁਣ ਚਾਰੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦਾ ਇਹ ਨਤੀਜਾ ਸੀ। ਛੋਟੇ ਸਾਹਿਬਜ਼ਾਦਿਆਂ ਨੇ ਤਾਂ ਲੋਕਾਂ ਦੀਆਂ ਨੀਂਦਾਂ ਉਡਾਤੀਆਂ। ਲਾਹਣਤ ਹੈ ਉਹ ਸਾਡੀ ਸਿੱਖੀ ਤੇ, ਲਾਹਣਤ ਹੈ ਉਹ ਸਾਡੇ ਜਿਉਣ ਤੇ। ਐਡੇ ਐਡੇ ਕੁ ਬੱਚੇ ਨਹੀਂ ਉਹਨਾਂ ਤੋਂ ਡਰੇ, ਅਸੀਂ ਬੁਜ਼ਦਲਾਂ ਵਾਂਗੂ ਘਰੇ ਬੈਠੇ ਹਾਂ ਯਾਰ। ਆਹ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੇ ਅੱਗ ਦੇ ਭਾਂਬੜ ਬਾਲਤੇ, ਤੇ ਉਹਨਾਂ ਨੂੰ ਜਿਉਂ, ਇਹ ਸਮਝ ਲਓ ਵੀ ਇੱਕ ਇੱਕ ਸਾਹ ਉਹਨਾਂ ਨੂੰ ਐਂ ਲੱਗਦਾ ਸੀ ਵੀ ਕਿਵੇਂ ਲੈ ਰਹੇ ਹਾਂ ਅਸੀਂ, ਉਹ ਸਮਾਂ ਲੱਭ ਰਹੇ ਤੇ ਕਿਵੇਂ ਆਪਦੇ ਇਸ ਗੁਬਾਰ ਨੂੰ ਕੱਢੀਏ। ਸਰਹੰਦ ਅੱਖਾਂ 'ਚ ਰੜਕਦੀ ਸੀ, ਰਾਤਾਂ ਨੂੰ ਨੀਂਦਾਂ ਨਹੀਂ ਉਹਨਾਂ ਨੂੰ ਆਉਂਦੀਆਂ ਤੀਆਂ ਜਦੋਂ ਇੱਕ ਵਾਰੀ ਗੱਲ ਛਿੜ ਪਾਉਂਦੀ ਸਾਹਿਬਜ਼ਾਦਿਆਂ ਦੀ। ਐਡੇ ਐਡੇ ਕੁ ਬੱਚਿਆਂ ਨਾਲ ਐਡਾ ਜ਼ੁਲਮ ਯਾਰ, ਅਸੀਂ ਫਿਰ ਕਾਹਦੇ ਲਈ ਕਿਉਂ ਜੀ ਰਹੇ ਹਾਂ? ਇਹ ਜ਼ਿੰਦਗੀ ਨਾਲੋਂ ਮਰਨਾ ਬਿਹਤਰ ਹੈ, ਮੌਤ ਵਧੀਆ। ਜਦੋਂ ਬੰਦਾ ਸਿੰਘ ਨੇ ਸੁਨੇਹਾ ਭੇਜਤਾ ਵੀ ਆ ਗਿਆ ਤੇ ਜਿਹਨੇ ਲੈਣਾ ਬਦਲਾ ਸਰਹੰਦ ਤੋਂ, ਫੌਜਾਂ 'ਚ ਸ਼ਾਮਲ ਹੋ ਜਾਓ, ਤਾਂ ਸੋਹਣ ਸਿੰਘ ਸੀਤਲ ਬੜੀ ਕਮਾਲ ਦੀ ਤਿਆਰੀ ਬਾਰੇ ਲਿਖਦਾ ਬੰਦਾ ਸਿੰਘ ਬਹਾਦਰ ਦੀ, ਇਹਨਾਂ ਕਹਿੰਦਾ ਚੜ੍ਹਤਾਂ ਬਾਰੇ। ਕਹਿੰਦਾ ਜਦੋਂ ਢੰਡੋਰਾ ਫਿਰਿਆ ਪਿੰਡਾਂ 'ਚ ਜਾ ਕੇ ਘੋੜੇ ਵਾਲਾ ਕੋਈ ਨਾ ਕੋਈ ਸਿੰਘ ਜਾ ਕੇ ਐਲਾਨ ਕਰਦਾ ਕਿ ਬੰਦਾ ਸਿੰਘ ਆ ਗਿਆ, ਜਿਹਨੇ ਸਰਹੰਦ ਨੂੰ ਫਤਿਹ ਕਰਨਾ, ਆ ਜਾਓ। ਕਹਿੰਦਾ ਜਿੱਥੇ ਜਿੱਥੇ ਖਬਰ ਮਿਲਦੀ, ਜੇ ਕੋਈ ਪਤੀ ਸੁੱਤਾ ਪਿਆ ਤਾਂ ਪਤਨੀ ਭੱਜ ਕੇ ਜਾਂਦੀ ਕਮਰੇ 'ਚ, ਉਹਨੂੰ ਮੋਢਿਆਂ ਤੋਂ ਫੜ ਕੇ ਠਾਲਦੀ, ਛੇਤੀ ਖੜਾ ਹੋ ਜਾ, ਸਰਹੰਦ ਡੀਕ ਰਹੀ ਹੈ, ਸਾਹਿਬਜ਼ਾਦੇ ਡੀਕ ਰਹੇ ਨੇ। ਖੜਾ ਕਰਕੇ ਸੁੱਤੇ ਪਏ ਨੂੰ ਕਹਿੰਦੀ ਬਾ ਭੱਜ ਆ, ਸਿੰਘਾਂ ਨਾਲ ਰਲ ਜਾ। ਜਾ ਕੇ ਭੈਣ ਨੂੰ ਪਤਾ ਲੱਗਦਾ, ਘਰੋਂ ਜੋ ਉਹਦੇ ਕੋਲ ਹਥਿਆਰ ਹੁੰਦਾ ਚੱਕਦੀ, ਖੇਤ ਭੱਜ ਲਾਂਦੀ, ਵੀਰ ਮੇਰਾ ਖੇਤ ਗਿਆ ਹੋਇਆ। ਜਾ ਕੇ ਬਰਛਾ, ਨੇਜਾ, ਗੰਡਾਸਾ, ਜੋ ਹਥਿਆਰ ਰਵਾਇਤੀ ਘਰੇ ਖੇਤ ਫੜਾਉਂਦੀ, ਵੀਰੇ ਸਿੰਘਾਂ ਦਾ ਜੱਥਾ ਜਾ ਰਿਹਾ, ਆਪਾਂ ਨਾ ਪਿੱਛੇ ਰਹਿ ਜਾਈਏ, ਆ ਚੱਕ, ਛੇਤੀ ਰਲ ਜਾ ਬੰਦਾ ਸਿੰਘ ਦੀ ਫੌਜ ਦੇ ਨਾਲ। ਇੱਥੋਂ ਤੱਕ ਸਿਉਣ ਸਿੰਘ ਸੀਤਲ ਲਿਖਦਾ, ਕਹਿੰਦਾ ਜਦੋਂ ਪਿੰਡ 'ਚੋਂ 5, 7, 10 ਜਿੰਨੇ ਵੀ ਬੰਦੇ ਨਿਕਲਦੇ, ਬੀਬੀਆਂ ਕੋਠਿਆਂ 'ਤੇ ਚੜ੍ਹ ਕੇ ਜਕਾਰੇ ਛੱਡਦੀਆਂ ਉਹਨਾਂ ਨੂੰ ਤੋਰ ਕੇ,
ਜਕਾਰਿਆਂ ਨਾਲ ਉਹਦਾ ਹੌਸਲਾ ਅਫਜ਼ਾਈ ਕਰਦੀਆਂ। ਜਕਾਰੇ ਗੂੰਜਦੇ ਰਹਿੰਦੇ, ਇੱਕ ਪਿੰਡ ਦੇ ਜਕਾਰਿਆਂ ਦੀ ਗੂੰਜ ਦੂਜੇ ਪਿੰਡ ਤੱਕ ਪਹੁੰਚਦੀ। ਜੇ ਪਿੰਡ ਚੋਂ ਇੱਕ ਬੰਦਾ ਤੁਰਦਾ, ਉਹਦੇ ਬਾਹਰ ਨਿਕਲਦੇ ਨਿਕਲਦੇ 5 ਹੋ ਜਾਂਦੇ, ਅਗਲੇ ਪਿੰਡ 'ਚ ਤੁਰਦੇ ਤੁਰਦੇ 10, 15, 20 ਤੇ ਤਕੜਾ ਜਥਾ ਬਣ ਜਾਂਦਾ ਸੀ। ਇਹ ਸੋਹਣ ਸਿੰਘ ਸੀਤਲ ਜੀ ਦੀ ਲਿਖੀ ਹੋਈ ਹੈ, ਉਹਨਾਂ ਦੇ ਜੋ ਬੰਦਾ ਸਿੰਘ ਬਹਾਦਰ ਦੀ ਕਿਤਾਬ ਹੈ। ਜੇ ਕਿਸੇ ਭੈਣ ਕੋਲੇ ਕੰਨਾਂ 'ਚ ਕਾਂਟੇ ਸੀ, ਹੱਥਾਂ 'ਚ ਚੂੜੀਆਂ ਸੀ, ਫੜਾਤੀਆਂ ਵੀ ਆਹ ਲੈ ਜਾ ਬੰਦਾ ਸਿੰਘ ਨੂੰ ਭੇਟ ਕਰ ਦਿਓ, ਜੰਗ 'ਚ ਕੰਮ ਆਉਣਗੇ। ਮੈਂ ਕੀ ਕਰਨੀਆਂ ਨੇ, ਅੱਗ ਲੱਗੇ ਸੋਨਾ ਜਿਹੜਾ ਕੰਨਾਂ ਨੂੰ ਖਾਵੇ। ਇਹ ਮੁਹਾਵਰਾ ਇਸੇ ਲਈ ਬਣਾਇਆ ਹੋਇਆ ਹੈ। ਜਦੋਂ ਕਿਸੇ ਚੀਜ਼ ਨੂੰ ਦੂਰ ਕਰਨਾ ਹੋਵੇ ਆਪਦੇ ਤੋਂ, ਤਾਂ ਉਹਦੇ ਪ੍ਰਤੀ ਭਾਵੇਂ ਸੋਨਾ ਸਭ ਤੋਂ ਵੱਧ ਪਿਆਰ ਕਰਦੀਆਂ ਨੇ ਬੀਬੀਆਂ ਸੋਨੇ ਨੂੰ, ਗਹਿਣਿਆਂ ਨੂੰ। ਪਰ ਜਦੋਂ ਤਿਆਗਣਾ ਹੋਵੇ ਤਾਂ ਉਹ ਇਹੀ ਕਹਿ ਕੇ ਤਿਆਗਦੇ ਨੇ ਵੀ ਕੀ ਕਰਨਾ, ਕੰਨਾਂ ਨੂੰ ਖਾ ਰਿਹਾ, ਇਹਦੇ ਭਾਵ ਕੰਨਾਂ 'ਚੋਂ ਕਾਂਟੇ ਹੁੰਦੇ ਨੇ ਨਾ, ਅੱਗ ਲੱਗੇ ਸੋਨਾ ਜਿਹੜਾ ਕੰਨਾਂ ਨੂੰ ਖਾਵੇ। ਲਾ ਲਾ ਕੇ ਫੜਾਤੇ ਘਰ 'ਚ ਜੋ ਕਿਸੇ ਸੀ। ਜੇ ਬਲਦਾਂ ਦੀ ਜੋੜੀ ਤੀ, ਵੇਚਤੀ ਉਹਨੇ, ਕਿਉਂਕਿ ਉਸ ਵੇਲੇ ਬਲਦ ਸਭ ਤੋਂ ਕੀਮਤੀ ਸ਼ੈ ਸੀ। ਖੇਤੀ ਹੁੰਦੀ ਉਹਨਾਂ ਦੇ ਸਿਰ ਤੇ ਸੀ, ਉਹ ਭਰਾ ਸਮਝੇ ਜਾਂਦੇ ਤੇ, ਜ਼ਿਮੀਂਦਾਰ ਆਪਦੇ ਭਰਾ ਸਮਝਦੇ ਤੇ ਉਹਨਾਂ ਨੂੰ, ਬਲਦਾਂ ਨੂੰ। ਉਹ ਵੀ ਵੇਚਤੇ। ਜਿਹਦੇ ਕੋਲੇ ਜੋ ਹਥਿਆਰ ਤੇ ਲੈ ਕੇ ਤੁਰ ਪਿਆ, ਬਸ ਵੀ ਬੰਦਾ ਸਿੰਘ ਆ ਗਿਆ। ਇਹ ਇੱਕ ਭਾਂਬੜ ਵਾਲਿਆ ਸੀ ਦਸ਼ਮੇਸ਼ ਪਿਤਾ ਨੇ, ਕਿਉਂਕਿ ਬੰਦਾ ਸਿੰਘ ਨੇ ਹਲੇ ਕੋਈ ਪ੍ਰਚਾਰ ਨਹੀਂ ਸੀ ਕੀਤਾ। ਇਹ ਪ੍ਰਚਾਰ ਤਾਂ ਗੁਰੂ ਪਾਤਸ਼ਾਹ ਨੇ ਕੀਤਾ ਹੋਇਆ ਸੀ, ਤੇ ਉਹਦੇ ਲਈ ਤਾਂ ਪਲਾਟ ਸਾਰਾ ਤਿਆਰ ਕਰਕੇ ਗਏ ਨੇ ਮਹਾਰਾਜ। ਇਹਨੂੰ ਬਖਸ਼ਿਸ਼ ਕਹਿ ਲਓ, ਇਹਨੂੰ ਪਲੈਨਿੰਗ ਕਹਿ ਲਓ, ਨਾਮ ਕੋਈ ਵੀ ਲੈ ਸਕਦੇ ਹੋ, ਇਹਨੂੰ ਦੂਰਅੰਦੇਸ਼ੀ ਕਹਿ ਲਓ, ਕੁਛ ਵੀ ਕਹੋਗੇ, ਪਰ ਅਖੀਰ ਨੂੰ ਗੱਲ ਇਹੀ ਆਊਗੀ ਕਿ ਪਿਤਾ ਦਸ਼ਮੇਸ਼ ਜੀ ਨੇ ਕਮਾਲ ਕੀਤੀ ਹੈ ਚਾਰੇ ਲਾਲ ਬਾਰੇ। ਤੇ ਕਦੇ ਜਿਤਾਇਆ, ਕਦੇ ਉਹਨਾਂ ਨੇ ਇਹ ਜਿਤਾਇਆ ਕਿ ਮੈਂ ਤੁਹਾਡੇ ਲਈ ਆਹ ਕੀਤਾ। ਜਦੋਂ ਮਾਤਾਵਾਂ ਨੇ ਪੁੱਛਿਆ, ਕਿ ਮਾਤਾ ਜੀ ਨੇ ਪੁੱਛਿਆ ਵੀ ਮੇਰੇ ਬੱਚੇ ਕਿੱਥੇ ਨੇ, ਤਾਂ ਕੀ ਜਵਾਬ ਦਿੱਤਾ ਸੀ? ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ, ਚਾਰ ਮੂਹੇ ਤੋਂ ਕਿਆ ਹੁਆ, ਜੀਵਤ ਕਈ ਹਜ਼ਾਰ। ਕੀ ਹੋ ਗਿਆ? ਕਹਿੰਦੇ ਜੇ 4 ਵਾਰ ਤੇ ਕਿੱਡੀ ਕੁ ਗੱਲ ਹੈ, ਆ ਹਜ਼ਾਰਾਂ ਬੈਠੇ ਨੇ। ਹੈ ਕੋਈ ਐਡਾ ਜਿਗਰਾ? ਕਿਤੇ ਇਤਿਹਾਸ 'ਚ ਐਡਾ ਜਿਗਰਾ ਮਿਲਦਾ ਹੋਵੇ? ਤੇ ਜਿਸ ਬੰਦੇ ਦੇ ਅੰਦਰ ਥੋੜਾ ਬਹੁਤਾ ਵੀ ਦਿਲ ਸੀ, ਫਿਰ ਉਹ ਤਾਂ ਪਿਘਲੂਗਾ ਹੀ ਨਾ। ਉਹ ਤਾਂ ਚਾਹੁੰਦੇ ਹੀ ਸੀ ਕਿ ਮੈਂ ਹੁਣ ਦਸ਼ਮੇਸ਼ ਦਾ ਅਜੀਤ ਬਣ ਜਾ, ਕੋਈ ਕਹਿੰਦਾ ਮੈਂ ਜੁਝਾਰ ਬਣ ਜਾ, ਕੋਈ ਸਾਹਿਬ ਜੋਰਾਵਰ ਸਿੰਘ, ਫਤਿਹ ਸਿੰਘ ਬਣ ਕੇ ਦੇਖ ਲਈਏ। ਇਹ ਚੀਜ਼ ਉਹਨਾਂ ਦੇ ਅੰਦਰ ਭਰੀ ਗਈ ਕਿ ਮਹਾਰਾਜ ਇੰਨਾ ਪਿਆਰ ਕਰਦੇ ਨੇ। ਕੀ ਕਿਹਾ? ਇਨ ਗਰੀਬ ਸਿੱਖਨ ਕੋ ਦੇਹੂੰ ਪਾਤਸ਼ਾਹੀ, ਜੇ ਯਾਦ ਕਰੇ ਹਮਰੀ ਗੁਰਿਆਈ। ਇਹਨਾਂ ਨੂੰ ਦੇਊਂਗਾ ਮੈਂ। ਅੱਜ ਤੱਕ ਕਈਆਂ ਨੇ ਜੋੜ ਲਈਆਂ ਨਾ ਆਪਦੇ ਨਾਲ, ਸਾਨੂੰ ਦੇ ਗਏ ਨੇ, ਸਾਨੂੰ ਦੇ ਗਏ ਨੇ। ਕਿਸੇ ਨੂੰ ਨਹੀਂ ਦੇ ਗਏ ਹੋਏ, ਕਿਸੇ ਖਾਸ ਬੰਦੇ ਨੂੰ ਨਹੀਂ ਦੇ ਗਏ। ਉਹ ਗਰੀਬ ਸਿੱਖਣ ਕੋ ਦੇਹੇ ਪਾਤਸ਼ਾਹੀ। ਤੇ ਗਰੀਬ ਦਾ ਮਤਲਬ ਇਹੀ ਨਹੀਂ ਕਿ ਕੋਈ ਅਮੀਰ ਬੰਦਾ ਸਿੱਖੇ। ਅਮੀਰ ਤੋਂ ਭਾਵ ਪੈਸਾ। ਆਪਾਂ ਗਰੀਬੀ ਆਮ ਤੌਰ ਤੇ ਪੈਸੇ ਪੱਖੋਂ ਲੈਂਦੇ ਹਾਂ। ਮੀਨਿੰਗ ਕੀ ਹੈ? ਸੋਚ, ਧਿਆਨ ਤੇ ਤੁਹਾਡੀ ਨਿਮਰਤਾ। ਕੀ ਕੋਈ ਜਿਹੜਾ ਹੁਣ ਰਾਜਾ ਸ਼ਿਵਨਾਭ ਬਾਦਸ਼ਾਹ ਸੀ, ਪਰ ਗੁਰੂ ਨਾਨਕ ਦਾ ਸਿੱਖ ਸੀ। ਇਹਦਾ ਮਤਲਬ ਇਹ ਨਹੀਂ ਕਿ ਰਾਜੇ ਸਿੱਖ ਨਹੀਂ ਬਣ ਸਕਦੇ। ਗੱਲ ਹੈ ਤੁਹਾਡੀ ਸੋਚ ਤੇ। ਤੁਸੀਂ ਦੌਲਤ ਨੂੰ ਜੇ ਕਮਾਈ ਵੀ ਹੈ, ਕਿਸ ਢੰਗ ਨਾਲ ਕਮਾਈਏ, ਆਪਾਂ ਕਦੇ ਵੱਖਰਾ ਫੇਰ ਸਾਂਝ ਕਰਾਂਗੇ। ਤੇ ਆਪਾਂ ਹੁਣ ਬੰਦਾ ਸਿੰਘ ਤੇ ਧਿਆਨ ਦੇਈਏ। ਤੇ ਗੁਰੂ ਪਾਤਸ਼ਾਹ ਨੇ ਸਾਰਾ ਜਿਹੜਾ ਆਪਣਾ ਇਹ ਕਹਿ ਲਓ ਪਿਆਰ ਸਿੱਖ ਕੌਮ ਨੂੰ ਦੇਤਾ। ਆਪਣੀ ਗੋਦੀ ਚੋਂ ਚਾਰੇ ਲਾਲ, ਇਹ ਸਮਝ ਲਓ, ਠਾਲਤੇ, ਤੇ ਖਾਲਸਾ ਪੰਥ ਨੂੰ ਆਪਣੀ ਗੋਦੀ 'ਚ, ਆਪਣੀ ਬੁੱਕਲ 'ਚ ਬਿਠਾ ਲਿਆ ਕਿ ਇਹ ਮੇਰਾ ਹੁਣ ਪੁੱਤ ਹੈ, ਇਹੀ ਮੇਰੇ ਸਭ ਕੁਛ ਨੇ, ਹੋਰ ਮੇਰਾ ਕੁਛ ਨਹੀਂ। ਉਹ ਜਿਹੜੇ ਚਾਰੇ ਵਾਰੇ ਨੇ ਉਹ ਮੇਰੇ ਸਿੱਖ ਤੇ, ਉਹ ਵੀ, ਉਹਨਾਂ ਨੂੰ ਬੇਟੇ ਨਾ ਕਹੋ, ਉਹ ਵੀ ਮੇਰੇ ਸਿੱਖ ਤੇ ਇਹ ਵੀ ਮੇਰੇ ਸਿੱਖ ਨੇ, ਜਾਨਾਂ ਤੋਂ ਪਿਆਰੇ ਨੇ। ਤੇ ਬੰਦਾ ਸਿੰਘ ਉਹਨਾਂ ਪੁੱਤਰਾਂ 'ਚੋਂ ਹੀ ਇੱਕ ਪੁੱਤਰ ਸੀ, ਭਾਵੇਂ ਕਿ ਦਸ਼ਮੇਸ਼ ਪਿਤਾ ਜੀ ਤੋਂ ਸਿਰਫ ਔਰ ਸਿਰਫ 4 ਸਾਲ ਛੋਟਾ ਸੀ। 38 ਸਾਲ ਦੀ 38 ਸਾਲ ਦੀ ਉਮਰ ਸੀ ਜਦੋਂ ਪਾਤਸ਼ਾਹ ਨੇ ਉਹਨਾਂ ਨੂੰ ਕਮਾਂਡਰ ਇਨ ਚੀਫ ਬਣਾ ਕੇ ਪੰਜਾਬ ਦੇ ਵੱਲ ਭੇਜਿਆ। ਤੇ ਹਜ਼ੂਰ 41 ਸਾਲ ਦੀ ਤੇ ਕੁਛ ਕੁ ਮਹੀਨੇ, ਜਾਣੀ ਕਿ 42 ਸਾਲ ਦੇ ਨੇੜੇ ਸੀ ਜਦੋਂ ਚੜ੍ਹਾਈ ਕਰ ਗਏ ਨੇ, ਸ਼ਹੀਦ ਹੋ ਗਏ ਨੇ, ਕਿਉਂਕਿ ਛੁਰੇ ਮਾਰੇ ਗਏ ਨੇ। ਤੇ ਛੁਰਿਆਂ ਨਾਲ ਤਾਂ ਸ਼ਹੀਦ ਹੀ ਹੁੰਦਾ ਬੰਦਾ, ਉਹਨੂੰ ਆਪਾਂ ਜੋਤੀ ਜੋਤ ਸਮਾਣਾ ਕਹਿ ਲਈਏ, ਕਿਉਂਕਿ ਸਾਡੇ 'ਚ ਸ਼ਹੀਦੀਆਂ ਇੰਨੀਆਂ ਨੇ ਤੇ ਅਸੀਂ ਗੁਰੂ ਪਾਤਸ਼ਾਹ ਨੂੰ ਜੋਤੀ ਜੋਤ ਸਮਾਣਾ ਹੀ ਆਮ ਤੌਰ ਤੇ ਕਹਿੰਦੇ, ਜਦੋਂ ਕਿ ਕੀਤੇ ਉਹ ਸ਼ਹੀਦ ਗਏ ਨੇ ਛੁਰੇ ਮਾਰ ਕੇ। ਸੋ ਖੈਰ, ਬੰਦਾ ਸਿੰਘ ਬਹਾਦਰ ਜਦੋਂ ਪੰਜਾਬ ਵਿੱਚ ਦਾਖਲ ਹੋ ਗਿਆ, ਖੰਡਾ ਸਹਿਰੀ ਪਹਿਲਾ ਪੜਾਅ ਕੀਤਾ ਮਾਲਵੇ, ਕਿਉਂਕਿ ਮਾਲਵਾ ਸੀ, ਤੇ ਮਾਲਵੇ ਦੇ ਸਿੱਖ ਮਲਵਈ ਦਿਨਾਂ 'ਚ ਹਜ਼ਾਰਾਂ ਦੀ ਗਿਣਤੀ ਵਿੱਚ ਉਹਨਾਂ ਕੋਲੇ ਪਹੁੰਚ ਗਏ। ਹਜ਼ਾਰਾਂ ਦੀ ਗਿਣਤੀ 'ਚ ਤਿਆਰੀ ਪੂਰੀ ਲਈ ਬੈਠੇ। ਤੇ ਇਸੇ ਲਈ ਪਿਤਾ ਦਸ਼ਮੇਸ਼ ਨੇ ਵੀ ਲਿਖਿਆ ਸੀ, ਔਰੰਗਜ਼ੇਬ ਨੂੰ ਵੀ ਲਿਖਿਆ ਜਫਰਨਾਮੇ 'ਚ, ਵੀ ਤੂੰ ਪੰਜਾਬ ਹੁਣ ਆ ਕੇ ਤਾਂ ਦਿਖਾ, ਹੁਣ ਤੇਰੇ ਪੈਰਾਂ ਥੱਲੇ ਮੈਂ ਅੱਗ ਦੇ ਭਾਂਬੜ ਬਾਲ ਦੂੰ, ਤੈਨੂੰ ਪਾਣੀ ਦਾ ਮੈਂ ਘੁੱਟ ਨਹੀਂ ਪੀਣ ਦੇਣਾ, ਹੁਣ ਤੂੰ ਆ ਤਾਂ ਸਹੀ। ਇਹ ਤਾਂ ਹੀ ਲਿਖਿਆ ਸੀ ਜੇ ਉਹਨਾਂ ਨੇ ਦੇਖ ਲਿਆ ਤੀ ਕਿ ਹੁਣ
ਕਿਸ ਢੰਗ ਦੇ ਨਾਲ ਲੋਕ ਉਖੜੇ ਬੈਠੇ ਨੇ ਤੇ ਭਰੇ ਬੈਠੇ ਨੇ ਅੰਦਰੋਂ। ਤੇ ਜਦੋਂ ਬੰਦਾ ਸਿੰਘ ਆਇਆ ਤੇ ਗੁਰੂ ਪਾਤਸ਼ਾਹ ਦੇ ਹੁਕਮਨਾਮੇ ਵੀ ਪਏ ਨੇ, ਮੈਂ ਪਹਿਲਾਂ ਵੀ ਦੱਸ ਚੁੱਕਿਆ ਕਿ ਉਹਨਾਂ ਨੇ ਲਿਖਿਆ ਕਿ ਮੈਂ ਛੇਤੀ ਆਉਣਾ। ਉਹ ਤੁਹਾਨੂੰ ਦੱਸਿਆ ਵੀ ਹਲੇ ਖੋਜਾਂ ਹੋਣੀਆਂ ਬਾਕੀ ਨੇ ਕਿ ਕੀ ਕਾਰਨ ਹੈ, ਇਸ ਪਾਸੇ ਹਲੇ ਤੁਰੇ ਨਹੀਂ ਆਪਾਂ ਕਦੇ। ਵਾਹਿਗੁਰੂ ਕਰੇ ਸਾਡੇ ਵਿਦਵਾਨ ਇਤਿਹਾਸਕਾਰ ਇਸ ਪਾਸੇ ਵੀ ਤੁਰ ਪੈਣ। ਸੋ ਬੰਦਾ ਸਿੰਘ ਬਹਾਦਰ ਜਦੋਂ ਆ ਗਿਆ, ਮਾਲਵੇ ਦੇ ਸਿੱਖ ਧੜਾ ਧੜ ਪਹੁੰਚਣ ਲੱਗ ਪਏ। ਉਹ ਬਹੁਤ, ਤੁਹਾਨੂੰ ਦੱਸਿਆ ਵੀ ਪਾਤਸ਼ਾਹ ਨੇ ਸਪੈਸ਼ਲੀ ਤਿਆਰ ਕਰਿਆ ਹੋਇਆ, ਆਮ ਬੰਦਾ ਨਹੀਂ। ਉਹਨੂੰ ਪਤਾ ਹੈ ਸਰਹੰਦ ਨੂੰ ਹੱਥ ਪਾਉਣਾ ਕੋਈ ਬੱਚਿਆਂ ਦੀ ਖੇਡ ਨਹੀਂ। ਜੀ ਕਿਹਦਾ ਨਹੀਂ ਕਰਦਾ ਸੀ, ਹਰੇਕ ਸਿੱਖ ਰਾਤ ਨੂੰ ਸੁੱਤਾ ਪਿਆ ਉੱਠ ਕੇ ਉੱਬੜ ਬਾਹੇ ਉੱਠਦਾ ਸੀ, ਡਾਂਗ ਚੱਕ ਕੇ ਵੀ ਸਰਹੰਦ ਤੇ ਪੈਣਾ। ਹਰੇਕ ਦਾ ਜੀ ਕਰਦਾ ਸੀ ਵਜ਼ੀਰ ਖਾਨ ਨੂੰ ਹੁਣ ਖਤਮ ਕਰ ਦਈਏ। ਔਰੰਗਜ਼ੇਬ ਤੇ ਵੀ ਤਲਵਾਰ ਨਾਲ 2 ਸਿੱਖਾਂ ਨੇ ਹਮਲਾ ਕੀਤਾ ਸੀ 9ਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਬਾਅਦ, ਪਰ ਦੋਨੇ ਸ਼ਹੀਦ ਕਰਤੇ, ਮਾਰਤੇ ਉਹਨਾਂ ਨੇ। ਬੰਦਾ ਸਿੰਘ ਨੂੰ ਵੀ ਪਤਾ ਸੀ ਐਂ ਕੱਚੇ ਪੈਰੀ ਹੱਥ ਪਾ ਲਿਆ ਸਾਰੀ ਕੌਮ ਨੂੰ ਖਤਮ ਕਰ ਦੂ। ਆਮ ਬੰਦਾ ਨਹੀਂ ਹੈਗਾ ਵਜ਼ੀਰ ਖਾਨ। ਉਹਦੇ ਆਲੇ ਦੁਆਲੇ ਜਿੰਨੇ ਬੈਠੇ ਨੇ ਠਾਣੇ ਉਹਦੇ ਨੇ। ਅਸੀਂ ਬਾਅਦ 'ਚ ਤੁਰਾਂਗੇ, ਸਾਨੂੰ ਪਹਿਲਾਂ ਅਟੈਕ ਹੋਣਾ ਉਹਨਾਂ ਦਾ। ਦਿੱਲੀ ਤੱਕ ਤੋਂ ਮਦਦ ਆਊਗੀ ਅਗਲੇ ਨੂੰ। ਬਹੁਤ ਸਿਆਣਾ, ਇਸੇ ਲਈ ਪਾਤਸ਼ਾਹ ਨੇ ਉਹਨੂੰ ਤਿਆਰ ਕੀਤਾ ਸੀ ਵੀ ਹਰ ਕਦਮ ਜਿੱਥੇ ਪੈਰ ਰੱਖਦੇ ਪੱਟਣਾ ਨਾ ਦੁਬਾਰੇ ਪਵੇ। ਔਰ ਸੋਹਣ ਸਿੰਘ ਸੀਤਲ ਉਹਦੇ ਮਨ ਬਾਰੇ ਲਿਖਦਾ ਹੈ ਕਿ ਬੰਦਾ ਸਿੰਘ ਬਹਾਦਰ ਕਦੇ ਵੀ ਜੱਕੋ ਤੱਕੀ 'ਚ ਨਹੀਂ ਪਿਆ। ਆਪਾਂ ਆਮ ਤੌਰ 'ਤੇ ਰੋਟੀ ਖਾਣ ਵੇਲੇ ਸਬਜ਼ੀ ਬਣਾਉਣ ਲੱਗੇ ਜੇ ਪੁੱਛ ਲਏ ਤਾਂ ਇਸੇ ਪਏ ਰਹਿੰਦੇ ਵੀ ਕੀ ਬਣਾਈਏ ਅੱਜ, ਆਹ ਬਣਾਈਏ ਕਿ ਆਹ ਬਣਾਈਏ, ਸਾਡੇ ਤੋਂ ਆਹ ਫੈਸਲਾ ਨਹੀਂ ਹੁੰਦਾ। ਤੇ ਬੰਦਾ ਸਿੰਘ ਬਹਾਦਰ ਕਦੇ ਜੱਕੋ ਤੱਕੀ 'ਚ ਨਹੀਂ ਪਿਆ। ਜੇ ਅਟੈਕ ਕਰਨਾ ਤਾਂ ਕਰਨਾ, ਜੇ ਨਹੀਂ ਕਰਨਾ ਤਾਂ ਨਹੀਂ ਕਰਨਾ। ਬਸ ਵਿਚਾਲੇ ਵਾਲਾ ਆਹ ਨਹੀਂ ਤੀ ਵੀ ਕਰੀਏ ਕਿ ਨਾ। ਜੇ ਉਹਨੇ ਦੇਖਿਆ ਵੀ ਹੁਣ ਲੋਹਾ ਗਰਮ ਹੈ, ਸੱਟ ਮਾਰ ਦਈਏ, ਚਲੋ ਅਟੈਕ। ਜੇ ਦੇਖਿਆ ਨਾ ਹਾਲੇ ਸਮਾਂ ਸਹੀ ਨਹੀਂ ਲੱਗਦਾ, ਇੱਥੇ ਬਣਨੀ ਨਹੀਂ ਗੱਲ, ਚਲੋ ਵੀ ਫੌਜਾਂ ਪਿੱਛੇ। ਡਬਲ ਮਾਈਂਡਡ ਹੈ ਹੀ ਨਹੀਂ ਤੀ ਕੰਮ। ਸੋ ਕਿੰਨਾ ਕੁ, ਕਿਸ ਢੰਗ ਨਾਲ ਮਹਾਰਾਜ ਨੇ ਤਿਆਰ ਕਰਿਆ ਹੋਊਗਾ ਉਹ ਬੰਦਾ, ਕਿੰਨੀ ਕੁ ਸਿੱਖਿਆ ਦਿੱਤੀ ਹੋਊਗੀ, ਗੁਰਬਾਣੀ ਦਾ ਕਿੰਨਾ ਕੁ ਗਿਆਤਾ ਬਣਾਇਆ ਹੋਊਗਾ ਉਹਨੂੰ, ਜਿਹੜੇ 'ਚ ਇੰਨੀ ਕੁ ਨਿਮਰਤਾ। ਜਿੰਨਾ ਸਮਾਨ ਜਦੋਂ ਪਿੰਡਾਂ 'ਚੋਂ ਵਹੀਰਾਂ ਘੱਤ ਕੇ ਪਹੁੰਚਣ ਲੱਗੀਆਂ ਉਹਦੇ ਕੋਲੇ, ਕਿਉਂਕਿ ਬਹੁਤੇ ਤਾਂ ਉਹਨੂੰ ਇਹੀ ਸਮਝਦੇ ਸੀ ਵੀ ਗੁਰੂ ਹੈ, ਇਸ ਲਈ ਭੁਲੇਖਾ ਵੀ ਪੈਂਦਾ। ਬਹੁਤ ਸਾਰਿਆਂ ਨੂੰ ਗੁਰੂ ਵੀ ਲਿਖਿਆ ਹੋਇਆ। ਅੱਜ ਅਸੀਂ ਟਕੇ ਟਕੇ ਦੇ ਬੰਦਿਆਂ ਨੂੰ ਗੁਰੂ ਮਹਾਰਾਜ ਕਹਿ ਦਿੰਦੇ ਹਾਂ, ਤੇ ਉਹ ਤਾਂ ਇੱਕਦਮ ਗੁਰੂ ਪਾਤਸ਼ਾਹ ਤੋਂ ਬਾਅਦ ਬੰਦਾ, ਜਾਣੀ ਕਿ ਇੱਕ ਸਰੀਰ ਹੋਰ ਆਇਆ ਔਰ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਬਣੇ ਨੇ। ਭੁਲੇਖਾ ਖਾਣਾ ਕੋਈ ਵੱਡੀ ਗੱਲ ਨਹੀਂ ਸੀ ਲੋਕਾਂ ਦਾ। ਤੇ ਉਹਨਾਂ ਨੂੰ ਆ ਕੇ ਭਟਾਵਾਂ ਭੇਟ ਕਰਦੇ, ਔਰ ਉਹ ਬੰਦਾ 1 ਰੁਪਈਆ ਆਪਦੇ ਜੇਬ 'ਚ ਨਹੀਂ ਰੱਖਦਾ ਸੀ। ਸਾਰਾ ਦਾ ਸਾਰਾ ਸਿੱਖਾਂ 'ਚ, ਗਰੀਬਾਂ 'ਚ ਤੇ ਲੋੜਵੰਦਾਂ 'ਚ ਵੰਡਦਾ ਹੁੰਦਾ। ਜਦੋਂ ਮਾਇਆ ਦੇ ਢੇਰ ਆਉਣ ਲੱਗੇ, ਮੋਹਰਾਂ ਖਜ਼ਾਨੇ ਆਉਣ ਲੱਗੇ, ਕੁਛ ਲੁੱਟਾਂ ਕੀਤੀਆਂ, ਸ਼ਾਹੀ ਖਜ਼ਾਨੇ ਲੁੱਟੇ, ਵੱਡੇ ਵੱਡੇ ਅਮੀਰ ਲੁੱਟੇ, ਜਿਹੜੇ ਲੋਕਾਂ ਨੂੰ ਲੁੱਟ ਲੁੱਟ ਕੇ ਜਿਹਨਾਂ ਨੇ ਘਰ ਭਰੇ ਤੇ ਜੇ ਕੋਈ ਗਰੀਬ ਉਹਨਾਂ ਨੂੰ ਮਿਲਣ ਆਉਂਦਾ ਤਾਂ ਮੋਹਰ ਸੋਨੇ ਦੀ ਉਹਨਾਂ ਵੇਲਿਆਂ 'ਚ ਬਹੁਤ ਵੱਡੀ ਕੀਮਤ ਸੀ। ਮੈਂ ਤੁਹਾਨੂੰ ਦੱਸਿਆ ਵੀ 1 ਰੁਪਈਏ ਦੀ ਕੀਮਤ ਵੀ ਕੁਛ ਟਾਈਮ ਪਹਿਲਾਂ ਬਹੁਤ ਵੱਡੀ ਸੀ। ਤੇ ਇਹ ਉਹਨਾਂ ਨੂੰ ਮੋਹਰ, ਜਿਹੜਾ ਮੱਥਾ ਟੇਕਣ ਵੀ ਆਉਂਦਾ ਉਹਨੂੰ ਮੋਹਰ ਦੇ ਦਿੰਦੇ। ਤੇ ਲੋਕਾਂ 'ਚ ਪਤਾ ਕੀ ਗੱਲ ਚੱਲ ਪਈ, ਇਹਦੇ ਬਾਰੇ ਕਹਾਣੀਆਂ ਪ੍ਰਚਲਿਤ ਹੋ ਗਈਆਂ। ਬੰਦਾ ਸਿੰਘ, ਕਿਉਂਕਿ ਇਹਦੇ ਬਾਰੇ ਇਹ ਕਹਾਣੀ ਵੀ ਪ੍ਰਚਲਿਤ ਹੋਈ ਸੀ ਵੀ ਜਾਦੂ ਕਰਦਾ, ਇਹ ਰਿੱਧੀਆਂ ਸਿੱਧੀਆਂ ਸਿੱਖਿਆ ਹੋਇਆ, ਕਿਉਂਕਿ ਬਹੁਤ ਕੁਛ ਕਰਿਆ ਇਹਨੇ ਲੋਕਾਂ 'ਚ ਭੇਖ ਬਣਾਉਣ ਦੇ ਲਈ। ਲੋਕਾਂ ਨੂੰ ਇਹ ਸਮਝ ਲਓ ਕਿ ਆਪਦਾ ਆਪ ਲੁਕਾਉਣ ਦੇ ਲਈ ਹੋਰ ਕੰਮ ਕਰਦਾ ਰਿਹਾ ਇਹ। ਤਾਂ ਇਹ ਜਦੋਂ ਮੋਹਰਾਂ ਦਿੰਦਾ ਹਰੇਕ ਨੂੰ ਜਿਹੜਾ ਮੱਥਾ ਟੇਕਣ ਜਾਂਦਾ, ਤਾਂ ਆਮ ਤੌਰ 'ਤੇ ਇਹ ਗੱਲ ਪ੍ਰਚਲਿਤ ਹੋ ਗਈ ਕਿ ਬੰਦਾ ਸਿੰਘ ਜਾਦੂਗਰ ਹੈ। ਉਹ ਤਾਂ ਸੋਨਾ ਬਣਾਉਂਦਾ, ਹੱਥ ਲਾ ਦੋ ਚੀਜ਼ ਨੂੰ ਸੋਨਾ ਬਣਾਉਂਦਾ ਤੇ ਐਂ ਸੋਨਾ ਵੰਡੀ ਜਾਂਦਾ। ਇਹ ਚੀਜ਼ਾਂ ਪ੍ਰਚਲਿਤ ਹੋ ਗਈਆਂ। ਕੋਈ ਕਿਹਾ ਕਰੇ ਉਹ ਜਾਦੂਗਰ, ਤਾਂ ਵੀਰ ਬੂਰ ਕੀਲ ਕੇ ਰੱਖੇ ਹੋਏ ਨੇ, ਉਹ ਨਹੀਂ ਪਰਵਾਹ ਕਰਦਾ। ਇਹਦੇ ਨਾਲ ਆਪਦੇ ਬੰਦਿਆਂ 'ਚ ਤਾਂ ਉਤਸ਼ਾਹ, ਜਿਹੜੇ ਤਾਂ ਗੁਰਸਿੱਖ ਤੇ ਐਨ ਹੰਡੇ ਹੋਏ ਗੁਰੂ ਸਾਹਿਬ ਦੀ ਸਿੱਖਿਆ ਤੋਂ ਤਾਂ ਸਮਝਦੇ ਤੇ ਇਹਨਾਂ ਗੱਲਾਂ ਨੂੰ ਵੀ ਪਾਤਸ਼ਾਹ ਨੇ ਕਿਹਨੂੰ ਭੇਜਿਆ ਤੇ ਸਾਨੂੰ ਪਤਾ ਰਿੱਧੀਆਂ ਸਿੱਧੀਆਂ ਜਾਂ ਕੀ ਹੁੰਦੀਆਂ ਨੇ ਜਾਂ ਕਰਾਮਾਤਾਂ ਕੀ ਨੇ, ਉਹਨਾਂ ਨੂੰ ਤਾਂ ਪਤਾ ਸੀ। ਆਮ ਲੋਕਾਂ 'ਚ, ਖਾਸ ਕਰ ਦੁਸ਼ਮਣ 'ਚ ਇਸ ਗੱਲ ਦੀ ਦਹਿਸ਼ਤ ਪੈ ਗਈ, ਬੰਦਾ ਸਿੰਘ ਤਾਂ ਕਰਾਮਾਤੀ ਹੈ। ਹਰੀ ਸਿੰਘ ਨਲਵੇ ਦੀ ਜਿਹੜੀ ਗੱਲ ਸੁਣਦੇ ਆ ਨਾ ਆਪਾਂ, ਹਰੀਆ ਰੰਗਲੇ, ਬੰਦਾ ਸਿੰਘ ਦੀ ਉਦੋਂ ਪਹਿਲਾਂ ਚੱਲ ਚੁੱਕੀ ਆ। ਉਹ ਬੰਦਾ ਆਇਆ ਜਦੋਂ ਮੈਦਾਨੇ ਜੰਗ 'ਚ, ਇਹ ਪਤਾ ਲੱਗ ਜਾਂਦਾ ਸੀ ਬੰਦਾ ਸਿੰਘ ਖੁਦ ਆ ਗਿਆ, ਫੌਜਾਂ ਸਿਰ ਤੇ ਪੈਰ ਰੱਖ ਕੇ ਨੱਸ ਜਾਂਦੀਆਂ ਤੀਆਂ। ਬੰਦਾ ਆ ਗਿਆ, ਹਾਹਾਕਾਰ ਮੱਚ ਜਾਂਦੀ ਸੀ, ਜਿਵੇਂ ਸ਼ੇਰ ਨਹੀਂ ਬਣਦਾ ਭੇਟ ਦੇ ਹਿਰਨਾਂ ਦੀ ਡਾਰ ਦੇ ਪਿੱਛੇ, ਐਂ ਬਣਦਾ। ਤੇ ਔਰ ਸਰੀਰਕ ਤੌਰ 'ਤੇ ਬਹੁਤ ਤਾਕਤਵਰ ਨਹੀਂ ਸੀ, ਫਿਜ਼ੀਕਲੀ ਸ਼ੋਲਾ ਸਰੀਰ ਸੀ, ਸ਼ੋਲਾ ਫਿੱਟ ਜਿਹਨੂੰ ਕਹਿ ਦਿੰਦੇ ਆ, ਪੱਕਾ ਤੇ ਲਾਲ ਸੁਰਖ ਚਿਹਰਾ, ਦਗਦੀਆਂ ਤੇ ਮੋਟੀਆਂ ਅੱਖਾਂ, ਕੱਦ ਦਰਮਿਆਨਾ, ਦੇਖਣ ਨੂੰ ਦਸ਼ਮੇਸ਼ ਪਿਤਾ ਦਾ ਭੁਲੇਖਾ ਪੈਂਦਾ ਸੀ, ਸੇਮ ਲੱਗਦੇ ਸੀ ਦੇਖਣ ਨੂੰ,
क्योंकि उम्र भी लगभग सेम, कद काठ भी सेम, शरीर और फुर्तीला और ताकतवर अंदाजा ला लो अणथक किन्ना कुती। मैं ਤੁਹਾਨੂੰ ਦੱਸਿਆ ਵੀ ਕਿੰਨੀ ਤਿਆਰੀ ਹੋ। ਇਤਿਹਾਸਕਾਰਾਂ ਨੇ ਲਿਖਿਆ ਘੋੜੇ ਤੇ ਆਪਾਂ ਅੱਜ ਕੱਲ੍ਹ ਤਾਂ ਖੈਰ ਘੋੜ ਸਵਾਰੀ ਆਪਣੇ ਤੋਂ ਤਾਂ ਕਿੱਥੇ ਹੋ ਜੂਗੀ ਕਿਉਂਕਿ ਕਦੇ ਚੜ੍ਹੇ ਨਹੀਂ। ਜਿਹੜੇ ਘੋੜ ਸਵਾਰ ਵੀ ਨੇ ਉਹ ਵੀ ਕੁਛ ਘੰਟਿਆਂ ਦੀ ਘੋੜ ਸਵਾਰੀ ਕਰ ਸਕਦੇ ਨੇ, ਪਰ ਬੰਦਾ ਸਿੰਘ ਬਹਾਦਰ ਬਾਰੇ ਲਿਖਿਆ ਮਿਲਦਾ 2 ਦਿਨ ਲਗਾਤਾਰ ਘੋੜੇ ਦੀ ਕਾਠੀ ਤੇ ਰਹਿ ਕੇ ਸਫ਼ਰ ਕਰ ਸਕਦਾ ਸੀ, ਥੱਕਦਾ ਨਹੀਂ ਸੀ, ਔਰ ਉਦੋਂ ਬਾਅਦ ਵੀ ਉਨਾ ਹੀ ਤਰੋਤਾਜ਼ਾ। ਅੰਦਾਜ਼ਾ ਲਾ ਲਿਓ ਕਿਸ ਮਿੱਟੀ ਦਾ ਬਣਿਆ ਹੋਇਆ ਸੀ, ਕਿਵੇਂ ਕਿਹੋ ਜਿਹਾ ਉਹਨੂੰ ਕਿਸ ਢੰਗ ਦੇ ਨਾਲ ਰੈਡੀ ਕੀਤਾ ਹੋਇਆ ਸੀ। ਸੋ ਇਹ ਜਦੋਂ ਪਹੁੰਚ ਚੁੱਕਿਆ ਪੰਜਾਬ, ਵਹੀਰਾਂ ਘੱਤ ਕੇ ਸਿੰਘ ਪਹੁੰਚਣੇ ਹੋਏ ਨੇ, ਤੇ ਫਿਰ ਅਗਲੀਆਂ ਉਹਨੇ ਕਿਸ ਢੰਗ ਦੇ ਨਾਲ ਜਿੱਤਾਂ ਸ਼ੁਰੂ ਕੀਤੀਆਂ ਨੇ, ਕਿੱਥੋਂ ਹੱਥ ਪਾਇਆ, ਕੀ ਕੀ ਉਹਨੇ ਕਾਰਜ ਕੀਤੇ। ਇਹ ਕਿਉਂਕਿ ਸਿੱਖ ਰਾਜ ਦਾ ਪਹਿਲਾ ਬਾਦਸ਼ਾਹ ਸਾਡਾ ਇਹ, ਕਿਵੇਂ ਇਹਨੇ ਬਾਦਸ਼ਾਹੀ ਕਾਇਮ ਕੀਤੀ, ਭਾਵੇਂ ਆਪ ਕਦੇ ਸਿੰਘਾਸਣ 'ਤੇ ਨਹੀਂ ਬੈਠਿਆ, ਇਹ ਗੱਲ ਵੀ ਸਾਂਝ ਕਰਾਂਗੇ। ਸੋ ਅੱਜ ਹੁਣ ਸਮਾਂ ਇਜਾਜ਼ਤ ਨਹੀਂ ਦੇ ਰਿਹਾ। ਸਾਰੇ ਹੀ ਸੱਜਣਾਂ ਦਾ, ਸਨੇਹੀਆਂ ਦਾ ਦਿਲੋਂ ਧੰਨਵਾਦ ਜਿਹੜੇ ਟਾਈਮ ਕੱਢਦੇ ਹੋ। ਟਾਈਮ ਘੰਟਾ ਲੱਗ ਜਾਂਦਾ, ਕੋਸ਼ਿਸ਼ ਤਾਂ ਹੁੰਦੀ ਹੈ ਮੈਂ ਘੱਟ ਲਾਉਣ ਦੀ ਕਿ ਪੌਣਾ ਘੰਟਾ ਲਾ ਲਈਏ ਜਾਂ ਅੱਧਾ ਘੰਟਾ ਲਾ ਲਈਏ, ਪਰ ਗੱਲਾਂ 'ਚੋਂ ਗੱਲਾਂ ਨਿਕਲ ਕੇ ਹੋਰ ਅੱਗੇ ਆਈ ਜਾਂਦੀਆਂ ਨੇ, ਤਾਂ ਫਿਰ ਉਹ ਵੱਧ ਜਾਂਦਾ ਟਾਈਮ, ਨਾ ਕਰਦੇ ਵੀ ਵੱਧ ਲੱਗ ਜਾਂਦਾ। ਸੋ ਫਿਰ ਕੋਸ਼ਿਸ਼ ਕਰਦੇ ਹਾਂ ਹੌਲੀ ਹੌਲੀ ਜਿੰਨਾ ਕੁ ਟਾਈਮ ਨੂੰ ਵੀ ਸੀਮਿਤ ਕਰ ਸਕੀਏ ਅਤੇ ਘੱਟ ਟਾਈਮ 'ਚ ਵੱਧ ਮੈਟਰ ਦੇਣ ਦੀ ਵੀ ਕੋਸ਼ਿਸ਼ ਕਰੀਏ, ਤਾਂ ਕਿ ਤੁਹਾਨੂੰ ਤੁਹਾਡੇ ਵਿਰਸੇ ਨਾਲ ਜੋੜ ਸਕੀਏ, ਆਪਣੇ ਵਿਰਸੇ ਨਾਲ ਜੁੜੀਏ ਆਪਾਂ, ਮਾਣ ਹੋਵੇ ਸਾਡੇ ਯੋਧਿਆਂ 'ਤੇ। ਸੋ ਅਗਲੀ ਵਾਰੀ ਸੈਚਰਡੇ ਅਤੇ ਸੰਡੇ ਨੂੰ ਫੇਰ ਮਿਲਦੇ ਹਾਂ, ਸ਼ਨੀਵਾਰ ਅਤੇ ਐਤਵਾਰ ਸੇਮ ਟਾਈਮ। ਜੇ ਕੋਈ ਟਾਈਮ ਦੀ ਚੇਂਜਸ ਹੋਈ ਤਾਂ ਮੈਂ ਮੈਸੇਜ ਪਾ ਦੂੰਗਾ। ਸੋ ਫਤਿਹ ਪ੍ਰਵਾਨ ਕਰੋ, ਭੁੱਲਾਂ ਚੁੱਕਾਂ ਦੀ ਖਿਮਾ, ਤੁਹਾਡੇ ਸੁਝਾਵਾਂ ਦੀ ਉਡੀਕ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।